ਲੀਡਰਾਂ ਦੇ ਮਹਿਲਾਂ ਤੱਕ ਪਹੁੰਚਾਵਾਂਗੇ ਤੁਹਾਡੇ ਕੱਚੇ ਘਰਾਂ ਦੀ ਹਰ ਤਸਵੀਰ। ਪਾਣੀ, ਮੋਬਾਈਲ ਨੈਟਵਰਕ ਤੇ ਬਿਨਾਂ ਸਿਹਤ ਸਹੂਲਤਾਂ ਤੋਂ ਕਿਵੇਂ ਰਹਿੰਦੇ ਨੇ ਲੋਕ। सब तो बड़ी समस्या साडी हॉस्पिटल दी है। पानी का भी हाल पूरा होया जी साडी दा। साडे इत्थे बस अड्डा बनाया सी बीजेपी सरकार ने, पर 5 साल हो गए है कांग्रेस सरकार कोलों एक बस नहीं लिया सके इत्थे। ਕਾਂਗਰਸ ਸਰਕਾਰ ਬਣੀ ਸੀਗੀ, ਕਿੰਨੇ ਕੁ ਕੰਮ ਹਲਕੇ ਦੇ ਵਿੱਚ ਹੋਏ ਨੇ? ਕੰਮ ਸ਼ੁਰੂ ਕੀਤੇ ਕਾਫੀ ਕਿ ਪੂਰੇ ਨਹੀਂ ਕੰਪਲੀਟ ਹੋਏ ਕੋਈ ਵੀ। ਤੁਹਾਡੇ ਐਮਐਲਏ ਸਾਹਿਬ ਨੇ ਕੰਮ ਕੀਤੇ ਨੇ? ਕਰ ਰਹੇ ਨੇ ਉਦਾਂ, ਇਹ ਨਹੀਂ ਗੱਲ ਹੈਗੀ, ਪਰ ਫਿਰ ਵੀ ਲੋਕਾਂ ਦਾ ਜਿਹੜਾ ਵਿਚਾਰ ਹੈ ਉਹ ਤਾਂ ਹੁਣ ਵੋਟਾਂ ਆਉਣ ਤੇ ਦੱਸਣਗੇ। ਕਿਹੜੇ 3 ਮੁੱਦੇ ਹੋਣਗੇ ਇਸ ਵਾਰ ਮਾਈਂਡ ਦੇ ਵਿੱਚ? ਜਿਹੜੀ ਆਮ ਆਦਮੀ ਪਾਰਟੀ ਦੀ ਗੱਲਾਂ ਕੀਤੀਆਂ ਬਿਜਲੀ ਬਾਰੇ, ਵਪਾਰ ਬਾਰੇ, ਉਹ ਵਧੀਆ ਲੱਗੀਆਂ ਸਾਨੂੰ। ਸਰਕਾਰ ਤਾਂ ਕਹਿੰਦੀ ਪਿਛਲੇ ਬਿੱਲ ਸਾਰੇ ਮਾਫ ਕਰ ਦਿੱਤੇ ਆ, ਤੁਹਾਡਾ ਬਿੱਲ ਮਾਫ ਨਹੀਂ ਹੋਇਆ। ਇਹ ਹਿੰਦੂ ਬੈਲਟ ਹੈ ਪੂਰੀ, ਤਾਂ ਕੋਈ ਬੀਜੇਪੀ ਦਾ ਕਿਵੇਂ ਦਾ ਆਧਾਰ ਹੈ ਇਸ ਖੇਤਰ ਦੇ ਵਿੱਚ? ਉਸ ਟਾਈਮ ਤੇ ਠੀਕ ਸੀਗਾ, ਪਰ ਹੁਣ ਉਹਨਾਂ ਦੀਆਂ ਥੋੜੀਆਂ ਨੀਤੀਆਂ ਠੀਕ ਨਹੀਂ ਹੈ। ਸਾਡਾ ਇਲਾਕਾ ਹੈ ਇਹ ਹੈ 4 ਸਾਲ ਦੇ ਵਿੱਚ ਕੁਝ ਨਹੀਂ ਹੋਇਆ। ਹੁਣ ਆਗੇ ਲੋਕਾਂ ਨੂੰ ਆਗੇ ਪੈਸੇ ਦੇ ਦਿੱਤੇ ਬਣਤੇ ਪੰਚਾਇਤਾਂ ਨੂੰ। ਅਮਰਿੰਦਰ ਨੇ ਤਾਂ ਅਕਾਲੀ ਦੀ ਮਦਦ ਕੀਤੀ ਹੈ। बेरोजगारी पंजाब ਦੇ ਵਿੱਚ घटी है, तुसी नौजवान हो, ट्यूशन ट्यूटर हो, बैठे हैं घर पे तभी तो ट्यूशन ट्यूटर है। अगर रोजगार मिला होता तो कोई जॉब नहीं कर रहे होते। कुछ तो देखना चाहिए ना सरकार को। महंगाई बढ़ती जा रही है, डेली की डेली बढ़ रही है। और जॉब पहले कितना बोला था कैप्टन सरकार ने कि हम घर घर जॉब देंगे, ये करेंगे वो करेंगे। जॉब निकाल रहे हैं लेकिन जर्नल के लिए तो वैसे ही कुछ नहीं है। इधर हिमाचल से देखो ना, सबना सब कुछ मिल रहा। साडियां जगह ने जमीनां सानू कोई दाने नहीं, कोई कहते नौकरियां वाले, नौकरियां किहड़ी सौखियां हुआ करदियां। कोई भी सरकार बनती है ना, उन्होंने को 3-4 मुद्दे ही है, SC BC किसान, ये वो जो भी है ना, हर वर्ग चलो जरूरी है कि ਅਸੀਂ टैक्स नहीं ਦਿੰਦੇ। ਐਮਐਲਏ ਸਾਹਿਬ ਨੇ ਕੰਮ ਕਰਵਾਏ ਹਲਕੇ ਦੇ? ਕਿੰਨੇ ਕੁ ਕੰਮ ਬਹੁਤ ਕੰਮ ਕਰਵਾਏ ਉਹਨਾਂ ਨੇ। ਸਾਡੇ ਹਲਕੇ 'ਚ ਸਾਡੇ ਐਮਐਲਏ ਸਾਹਿਬ ਜਿਹੜੇ ਇਸ ਵੇਲੇ ਮੌਜੂਦਾ ਹੈਗੇ ਨੇ, ਉਹਨਾਂ ਨੇ ਕਾਫੀ ਕੰਮ ਕਰਵਾਏ। ਗੁਰੂ ਮਹਾਰਾਜ ਦੀ ਕਿਰਪਾ ਨਾਲ ਜਦੋਂ ਨਵੇਂ ਮੁੱਖ ਮੰਤਰੀ ਚੰਨੀ ਆਏ ਨੇ, ਮੇਰੇ ਹਿਸਾਬ ਨਾਲ ਜਿੰਨਾ ਕਿ ਉਹਨਾਂ ਕੋਲ ਸਮਾਂ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਆ। ਇਸ ਵਾਰ ਜ਼ਿਮੀਂਦਾਰ ਇਸ ਤਰੀਕੇ ਨਾਲ ਮੰਡੀਆਂ ਦੇ ਵਿੱਚ ਰੁਲਿਆ, ਜਿਹੜਾ ਪਹਿਲਾਂ ਕਦੀ ਵੀ ਅਕਾਲੀ ਸਰਕਾਰ ਦੇ ਦੌਰਾਨ ਕਦੀ ਵੀ ਕਿਸੇ ਜ਼ਿਮੀਂਦਾਰ ਨੂੰ ਨਾ ਆਪਣੀ ਫਸਲ ਵੇਚਣ 'ਚ ਨਾ ਅਦਾਇਗੀ 'ਚ ਕਦੀ ਕੋਈ ਸਮੱਸਿਆ ਆਈ। ਇਸ ਪਿੰਡ ਦੀ ਤਰਾਸਦੀ ਇਹ ਹੈ ਕਿ ਇਸ ਪਿੰਡ ਦੇ ਵਿੱਚ ਮੋਬਾਈਲ ਫੋਨ ਦਾ ਨੈਟਵਰਕ ਤੱਕ ਹੀ ਨਹੀਂ ਆਉਂਦਾ। ਇੱਕ ਪਾਸੇ ਡਿਜੀਟਲ ਇੰਡੀਆ ਦੀ ਗੱਲ ਹੁੰਦੀ ਹੈ, ਮੋਬਾਈਲ ਫੋਨਾਂ ਤੋਂ ਲੈ ਕੇ ਲੋਕੀ ਅੱਜ ਸਾਰਾ ਕੁਝ ਘੜੀਆਂ ਤੱਕ ਵੀ ਡਿਜੀਟਲ ਆ ਗਈਆਂ। ਕਿੱਥੇ ਕੁ ਖੜਾ ਦੇਖਦੇ ਹੋ ਅੱਜ? 100 ਸਾਲ ਪਿੱਛੇ ਆ ਦੂਜੀਆਂ ਕੰਟਰੀਆਂ ਨਾਲੋਂ, ਯੂਰਪ ਦੀ ਕੰਟਰੀ ਨਾਲੋਂ 100 ਸਾਲ ਪਿੱਛੇ ਹੈਗਾ ਸਾਡਾ ਇੰਡੀਆ। ਹੁਣ ਪਿੱਛੇ ਸੀਗਾ ਜਿਹੜੇ ਆਪਣੇ ਬੱਚਿਆਂ ਦੀਆਂ ਜਿਹੜੀਆਂ ਪੜ੍ਹਾਈਆਂ ਚੱਲੀਆਂ ਸੀਗੀਆਂ, ਉਹਨਾਂ ਵਿੱਚ ਆਨਲਾਈਨ ਪੜ੍ਹਾਈ ਸੀ, ਕਿਉਂਕਿ ਕਰੋਨਾ ਦੌਰ ਚੱਲਿਆ ਸੀਗਾ। ਕਹਿੰਦੇ ਸੀਗੇ ਬੱਚੇ ਘਰ ਬੈਠ ਕੇ ਪੜ੍ਹਨ, ਤੇ ਮੋਬਾਈਲ ਦੀ ਨੈਟਵਰਕਿੰਗ ਨਾਮ ਦੇ ਕਰਕੇ ਸਾਡੇ ਬੱਚਿਆਂ ਨੂੰ ਜਿਹੜੀ ਬੜੀ ਪ੍ਰੋਬਲਮ ਆਈ ਆ। ਮਹਿਲਾਵਾਂ ਦਾ ਕਿਰਾਇਆ ਫ੍ਰੀ ਕੀਤਾ ਸਰਕਾਰੀ ਬੱਸਾਂ ਦੇ ਵਿੱਚ। ਕੋਈ ਬੱਸ ਬੁੱਸ ਆਉਂਦੀ ਹੈ ਤੁਹਾਡੇ ਪਿੰਡ? ਸਰਕਾਰੀ ਜਿਹੜੀ ਬੱਸ ਆ 20 ਸਾਲ ਤੋਂ ਬੰਦ ਹੈ ਇੱਥੇ, ਪੰਜਾਬ ਰੋਡ ਦੀ ਬੱਸ ਹੈਗੀ ਆ। ਸੀਐਮ ਕਿਹਨੂੰ ਦੇਖਣਾ ਚਾਹੁੰਦੇ ਹੋ? ਜੇ ਮੰਨ ਲਓ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਫੇਵਰਟ ਲੀਡਰ ਕਿਹੜਾ ਹੋਊਗਾ ਫਿਰ? ਨਵਜੋਤ ਸਿੰਘ ਸਿੱਧੂ ਨੂੰ ਦੇਖਣਾ ਚਾਹੁੰਦੇ ਹੋ ਜਾਂ ਫਿਰ ਰਿਪੀਟ ਕਰਨਾ ਚਾਹੁੰਦੇ ਹੋ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ? ਅਸੀਂ ਫਿਰ ਚੰਨੀ ਉਹਨਾਂ ਨੂੰ ਰਿਪੀਟ ਕਰਨਾ ਚਾਹੁੰਦੇ ਆ ਜੀ। ਬਹੁਤ ਵਧੀਆ ਕੰਮ ਕਰ ਰਹੇ ਆ ਜੀ ਇਹ। ਤਾਂ ਵਿਧਾਨ ਸਭਾ ਹਲਕਾ ਦਸੂਹੇ ਦੇ ਵੋਟਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਹਲਕੇ ਦੀਆਂ ਸਮੱਸਿਆਵਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਹੜੇ ਕੰਮ ਹਲਕੇ ਦੇ ਵਿੱਚ ਹੋਏ ਨੇ ਔਰ ਕਿਹੜੇ ਕੰਮ ਰਹਿ ਗਏ ਨੇ। ਇਸ ਸਮੇਂ ਆਪਾਂ ਕੰਢੀ ਖੇਤਰ ਦੇ ਵਿੱਚ ਖੜੇ ਹਾਂ ਔਰ ਇਹ ਕੰਢੀ ਖੇਤਰ ਉਹ ਖੇਤਰ ਹੈ ਇਸ ਹਲਕੇ ਦਾ ਜਿੱਥੋਂ ਜਦੋਂ ਐਮਐਲਏ ਚੁਣਿਆ ਜਾਂਦਾ ਤਾਂ ਕਹਿੰਦੇ ਇਸ ਇਲਾਕੇ ਦਾ ਵੱਡਾ ਇੱਕ ਯੋਗਦਾਨ ਹੁੰਦਾ ਹੈ। ਇੱਥੋਂ ਹੀ ਤੈਅ ਕੀਤਾ ਜਾਂਦਾ ਹੈ ਵੀ ਐਮਐਲਏ ਇਸ ਵਾਰ ਕੌਣ ਬਣੇਗਾ। ਭਾਵ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਵੋਟਰ ਵਸੇ ਨੇ। ਪਹਾੜੀ ਏਰੀਆ ਹੈ, ਹਿਮਾਚਲ ਦੇ ਬਿਲਕੁਲ ਕੰਢੇ ਤੇ ਵਸਦਾ ਹੈ ਦਤਾਰਪੁਰ ਏਰੀਆ। ਤਾਂ ਬਾਜ਼ਾਰ ਦੇ ਵਿੱਚ ਲੋਕਾਂ ਦੀ ਨਬਜ਼, ਸਿਆਸੀ ਨਬਜ਼ ਟਟੋਲਣ ਦੀ ਕੋਸ਼ਿਸ਼ ਕਰਾਂਗੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਸ ਵਾਰ ਵੋਟ ਕਿਹਨਾਂ ਮੁੱਦਿਆਂ ਦੇ ਉੱਤੇ ਪਾਈ ਜਾਊਗੀ, ਕਿਹੜੇ ਕੰਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟਰ ਇਸ ਵਾਰ ਆਪਣਾ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੇਗੀ। ਤਾਂ ਸਰ ਕੀ ਨਾਂ ਜੀ ਤੁਹਾਡਾ? ਬੋਬੀ ਕੌਸ਼ਲ ਜੀ। ਬੋਬੀ ਜੀ, ਕਾਂਗਰਸ ਸਰਕਾਰ ਦੇ 5 ਸਾਲ ਲਗਭਗ ਪੂਰੇ ਹੋਣ ਜਾ ਰਹੇ ਨੇ। ਇਸ ਵਾਰ ਵੋਟਰ ਦੇ ਮਾਈਂਡ ਦੇ ਵਿੱਚ ਕੀ ਹੈ? ਸਰਕਾਰ ਨੇ ਜੋ ਵਾਅਦੇ ਕੀਤੇ ਸੀ ਪੂਰੇ ਹੋਏ? ਗੱਲ ਇੱਦਾਂ ਹੈਗੀ ਹੈ, ਜੋ ਸਾਡੇ
ਇਸ ਆਪਣੇ ਹਲਕੇ ਦੀ ਗੱਲ ਕਰੀਏ ਆਪਾਂ ਦਸੂਹੇ ਦੀ, ਦਸੂਹੇ ਦੇ ਹਲਕੇ ਦੇ ਹਿਸਾਬ ਨਾਲ ਸਾਡੇ ਕੋਈ ਨਹਿਰ ਦਾ ਕੰਮ ਵੀ ਹੈ, ਇਹ ਵੀ ਪੈਂਡਿੰਗ ਪਿਆ ਹੋਇਆ। ਪਹਿਲਾਂ ਕਹਿੰਦੇ 2-3 ਮਹੀਨਿਆਂ 'ਚ ਆਪਾਂ ਕੰਪਲੀਟ ਕਰ ਦਿਆਂਗੇ, ਉਹ ਵੀ ਉਹਨੂੰ ਮੇਰਾ ਸਾਲ ਹੀ ਦੇ ਉੱਪਰ ਹੀ ਬਾਅਦ 'ਚ ਕੰਪਲੀਟ ਹੋਊਗਾ। ਉਹਦਾ ਕਈ ਮੁੱਦੇ ਹੈਗੇ। ਸਾਡੇ ਇੱਥੇ ਬੱਸ ਅੱਡਾ ਬਣਾਇਆ ਸੀ ਬੀਜੇਪੀ ਸਰਕਾਰ ਨੇ, ਪਰ 5 ਸਾਲ ਹੋ ਗਏ ਆ ਕਾਂਗਰਸ ਸਰਕਾਰ ਕੋਲੋਂ ਇੱਕ ਬੱਸ ਨਹੀਂ ਲਿਆ ਸਕੇ ਇੱਥੇ। ਤੇ ਸਾਡੇ ਹੋਰ ਵੀ ਬਹੁਤ ਸਮੱਸਿਆ ਹੈਗੀਆਂ। ਸਾਡੇ ਜਿੱਦਾਂ ਹੌਸਪੀਟਲ ਹੈ, ਉਹ ਤੋਂ ਸਭ ਤੋਂ ਵੱਡੀ ਸਮੱਸਿਆ ਸਾਡੀ ਹੌਸਪੀਟਲ ਦੀ ਹੈ ਵੀ ਸਾਨੂੰ ਜੇ ਤੁਹਾਡੇ ਘਰ 'ਚ ਕੋਈ ਰਾਤ ਦਿਨ ਬਰਾਏ ਕਿਤੇ ਬਿਮਾਰ ਹੋ ਜਾਏ ਬੰਦਾ, ਤੇ ਸਾਨੂੰ ਸਿੱਧਾ ਮੁਕੇਰੀਆਂ ਜਲੰਧਰ ਜਾਣਾ ਪੈਂਦਾ। ਉਸ ਦੇ ਲਾਗੇ ਸਾਡੇ ਕੋਲ ਕੋਈ ਸਾਧਨ ਨਹੀਂ ਹੈ ਜਿਹੜੇ ਅਸੀਂ ਫਸਟ ਏਡ ਵੀ ਦਈਏ ਤੇ ਮਰੀਜ਼ ਆਪਣੇ ਨੂੰ ਬਚਾ ਸਕੀਏ। ਬਹੁਤ ਇੱਦਾਂ ਦੀਆਂ ਸਮੱਸਿਆ ਹੈਗੀਆਂ। ਗੱਲ ਹੈਗੀ ਹੈ ਜਿੱਦਾਂ ਕਰਦੇ ਗੱਲ ਵਿਕਾਸ ਦੀ, ਵਿਕਾਸ ਦਾ ਬੜਾ ਰੌਲਾ ਪਾਇਆ ਹੈ ਪੰਜਾਬ ਸਾਰੇ 'ਚ, ਬਹੁਤ ਵਿਕਾਸ ਹੋਇਆ। ਵਿਕਾਸ ਜਿਹੜਾ ਹੈਗਾ ਉਹ ਤਾਂ ਸਾਡੇ ਬੇਰੁਜ਼ਗਾਰ ਥਾਂ ਥਾਂ ਘੁੰਮ ਰਹੇ ਨੇ, ਠੀਕ ਹੈ ਨਾ, ਵਿਹਲੇ ਘੁੰਮ ਰਹੇ ਨੇ, ਕੋਈ ਕੰਮ ਨਹੀਂ ਧੰਦਾ ਨਹੀਂ ਉਹਨਾਂ ਨੂੰ, ਕੋਈ ਦਿਹਾੜੀਆਂ ਧੂੜੀਆਂ ਲਾ ਕੇ ਆਪਣਾ ਰੋਟੀ ਪਾਣੀ ਦਾ ਖਰਚਾ ਉਹਨਾਂ ਨੇ ਤੋਰਿਆ ਹੋਇਆ ਹੈ। ਪਰ ਜੇ ਸਰਕਾਰ ਨੇ ਵਿਕਾਸ ਦੀ ਗੱਲ ਕਰਨੀ ਹੈ, ਵਿਕਾਸ ਤਾਂ ਉਹੀ ਹੈ ਜਿਹੜਾ ਸਾਡੇ ਨੌਜਵਾਨ ਭਰਾ ਜਿਹੜੇ ਹੈਗੇ ਆ, ਸਾਡੇ ਵੀਰ ਹੈਗੇ ਆ, ਉਹ ਬੇਰੁਜ਼ਗਾਰ ਘੁੰਮ ਰਹੇ ਨੇ, ਉਹਨਾਂ ਨੂੰ ਨੌਕਰੀ ਲੱਭਦੀ, ਉਹ ਕਦੇ ਆਪਣਾ ਕਮਾਉਂਦੇ ਖਾਂਦੇ। ਵਿਕਾਸ ਤਾਂ ਇਹੀ ਹੈ, ਮੇਨ ਵਿਕਾਸ ਤਾਂ ਬੇਰੁਜ਼ਗਾਰੀ ਦੂਰ ਹੋਵੇ, ਸਭ ਤੋਂ ਵੱਡਾ ਵਿਕਾਸ ਇਹੀ ਹੈ। ਜਿਹੜੇ ਵਾਅਦੇ ਕਾਂਗਰਸ ਸਰਕਾਰ ਨੇ ਪੂਰੇ ਕੀਤੇ ਸੀ, ਲੱਗਦਾ ਵੀ ਇਹਨਾਂ ਸਾਲਾਂ ਦੇ ਵਿੱਚ ਉਹ ਵਾਅਦੇ ਪੂਰੇ ਹੋਏ ਨੇ ਜਾਂ ਕੈਪਟਨ ਨੂੰ ਲਾ ਕੇ ਸੀਐਮ ਚੰਨੀ ਨੂੰ ਬਣਾਇਆ ਗਿਆ? ਕੋਈ ਫਰਕ ਪਿਆ ਇਸ ਚੀਜ਼ ਦਾ? ਕੋਈ ਫਰਕ ਨਹੀਂ ਪਿਆ। ਕੈਪਟਨ ਨੇ ਜਦੋਂ ਸਰਕਾਰ ਆਈ ਸੀਗੀ, ਇਲੈਕਸ਼ਨ ਸੀਗੇ ਪਿਛਲੇ ਵਾਰ 17 'ਚ, ਤਾਂ ਉਦੋਂ ਕੈਪਟਨ ਸਾਹਿਬ ਨੇ ਇੱਕ ਹੋਕਾ ਭਰਿਆ ਸੀ ਬੜਾ ਜ਼ਬਰਦਸਤ ਵੀ ਘਰ ਘਰ ਨੌਕਰੀ ਦਿੱਤੀ ਜਾਵੇਗੀ। ਫਾਰਮ ਭਰਾਏ ਬੱਚਿਆਂ ਦੇ, ਨੌਜਵਾਨਾਂ ਦੇ 2500 ਰੁਪਿਆ ਭੱਤਾ ਦੇਵਾਂਗੇ। ਉਹ ਨਾ ਤਾਂ ਕੋਈ ਸਰਕਾਰ ਆਈ ਹੈ, ਉਹ ਸਰਕਾਰ ਕਾਂਗਰਸ ਦੀ ਆਈ ਹੈ, ਪਰ ਉਹਨਾਂ ਨੇ ਨਾ ਤਾਂ ਕੋਈ ਕਿਸੇ ਨੂੰ ਬੇਰੁਜ਼ਗਾਰ ਨੂੰ ਕੋਈ ਕੰਮ ਦਿੱਤਾ ਹੈ ਔਰ ਨਾ ਹੀ ਉਹਨਾਂ ਨੇ ਕੋਈ ਭੱਤਾ ਦਿੱਤਾ ਹੈ। ਸਾਡੇ 'ਚ ਇੱਕ ਬੜੀ ਵੱਡੀ ਹੋਰ ਸਾਡੇ ਪੰਜਾਬ ਸਰਕਾਰ ਦੇ ਅੰਦਰ ਹੀ ਹੁਣੀ ਥੋੜ੍ਹੇ ਦਿਨਾਂ ਬਾਅਦ ਵਿੱਚ ਸਾਡੇ ਇੱਥੇ ਸੀਗਾ ਇੱਕ ਬੇਰੁਜ਼ਗਾਰੀ ਦਫ਼ਤਰ ਨਾ, ਇੱਕ ਬੇਰੁਜ਼ਗਾਰੀ ਦਫ਼ਤਰ ਸੀਗਾ। ਬੇਰੁਜ਼ਗਾਰ ਦਫ਼ਤਰ ਜਿਹੜਾ ਹੈਗਾ ਉਹ ਮਤਲਬ ਹੁਸ਼ਿਆਰਪੁਰ ਲੈ ਕੇ ਤਲਵਾੜੇ ਤੋਂ, ਮਤਲਬ ਕਹਿਣ ਦਾ ਹੈਗਾ ਕਾਂਗਰਸ ਸਰਕਾਰ ਨੇ ਮਤਲਬ ਜੇ ਦੇਖਿਆ ਜਾਏ ਸਾਰੀ ਰਿਪੋਰਟ ਦੇਖੀ ਜਾਏ, ਪਰ ਉਹਨਾਂ ਨੇ ਕੋਈ ਵੀ ਨੌਜਵਾਨਾਂ ਦੇ ਹਿੱਤ 'ਚ ਕੋਈ ਉਹਨਾਂ ਨੂੰ ਧੰਦਾ ਜਾਂ ਕੋਈ ਕਾਰੋਬਾਰ ਜਾਂ ਕੋਈ ਨੌਕਰੀਆਂ ਕੋਈ ਨਹੀਂ ਦਿੱਤੀ ਹੈ। ਕਾਂਗਰਸ ਨੇ ਬਿਲਕੁਲ ਹੀ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਅੱਛਾ ਅੰਕਲ ਜੀ, ਕੀ ਨਾਂ ਤੁਹਾਡਾ? ਮੇਰਾ ਸਤਪਾਲ ਜੀ। ਅੱਛਾ, ਕੋਈ ਬਦਲਾਅ ਦੇਖਿਆ? ਕੋਈ ਸਰਕਾਰ ਕਾਂਗਰਸ ਸਰਕਾਰ ਬਣੀ ਸੀਗੀ, ਕਿੰਨੇ ਕੁ ਕੰਮ ਹਲਕੇ ਦੇ ਵਿੱਚ ਹੋਏ ਨੇ, ਕਿਹੜੀਆਂ ਸਮੱਸਿਆਵਾਂ ਦੇ ਹੱਲ ਹੋਏ? ਕੰਮ ਸ਼ੁਰੂ ਕੀਤੇ ਨੇ ਕਾਫੀ ਕਿ ਪੂਰੇ ਨਹੀਂ ਕੰਪਲੀਟ ਹੋਏ ਕੋਈ ਵੀ। ਦੇਖ ਲਓ ਤੇ ਨਹਿਰ ਕੱਢੀ ਨਹਿਰ ਦਾ ਦੇਖ ਲਓ, ਹੋਰ ਵੀ ਦੇਖ ਲਓ ਕਿ ਪੂਰੇ ਨਹੀਂ ਹੋਏ ਜੀ। ਤੇ ਨੌਕਰੀ ਕੇ ਆ ਬੱਚੇ ਦੌੜਦੇ ਨੇ ਮਗਰ ਵੀ ਸਾਨੂੰ ਕੋਈ ਨੌਕਰੀ ਮਿਲੇਗੀ, ਕਿਸੇ ਨੇ ਤੱਕ ਮਾੜੇ ਬੰਦੇ ਬੱਚਾ ਤਾਂ ਉੱਧਰ ਹੀ ਹੁੰਦਾ, ਪੈਸੇ ਨਹੀਂ ਨੋਟ ਹੀ ਨਹੀਂ 10-20 ਲੱਖ ਉੱਥੋਂ ਦੀ। ਪਰ ਕਾਂਗਰਸ ਸਰਕਾਰ ਕਹਿੰਦੀ ਅਸੀਂ ਵਾਅਦੇ ਸਾਰੇ ਪੂਰੇ ਕਰ ਦਿੱਤੇ। ਕੈਪਟਨ ਸਾਹਿਬ ਵੀ ਕਹਿੰਦੇ ਮੈਂ 4.5 ਸਾਲ 'ਚ 92% ਵਾਅਦੇ ਪੂਰੇ ਕਰ ਦਿੱਤੇ ਜੀ। ਦੇਖੋ ਜੀ ਅਸੀਂ ਸਾਡੇ ਇੱਥੇ ਕੋਈ ਕਿਸੇ ਨੂੰ ਵੀ ਨੌਕਰੀ, ਸਾਨੂੰ ਤਾਂ ਕੋਈ ਬੰਦਾ ਮਿਲਿਆ ਨਹੀਂ ਹੋਈ ਜੇ ਨੌਕਰੀ ਮਿਲੀ ਹੋ। ਸਾਡਾ ਆਪੇ ਸਿੱਧੀ ਕਹੀ ਹੈ, ਸਾਨੂੰ ਤਾਂ ਕੋਈ ਨਹੀਂ ਕਿਹਾ ਮੈਨੂੰ ਵੀ ਨੌਕਰੀ ਮਿਲ ਗਈ ਹੈ। ਸੱਚੀ ਗੱਲ ਹੈ। ਅੱਛਾ, ਹਲਕੇ ਦੀ ਹੋਰ ਕੀ ਸਮੱਸਿਆ ਹੈਗੀ ਹੈ? ਕੀ ਸਮੱਸਿਆ ਹਲਕੇ ਦੀ ਲੱਗਦੀ ਹੈ? ਕਿਹੜੀਆਂ ਚੀਜ਼ਾਂ ਦਾ ਹੱਲ ਹੋਇਆ ਔਰ ਕਿਹੜੀਆਂ ਚੀਜ਼ਾਂ ਰਹਿੰਦੀਆਂ ਨੇ ਅਜੇ ਤੱਕ? ਅੱਜ ਕੱਲ੍ਹ ਹਾਲੇ ਦਾ ਪਾਣੀ ਦਾ ਵੀ ਹਾਲਾ ਪੂਰਾ ਹੋਇਆ ਜੀ ਸਾਡੇ ਦਾ। ਅੱਛਾ, ਪਾਣੀ ਵੀ ਘਰ ਹਾਂਜੀ। ਅੱਛਾ, ਕੰਢੀ ਏਰੀਆ ਦੇ ਵਿੱਚ ਪਾਣੀ ਦੀ ਸਮੱਸਿਆ ਹੈਗੀ ਅਜੇ ਤੱਕ ਵੀ? ਹੈਗੀ। ਅੱਛਾ, ਇਹ ਬਾਈ ਜੀ ਤੁਸੀਂ ਨੌਜਵਾਨ ਹੋ, ਰੋਜ਼ਗਾਰ ਮਿਲਿਆ ਨੌਜਵਾਨਾਂ ਨੂੰ? ਲੱਗਦਾ ਵੀ ਰੋਜ਼ਗਾਰ ਹੀ ਇੱਕ ਮੇਨ ਡਿਮਾਂਡ ਸੀਗੀ ਨੌਜਵਾਨਾਂ ਦੀ, ਜਾਂ ਸਿੱਖਿਆ ਕਹਿ ਲਈਏ, ਸਿਹਤ ਪੱਖੋਂ ਕਹਿ ਲਈਏ, ਤਾਂ ਇਹ ਚੀਜ਼ਾਂ ਪੂਰੀਆਂ ਮਿਲੀਆਂ ਨੌਜਵਾਨਾਂ ਨੂੰ? ਭਾਈ ਜਿੱਦਾਂ ਜਿੱਦਾਂ ਉਹਨਾਂ ਨੇ ਵਾਅਦੇ ਕੀਤੇ ਸੀ ਕੈਪਟਨ ਸਰਕਾਰ ਨੇ, ਉਹ ਤਾਂ ਦੇਖਣ ਨੂੰ ਕੋਈ ਉਹਨਾਂ ਦਾ ਲੱਗਾ ਨਹੀਂ ਸਾਨੂੰ ਕੀ ਪੂਰਾ ਕੀਤਾ ਜਾਂ ਨਹੀਂ। ਹੁਣ ਤੁਸੀਂ ਕਿਹਾ ਕਿ 92% ਕੀਤਾ, 92% ਕੀਤਾ ਜੀ, ਮੈਨੂੰ ਲੱਗਦਾ ਉਹਦਾ 30% ਵੀ ਨਹੀਂ ਹੋਇਆ ਕੋਈ। ਤੁਸੀਂ ਥੋੜ੍ਹੇ ਦੇਰ ਸ਼ਬਦ ਗਿਆ ਨਾ। ਤੇ ਦੂਜੀ ਗੱਲ ਹੈਗੀ ਮੈਡੀਕਲ ਦੀ, ਬੋਈ ਭਾਈ ਨੇ ਕਿਹਾ ਕਿ ਮੈਡੀਕਲ ਭਾਈ ਉਹਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਆਪਣੇ ਏਰੀਆ ਦੇ ਵਿੱਚ, ਠੀਕ ਹੈ। ਸਭ ਤੋਂ ਪੁਰਾਣੀ ਮਾਰਕੀਟ ਆਪਣੇ ਏਰੀਆ ਦੇ ਵਿੱਚ ਦਤਾਰਪੁਰ, ਤਲਵਾੜਾ ਮੁਕੇਰੀਆਂ ਬਾਅਦ 'ਚੋਂ ਬਣਿਆ, ਤੇ ਲਾਗੇ ਹੈਗੇ ਭਾਈ ਕੋਈ ਵੀ ਮੈਡੀਕਲ ਸੁਵਿਧਾ ਹੈ ਨਹੀਂ। ਰਾਤ ਨੂੰ ਜਿੱਦਾਂ ਭਾਈ ਨੇ ਦੱਸਿਆ ਕਿ ਕੋਈ ਪ੍ਰੋਬਲਮ ਆਉਂਦੀ ਵੱਡੀ ਬੰਦੇ ਨੂੰ, ਠੀਕ ਹੈ ਜੀ, ਤੇ ਉਹ ਦੂਰ ਜਾਣਾ ਪੈਂਦਾ। ਜਲੰਧਰ ਹੁਸ਼ਿਆਰਪੁਰ ਤੋਂ ਉਰੇ ਭਾਈ ਖੜਨਾ ਨਹੀਂ, ਮਤਲਬ ਕਿ ਹੈ ਨਹੀਂ ਕੋਈ ਵੀ। ਤੇ ਸੁਵਿਧਾ ਕੇਂਦਰ ਬਣਾਏ ਪਏ ਸੀਗੇ, ਉਹ ਵੀ ਭਾਜੀ ਖਾਲੀ ਹੈ, ਖੰਡਰ ਬਣੇ ਪਏ ਆ। ਸਾਨੂੰ ਸੁਵਿਧਾ ਕੇਂਦਰ ਬਣੇ, ਬਿਲਡਿੰਗਾਂ ਬਣਾਤੀਆਂ ਭਾਜੀ, ਕੁਝ ਵੀ ਨਹੀਂ ਹੈ ਇਹਦੇ। ਤੇ
ਸਾਨੂੰ ਕਮਾਈ ਦੇ ਵੀ ਜਾਣਾ ਪੈਂਦਾ ਜਾਂ ਸਾਨੂੰ ਮੰਗੇਰੀਆਂ ਜਾਣਾ ਪੈਂਦਾ ਆਪਣਾ ਆਧਾਰ ਕਾਰਡ ਬਣਾਉਣ ਵਾਸਤੇ ਜੀ। ਅੱਛਾ ਇਹ ਗੱਲ ਦੱਸੋ, ਜਿੱਦਾਂ ਆਪਾਂ ਹੁਣ ਦੇਖ ਰਹੇ ਹਾਂ ਲੀਡਰ ਚਰਨਜੀਤ ਸਿੰਘ ਚੰਨੀ ਹੋਣਾ ਦੀ ਗੱਲ ਕਰੀਏ, ਕਦੇ ਹਾਕੀ ਖੇਡਦੇ ਨੇ ਉਹ, ਕਦੇ ਸਟੇਜ ਤੇ ਜਾ ਕੇ ਭੰਗੜਾ ਪਾਉਂਦੇ ਨੇ। ਸੁਖਬੀਰ ਬਾਦਲ ਹੋਣੀ ਪਿਛਲੇ ਦਿਨੀ ਆਏ ਇੱਥੇ ਮੁਕੇਰੀਆਂ ਦੇ ਵਿੱਚ, ਉੱਥੇ ਜਲੇਬੀਆਂ ਕੱਢਦੇ ਵੀ ਦਿਖਾਈ ਦਿੱਤੇ। ਕੋਈ ਲੱਗਦਾ ਇਹ ਲੀਡਰ ਕੀ ਪ੍ਰਭਾਵਿਤ ਕਰ ਪਾਉਣਗੇ ਇਹਨਾਂ ਚੀਜ਼ਾਂ ਦੇ ਨਾਲ ਇਸ ਵਾਰ ਵੋਟਰ ਨੂੰ? ਸਭ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਗੇ ਵੀ ਚੰਨੀ ਪੰਜਾਬ ਸਰਕਾਰ ਦੇ ਵਿੱਚ ਸੀਗਾ, ਮੰਤਰੀ ਸੀਗਾ, ਤੇ ਮੰਤਰੀ ਹੋਣ ਦੇ ਬਾਵਜੂਦ ਕਦੀ ਵੀ ਕਿਸੇ ਨਾਲ ਹਾਕੀ ਨਹੀਂ ਖੇਲੀ, ਨਾ ਕਦੀ ਕਿਸੇ ਨਾਲ ਕੋਈ ਖੁੱਲੇ ਦਰਬਾਰ ਲਾਏ ਚੰਨੀ ਸਾਹਿਬ ਨੇ। ਅੱਜ ਉਹ ਮੁੱਖ ਮੰਤਰੀ ਬਣਨ ਤੇ ਖੁੱਲੇ ਦਰਬਾਰ ਵੀ ਲਾ ਰਹੇ ਨੇ, ਸਭ ਕੁਝ ਕਰ ਰਹੇ ਨੇ। ਤਾਂ ਕਹਿਣ ਦਾ ਮਤਲਬ ਇੱਕ ਬਣਿਆ ਬਣਾਇਆ ਸੋਚਿਆ ਸਮਝਿਆ ਡਰਾਮਾ ਹੈ ਜੋ ਚੰਨੀ ਸਾਹਿਬ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਕਰ ਰਹੇ ਨੇ। ਇਹ ਸੋਚੀ ਸਮਝੀ ਸਕੀਮ ਹੈ ਇਹਨਾਂ ਦੀ। ਔਰ ਪ੍ਰਭਾਵਿਤ ਹੋਣਗੇ? ਨਹੀਂ, ਵੋਟਰ ਜਾਣਦੇ ਆ, ਸਮਝਦੇ ਆ ਸਭ ਕੁਝ। ਵੋਟਰਾਂ ਨੂੰ ਪਤਾ ਹੁਣ ਕਿ 2 ਮਹੀਨੇ ਸਾਨੂੰ, ਜਿੱਦਾਂ ਪਿਛਲੀ ਵਾਰੀ ਨਾ 2017 'ਚ ਇਲੈਕਸ਼ਨਾਂ ਵੇਲੇ ਲਾਲੀਪੌਪ ਦਿੱਤੇ ਸੀਗੇ, ਉਹ ਹਿਸਾਬ ਨਾਲ ਹੁਣ ਵੀ ਇਹ ਕਰ ਰਹੇ ਨੇ। ਤਾਂ ਮਹਿੰਗਾਈ ਦਾ ਮੁੱਦਾ ਵੀ ਇਸ ਵਾਰ ਬਹੁਤ ਰਿਹਾ ਹੈ। ਮਹਿੰਗਾਈ ਦੇ ਕਾਰਨ ਵੀ ਲੋਕਾਂ ਨੂੰ ਬੜੀਆਂ ਦਿੱਕਤਾਂ ਆਈਆਂ ਨੇ। ਭਾਜੀ ਕੀ ਨਾਂ ਜੀ? ਦੁਕਾਨ ਆਪਣੀ ਭਾਜੀ? ਹਾਂਜੀ ਬ੍ਰਿਜਮੋਹਨ ਜੀ। ਅੱਛਾ ਬ੍ਰਿਜਮੋਹਨ ਜੀ, ਕਿਵੇਂ ਹੈ ਇਸ ਵਾਰ ਕਾਂਗਰਸ ਸਰਕਾਰ 5 ਸਾਲ ਲਗਭਗ ਹੋਣ ਜਾ ਰਹੇ ਹੈ ਔਰ ਅੱਗੇ ਫੇਰ ਵੋਟ ਪਾਉਣੀ ਹੈ, ਫੇਰ ਨਵੀਂ ਸਰਕਾਰ ਚੁਣਨੀ ਹੈ। ਪਹਿਲਾਂ ਦੱਸੋ ਵਾਅਦੇ ਪਿਛਲੇ ਪੂਰੇ ਲੱਗਦਾ ਵੀ ਕੀਤੇ ਨੇ ਸਰਕਾਰ ਨੇ? ਦੇਖੋ ਜੀ ਇਹ ਤਾਂ ਸਾਰੇ ਹੀ ਜਾਣਦੇ ਹੈਗੇ ਆ ਕਿ ਵਾਅਦੇ ਕਿੰਨੇ ਕੁ ਪੂਰੇ ਕੀਤੇ ਆ, ਇਹ ਤਾਂ ਆਮ ਪਬਲਿਕ ਨੂੰ ਪਤਾ ਹੀ ਹੈਗਾ। ਤੇ ਚਲੋ ਜਿੰਨਾ ਹੁਣ ਫਾਇਦਾ ਦੇ ਰਹੇ ਨੇ ਇਹ ਲਾਸਟ ਵਿੱਚ ਉਹੀ ਸਹੀ। ਉਹ ਕਹਿੰਦੇ ਨੇ ਜਾਂਦੇ ਚੋਰ ਦੀ ਲੰਗੋਟੀ ਸਹੀ, ਉਹ ਹਾਲ ਹੈਗਾ ਵਾ। ਬਾਕੀ ਦੇਖੋ ਅੱਗੇ ਵਪਾਰੀ ਵਰਗ ਨੂੰ ਕਿਵੇਂ ਰਿਹਾ ਇਹ ਸਰਕਾਰ? ਵਪਾਰੀ ਵਰਗ ਦੇ ਲਈ ਕਿੱਦਾਂ ਰਹੀ? ਕੋਈ ਫਾਇਦਾ ਮਿਲਿਆ, ਕੋਈ ਨੁਕਸਾਨ ਝੱਲਣਾ ਪਿਆ, ਜਾਂ ਦਿੱਕਤਾਂ ਆਈਆਂ, ਜਾਂ ਕਿੱਦਾਂ ਦੀਆਂ ਦਿੱਕਤਾਂ ਆਈਆਂ ਵਪਾਰੀਆਂ ਨੂੰ? ਵਪਾਰੀ ਵਰਗ ਨੂੰ ਤਾਂ ਖੈਰ ਕੋਈ ਐਡੀ ਵੱਡੀ ਗੱਲ ਨਹੀਂ, ਕਿਉਂਕਿ ਇਹਦੇ ਵਿੱਚ ਤਾਂ 2 ਸਾਲ ਤੇ ਕਰੋਨਾ ਦੇ ਲੰਘ ਗਏ। ਤੇ ਮੇਰੇ ਹਿਸਾਬ ਨਾਲ ਤਾਂ ਚਲੋ ਬਾਕੀ ਜਿਹੜੀ ਮਹਿੰਗਾਈ ਹੈ ਉਹ ਤੇ ਹੈ ਹੀ ਹੈ, ਇਹਦੇ ਵਿੱਚ ਤਾਂ ਸਾਰੇ ਪਰੇਸ਼ਾਨ ਹੈਗੇ ਨੇ। ਤੁਹਾਡੇ ਐਮਐਲਏ ਸਾਹਿਬ ਨੇ ਕੰਮ ਕੀਤੇ ਨੇ ਜਿੰਨੇ ਵਾਅਦੇ ਕੀਤੇ ਸੀਗੇ? ਪੂਰੇ ਰਾਹਤ ਮਿਲੀ ਹੈ, ਸੁਵਿਧਾਵਾਂ ਮਿਲੀਆਂ ਲੋਕਾਂ ਨੂੰ? ਦੇਖੋ ਜੀ ਐਮਐਲਏ ਸਾਹਿਬ ਵੀ ਕਰ ਰਹੇ ਨੇ, ਤਾਂ ਇਹ ਨਹੀਂ ਗੱਲ ਹੈਗੀ, ਪਰ ਫਿਰ ਵੀ ਲੋਕਾਂ ਦਾ ਜਿਹੜਾ ਵਿਚਾਰ ਹੈ ਉਹ ਤਾਂ ਹੁਣ ਵੋਟਾਂ ਆਉਣ 'ਤੇ ਦੱਸਣਗੇ ਕੀ ਹੁੰਦਾ ਹੈ। ਤਾਂ ਬਿਲਕੁਲ ਸਾਇਲੈਂਟ ਵੋਟਰ ਵੀ ਵੱਡੀ ਤਾਦਾਦ ਦੇ ਵਿੱਚ ਹੈ ਇਸ ਵਾਰ। ਸਪਸ਼ਟ ਤੌਰ ਦੇ ਉੱਤੇ ਵੋਟਰ ਨਹੀਂ ਕਹਿਣਾ ਚਾਹੁੰਦੇ ਵੀ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਨੇ, ਕਿਸ ਪਾਰਟੀ ਦੇ ਵਿੱਚ ਜਾਣਾ ਚਾਹੁੰਦੇ ਨੇ ਔਰ ਕਿਸ ਤਰੀਕੇ ਦਾ ਇਸ ਵਾਰ ਵੋਟਰਾਂ ਦਾ ਰੁਝਾਨ ਹੈ। ਪਰ ਕਿਤੇ ਨਾ ਕਿਤੇ ਥੋੜ੍ਹੇ ਜਿਹੇ ਨਾਖੁਸ਼ ਜ਼ਰੂਰ ਨੇ ਕਾਂਗਰਸ ਸਰਕਾਰ ਦੀ ਗੱਲ ਬੇਸ਼ੱਕ ਭਾਵੇਂ ਕਰ ਲਈ ਜਾਵੇ। ਤਾਂ ਇੱਕ ਭੈਣ ਹੈ ਦੁਕਾਨ ਦੇ ਉੱਤੇ ਗੱਲਬਾਤ ਕਰਨ ਦੀ। ਭਾਜੀ ਕੀ ਨਾਂ ਤੁਹਾਡਾ ਜੀ? ਮੁਕੇਸ਼ ਜੀ, ਇਹ 5 ਸਾਲਾਂ ਨੂੰ ਕਿਵੇਂ ਦੇਖ ਰਹੇ ਹੋ ਕਾਂਗਰਸ ਸਰਕਾਰ ਦੇ? ਪਹਿਲਾਂ ਦੱਸੋ ਤੁਹਾਡੇ ਹਲਕੇ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀ ਹੱਲ ਹੋਈਆਂ? ਨਹੀਂ ਉਸ ਤਰ੍ਹਾਂ ਹੀ ਕਿਹੜੀ ਸਮੱਸਿਆ ਲੱਗਦੀ? ਸਾਰੀਆਂ ਸਮੱਸਿਆਵਾਂ ਉਸ ਤਰ੍ਹਾਂ ਹੀ ਹੈ ਜਿਹੜੀਆਂ ਸੀ। ਹੁਣ ਦੇਖੋ ਆਮ ਆਦਮੀ ਪਾਰਟੀ ਕੀ ਕਰਦੀ ਹੈ। ਅੱਛਾ, ਤਾਂ ਕਿਹੜੇ 3 ਮੁੱਦੇ ਹੋਣਗੇ ਇਸ ਵਾਰ ਮਾਈਂਡ ਦੇ ਵਿੱਚ ਫਿਰ ਵੋਟ ਦਿਓਗੇ? ਚਲੋ ਮੈਂ ਪਾਰਟੀ ਦਾ ਨਹੀਂ ਕਹਿੰਦਾ ਵੀ ਕਿਹੜੀ ਪਾਰਟੀ ਨੂੰ ਦੇਣੀ ਜਾਂ ਨਹੀਂ ਦੇਣੀ ਵੋਟ, ਪਰ ਮਾਈਂਡ ਦੇ ਵਿੱਚ ਕਿਹੜੇ ਮੁੱਦੇ ਰਹਿਣਗੇ ਇਸ ਵਾਰ ਵੀ ਉਹ ਸੋਚ ਕੇ ਵੋਟ ਦੇਣੀ ਹੈ? ਜਿਹੜੀ ਆਮ ਆਦਮੀ ਪਾਰਟੀ ਦੀ ਗੱਲਾਂ ਕੀਤੀਆਂ ਬਿਜਲੀ ਬਾਰੇ, ਵਪਾਰ ਬਾਰੇ, ਉਹ ਵਧੀਆ ਲੱਗੀਆਂ ਸਾਨੂੰ। ਅੱਛਾ ਜੀ। ਹਾਂਜੀ। ਤਾਂ ਫਿਰ ਭੈਣ ਜੀ ਤੁਹਾਡੇ ਨਾਲ ਵੀ ਗੱਲ ਜ਼ਰੂਰ ਕਰਨੀ ਚਾਹੂੰਗੀ। ਕੀ ਨਾਂ ਤੁਹਾਡਾ? ਅੱਛਾ, ਮਹਿਲਾਵਾਂ ਨੂੰ ਕਿਰਾਇਆ ਮੁਫਤ ਕੀਤਾ ਸੀਗਾ ਬੱਸਾਂ ਦੇ ਵਿੱਚ, ਰਾਹਤ ਲੱਗਦੀ ਹੈ ਉਹ ਮਿਲੀ ਹੈ ਜਾਂ ਮਹਿਲਾਵਾਂ ਨੂੰ ਕਾਂਗਰਸ ਸਰਕਾਰ ਨੇ ਕੋਈ ਦੇਣ ਦਿੱਤੀ ਹੈ ਇਸ ਵਾਰ? ਨਹੀਂ। ਕੀ ਸਮੱਸਿਆਵਾਂ ਆਉਂਦੀਆਂ ਨੇ? ਮਹਿੰਗਾਈ ਸਭ ਤੋਂ ਪਹਿਲੀ ਮਾਰ ਕਹਿੰਦੇ ਮਹਿਲਾਵਾਂ ਨੂੰ ਘਰੇ ਪੈਂਦੀ ਹੈ ਜਦੋਂ ਸਿਲੰਡਰ ਮਹਿੰਗਾ ਹੋ ਜਾਂਦਾ, ਜਦੋਂ ਦਾਲਾਂ ਮਹਿੰਗੀਆਂ ਹੋ ਜਾਂਦੀਆਂ ਨੇ। ਹਾਂਜੀ ਇਹ ਤਾਂ ਹੈ, ਮਹਿੰਗਾਈ ਤਾਂ ਬਹੁਤ ਹੈ। ਕੋਈ ਰਾਹਤ ਲੱਗਦੀ ਹੈ ਮਿਲੀ ਇਹਨਾਂ 5 ਸਾਲਾਂ 'ਚ? ਕੋਈ ਰਾਹਤ ਨਹੀਂ। ਅੱਛਾ, ਲੋਕ ਲੀਡਰ ਹੁਣ ਤਾਂ ਕਈ ਲੀਡਰ ਮੈਂ ਦੇਖਿਆ ਜਲੇਬੀਆਂ ਵੀ ਕੱਢ ਰਹੇ ਨੇ, ਕਈ ਹਾਕੀ ਖੇਡ ਰਹੇ ਨੇ, ਕੋਈ ਨੱਚ ਰਹੇ ਨੇ ਸਟੇਜਾਂ ਦੇ ਉੱਤੇ। ਇਹ ਚੀਜ਼ਾਂ ਪ੍ਰਭਾਵਿਤ ਕਰ ਪਾਉਗੀਆਂ ਵੋਟਰ ਨੂੰ ਇਸ ਵਾਰ? ਨਹੀਂ। ਤਾਂ ਬਿਲਕੁਲ ਕਹਿੰਦੇ ਵੀ ਲੀਡਰ ਬੇਸ਼ੱਕ ਹੁਣ ਜਿਸ ਤਰੀਕੇ ਦਾ ਮਰਜ਼ੀ ਪੈਂਤੜੇ ਅਪਣਾਉਣ, ਪਰ ਵੋਟਰ ਨੂੰ ਇਸ ਵਾਰ ਪ੍ਰਭਾਵਿਤ ਕਰਨਾ ਕੋਈ ਆਸਾਨ ਕੰਮ ਨਹੀਂ ਹੈ, ਕਿਉਂਕਿ ਸੁਲਝਿਆ ਹੋਇਆ ਵੋਟਰ ਹੈ। ਤਾਂ ਭੈਣਾਂ ਹੋਰ ਵੀ ਬਾਜ਼ਾਰ ਦੇ ਵਿੱਚ ਪਹੁੰਚੀਆਂ ਨੇ। ਭੈਣ ਜੀ ਕੀ ਨਾਂ ਔਰ ਕਿੱਥੋਂ ਆਏ ਹੋ? ਨਾਰਨੌਲ ਤੋਂ। ਅੱਛਾ, ਬੱਸੇ ਸਫ਼ਰ ਕਰਕੇ ਹੋਏ, ਕਿਰਾਇਆ ਤਾਂ ਲੱਗਾ ਹੋਊਗਾ? ਕਿਰਾਇਆ ਹੀ ਲੱਗਿਆ। ਹਾਂਜੀ ਲੱਗਾ ਸੀਗਾ। ਹਾਂਜੀ। ਅੱਛਾ, ਪ੍ਰਾਈਵੇਟ ਬੱਸ ਤੇ ਆਉਣਾ ਪੈਂਦਾ? ਸਰਕਾਰੀ ਬੱਸ ਆਉਂਦੀ ਹੈ ਇਹਨਾਂ ਪਿੰਡਾਂ ਨੂੰ? ਨਾ। ਅੱਛਾ, ਇਹ ਸਮੱਸਿਆ ਹੈਗੀ ਆ? ਨਾ, ਕੋਈ ਸਮੱਸਿਆ ਨਹੀਂ।
ਅੱਛਾ, ਜਿਹੜੇ ਇਹ ਕੈਪਟਨ ਸਰਕਾਰ ਨੇ ਜਾਂ ਕਹਿ ਲਈਏ ਉਸ ਤੋਂ ਬਾਅਦ ਹੁਣ ਚੰਨੀ ਸਰਕਾਰ ਵੀ ਬਣੀ 1.5-2 ਮਹੀਨਾ ਹੋ ਗਿਆ, ਕੁਝ ਰਾਹਤ ਮਿਲੀ ਹੈ? ਕੋਈ ਮਹਿੰਗਾਈ ਤੋਂ ਰਾਹਤ ਕਹਿ ਲਈਏ, ਜਾਂ ਜੋ ਵਾਅਦੇ ਕੀਤੇ ਸੀ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ, ਕੁਝ ਲੱਗਦਾ? ਨਾ ਕੋਈ ਨਹੀਂ ਮਿਲਿਆ। ਕੀ ਸਮੱਸਿਆਵਾਂ ਨੇ ਪਿੰਡਾਂ ਦੇ ਵਿੱਚ ਆ ਰਹੀਆਂ? ਮਹਿੰਗਾਈ ਇਹੋ ਅੱਜ ਮਹਿੰਗਾਈ, ਨਾ ਕੋਈ ਬਿੱਲ ਮਾਫ ਨਾ ਕੋਈ ਕੁਛ। ਅੱਛਾ, ਸਰਕਾਰ ਤਾਂ ਕਹਿੰਦੀ ਪਿਛਲੇ ਬਿੱਲ ਸਾਰੇ ਮਾਫ ਕਰ ਦਿੱਤੇ ਆ, ਤੁਹਾਡਾ ਬਿੱਲ ਮਾਫ ਹੋ ਗਿਆ ਕਿ ਨਹੀਂ? ਨਹੀਂ ਹੋਇਆ। ਕਿੰਨੇ ਕਿਲੋਵਾਟ ਤੱਕ ਦੀ ਹੈ ਤੁਹਾਡਾ ਹੈਗਾ ਲੋਡ ਦਾ ਪਤਾ ਕਿੰਨਾ? ਲੱਗ ਗਈ ਹੈ 200 ਕਿਲੋਮੀਟਰ ਤੋਂ ਉਰੇ ਹੀ ਹੈ। ਅੱਛਾ, ਇਹ ਦੱਸਿਓ, ਪਾਣੀ ਪੂਣੀ ਦੀ ਦਿੱਕਤ ਵੀ ਆਉਂਦੀ ਹੈ ਇਸ ਏਰੀਏ ਦੇ ਵਿੱਚ? ਪਾਣੀ ਦੀ ਦਿੱਕਤ ਤਾਂ ਹੈਗੀ ਸੀਗੀ, ਮਗਰ ਹੁਣ ਤਾਂ ਠੀਕ ਹੈ, ਪਾਣੀ ਤਾਂ ਆਉਣ ਲੱਗ ਪਿਆ ਹੈ ਹੁਣ। ਐਮਐਲਏ ਸਾਹਿਬ ਨੇ ਮਸਲੇ ਹੱਲ ਕਰਾਏ 5 ਸਾਲਾਂ ਦੇ ਵਿੱਚ? ਨਹੀਂ। ਹੈਗੀ ਪਰੇਸ਼ਾਨੀ ਇਸ ਵਾਰ? ਹਾਂਜੀ, ਪਰੇਸ਼ਾਨੀ ਤਾਂ ਹੈ ਹੀ ਹੈ, ਬਥੇਰੀਆਂ ਪਰੇਸ਼ਾਨੀਆਂ। ਜਦੋਂ ਇਸ ਵਾਰ ਵੋਟ ਕਰਨ ਜਾਓਗੇ, ਮਾਈਂਡ ਦੇ ਵਿੱਚ ਕਿਹੜੀਆਂ 3 ਚੀਜ਼ਾਂ ਰੱਖੋਗੇ ਵੀ ਆਹ 3 ਚੀਜ਼ਾਂ ਆਪਾਂ ਧਿਆਨ 'ਚ ਰੱਖ ਕੇ ਫਿਰ ਵੋਟ ਪਾਉਣੀ ਹੈ, ਕਿਉਂਕਿ ਇਹ ਮੁੜ ਕੇ ਦੁਬਾਰਾ ਮੌਕਾ 5 ਸਾਲ ਬਾਅਦ ਆਉਣਾ ਹੈ? ਬਿਜਲੀ ਦੇ ਬਿੱਲ, ਪਾਣੀ ਦੀ ਸਮੱਸਿਆ ਹੋ ਜਾਵੇ, ਮਤਲਬ ਕਿ ਆਉਣ ਜਾਣ ਦੇ ਸਾਧਨ ਵੀ ਜਿਹੜੇ ਥੋੜੇ ਹੋਣ। ਇਸ ਏਰੀਏ ਦੇ ਵਿੱਚ ਸਮੱਸਿਆ ਹੈਗੀ ਹੈ ਬੱਸਾਂ ਦੀ? ਹਾਂਜੀ। ਬੇਸ਼ੱਕ ਕਿਰਾਇਆ ਮਾਫ ਕਰ ਦਿੱਤਾ, ਪਰ ਸਰਕਾਰੀ ਬੱਸ ਹੀ ਨਹੀਂ ਆਊਗੀ ਤਾਂ ਫਿਰ ਕਿਰਾਇਆ ਤਾਂ ਪ੍ਰਾਈਵੇਟ ਵਾਲੇ ਤਾਂ ਜ਼ਰੂਰ ਲੈਣਗੇ। ਹਾਂਜੀ। ਪ੍ਰਾਈਵੇਟ ਬੱਸਾਂ ਵਾਲਿਆਂ ਨੇ ਥੋੜਾ ਮਾਫ ਕਰਨਾ ਹੈ। ਤਾਂ ਹਰ ਵਰਗ ਦੀ ਸਮੱਸਿਆ ਕਿਤੇ ਨਾ ਕਿਤੇ ਜ਼ਰੂਰ ਹੈਗੀ ਹੈ। ਤਾਂ ਲਗਾਤਾਰ ਸਰਵੇ ਅਸੀਂ ਕਰ ਰਹੇ ਹਾਂ ਵਿਧਾਨ ਸਭਾ ਹਲਕਾ ਦਸੂਹਾ ਦਾ ਕੰਢੀ ਖੇਤਰ ਦੇ ਵਿੱਚ। ਇਸ ਸਮੇਂ ਦਤਾਰਪੁਰ ਬਾਜ਼ਾਰ ਦੇ ਵਿੱਚ ਆ, ਤਾਂ ਦੁਕਾਨਦਾਰ ਵੀਰਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰ ਰਹੇ ਚਾਹਾਂਗੇ। ਬਾਈ ਜੀ, ਕੀ ਨਾਂ ਤੁਹਾਡਾ ਜੀ? ਮੇਰਾ ਰਾਜੇਸ਼ ਸੋਨੀ ਜੀ। ਰਜੇਸ਼ ਜੀ, ਕਦੋਂ ਤੋਂ ਕੰਮਕਾਰ ਕਰ ਰਹੇ ਹੋ ਜੁੱਤੀਆਂ ਦਾ? ਮੈਨੂੰ ਲਗਭਗ 17-18 ਸਾਲ ਹੋ ਗਏ ਜੀ। ਅੱਛਾ, 17-18 ਸਾਲ ਹੋ ਗਏ। ਤੇ ਪਿਛਲੇ 5 ਸਾਲ ਜਿਹੜੇ ਕਾਂਗਰਸ ਦੇ ਸਰਕਾਰ ਦੇ ਹੁਣ ਲਗਭਗ ਪੂਰੇ ਹੋ ਜਾਣੇ ਆ। ਕੈਪਟਨ ਸਾਹਿਬ ਸੀਗੇ, ਉਹ ਕਹਿੰਦੇ ਮੈਂ 92% ਬਾਹਰ ਦੇ ਪੂਰੇ ਕੀਤੇ, ਪਰ ਫਿਰ ਵੀ ਲਾਤਾ ਉਹਨਾਂ ਨੂੰ। ਅੱਗੇ ਸੀਐਮ ਚੰਨੀ ਆਏ ਨੇ। ਲੱਗਦਾ ਹੈ ਜੋ ਵਾਅਦੇ ਕੀਤੇ ਸੀ ਕਾਂਗਰਸ ਨੇ 2017 ਦੇ ਵਿੱਚ, ਉਹ ਪੂਰੇ ਹੋਏ ਜਾਂ ਕਿੰਨੇ ਪੂਰੇ ਹੋਏ? ਨਹੀਂ ਜੀ, ਮੈਂ ਤਾਂ ਨਹੀਂ ਸਮਝਦਾ ਜੀ। ਬੇਰੋਜ਼ਗਾਰੀ ਦੇਖੋ ਕਿੰਨੀ, ਇਹਨਾਂ ਨੇ ਨੌਕਰੀਆਂ ਦਾ ਕਿਹਾ, ਕਿਸੇ ਨੂੰ ਨੌਕਰੀਆਂ ਨਹੀਂ ਮਿਲੀਆਂ। ਅਸੀਂ ਹੁਣ ਐਤਕੀ ਸੋਚਿਆ ਕਿ ਆਮ ਆਦਮੀ ਪਾਰਟੀ ਦਾ ਜਿੱਦਾਂ ਦਿੱਲੀ 'ਚ ਚਲਾ ਰਹੇ ਹੈ, ਸ਼ਾਇਦ ਇੱਥੇ ਉਹਨਾਂ ਕੋਲੋਂ ਕਾਫੀ ਉਮੀਦ ਹੈ ਸਾਨੂੰ। ਅੱਛਾ, ਜ਼ਿਹਨ 'ਚ ਕਿਹੜੇ ਮੁੱਦੇ ਰਹਿਣਗੇ ਇਸ ਵਾਰ? 3 ਮੁੱਦੇ ਵੀ ਆਹ ਚੀਜ਼ਾਂ ਸੋਚ ਕੇ ਵੋਟ ਪਾਉਣੀ ਹੈ ਆਪਾਂ। ਦੇਖੋ ਜੀ, ਇੱਕ ਤੇ ਮਹਿੰਗਾਈ ਤੇ ਥੋੜਾ ਕਾਬੂ ਹੋਏ, ਇੱਕ ਮੈਡੀਕਲ ਫੈਸਿਲਿਟੀ ਸਾਨੂੰ ਚਾਹੀਦੀ ਹੈ, ਇੱਕ ਸਿੱਖਿਆ, ਮੇਨ ਸਾਡੇ 3 ਮੁੱਦੇ ਹੈਗੇ, ਇੱਕ ਨੌਕਰੀਆਂ। ਇਹ 3 ਚੀਜ਼ਾਂ ਹੋਣ ਤੇ। ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ, ਆਮ ਆਦਮੀ ਪਾਰਟੀ ਦੇ ਆਪਣੇ ਐਮਐਲਏ ਦੌੜੀ ਜਾਂਦੇ ਨੇ ਪਾਰਟੀ ਛੱਡ ਕੇ। ਨਹੀਂ, ਐਤਕੀ ਮਤਲਬ ਕੁਝ ਪੰਜਾਬ 'ਚ ਕਰਨਗੇ ਜੀ ਉਹ, ਉਹਨਾਂ ਕੋਲੋਂ ਸਾਨੂੰ ਪੂਰੀ ਉਮੀਦ ਹੈ। ਵਪਾਰੀਆਂ ਦਾ ਕਿਵੇਂ ਰਿਹਾ ਹੈ ਇਹ ਪੂਰਾ 5 ਸਾਲ ਦਾ, ਕਿਵੇਂ ਰਿਹਾ ਇਹ ਸਮਾਂ? ਦੇਖੋ, ਵਪਾਰ ਨੂੰ ਵੀ ਚੰਗਾ ਹੁੰਗਾਰਾ ਦਿੱਤਾ ਉਹਨਾਂ ਨੇ, ਆਮ ਆਦਮੀ ਪਾਰਟੀ। ਕਾਂਗਰਸ ਸਰਕਾਰ ਦੀ ਮੈਂ ਗੱਲ ਕਰ ਰਿਹਾ। ਨਹੀਂ, ਕਾਂਗਰਸ ਤੇ ਅਸੀਂ ਦੇਖ ਲਿਆ ਜੀ ਇੰਨੇ ਸਾਲ, ਸਾਨੂੰ ਤੇ ਕੁਝ ਨਹੀਂ ਮਤਲਬ। ਅੱਛਾ, ਇਹ ਜਿਹੜਾ ਕੰਢੀ ਖੇਤਰ ਹੈ ਜ਼ਿਆਦਾ ਹਿੰਦੂ ਭਾਈਚਾਰਾ ਇੱਧਰ ਰਹਿੰਦਾ, ਹਾਲਾਂਕਿ ਚਲੋ ਸਾਰੇ ਇਨਸਾਨੀਅਤ ਹੋਣੀ ਚਾਹੀਦੀ ਹੈ, ਇਨਸਾਨ 'ਚ ਹਿੰਦੂ ਸਿੱਖ ਈਸਾਈ ਇਹ ਤਾਂ ਕੋਈ ਮੈਟਰ ਨਹੀਂ ਕਰਦੀਆਂ ਚੀਜ਼ਾਂ, ਪਰ ਫਿਰ ਵੀ ਜਦੋਂ ਸਿਆਸਤ ਦੀ ਗੱਲ ਆਉਂਦੀ ਹੈ ਤਾਂ ਇਹ ਚੀਜ਼ਾਂ ਉੱਥੇ ਮੈਟਰ ਕਰਦੀਆਂ ਨੇ ਉਹਨਾਂ ਲੀਡਰਾਂ ਦੇ ਲਈ। ਤਾਂ ਇਹ ਹਿੰਦੂ ਬੈਲਟ ਹੈ ਪੂਰੀ। ਤਾਂ ਕੋਈ ਬੀਜੇਪੀ ਦਾ ਕਿਵੇਂ ਦਾ ਆਧਾਰ ਹੈ ਇਸ ਖੇਤਰ ਦੇ ਵਿੱਚ? ਬੀਜੇਪੀ ਕਿੱਥੇ ਕੁ ਖੜੀ ਹੈ? ਬੀਜੇਪੀ ਦੇਖੋ, ਪਹਿਲੇ ਤੇ ਕੁਝ ਟਾਈਮ ਤੇ ਠੀਕ ਸੀਗਾ, ਪਰ ਹੁਣ ਉਹਨਾਂ ਦੀਆਂ ਥੋੜੀਆਂ ਨੀਤੀਆਂ ਠੀਕ ਨਹੀਂ ਹੈ। ਪਹਿਲੇ ਤੇ ਠੀਕ ਚੱਲ ਰਿਹਾ ਸੀਗਾ ਉਹਨਾਂ ਦਾ, ਬੀਜੇਪੀ ਦਾ, ਤੇ ਅੱਜ ਕੱਲ੍ਹ ਕੁਝ ਇਦਾਂ ਹੀ ਹੈ ਥੋੜਾ। ਅੱਛਾ, ਅਕਾਲੀ ਦਲ ਬੀਐਸਪੀ ਦੀ ਗੱਲ ਕੀਤੀ ਜਾਵੇ, ਉਹ ਕਿੱਥੇ ਖੜੇ ਨੇ? ਅਕਾਲੀਆਂ ਦਾ ਵੀ ਠੀਕ ਹੈ ਜੀ, ਸਾਰੇ ਆਪਣੀ ਆਪਣੀ ਪਾਰਟੀਆਂ ਦਾ ਕਰ ਰਹੇ ਆ, ਸਾਰੀ ਆਪਣੀ ਜਗ੍ਹਾ ਠੀਕ ਹੈਗੇ। ਤਾਂ ਬਿਲਕੁਲ ਕਹਿੰਦੇ ਨੇ ਵੀ ਇਸ ਵਾਰ 3 ਮੁੱਦੇ ਜ਼ਿਹਨ ਦੇ ਵਿੱਚ ਜ਼ਰੂਰ ਰਹਿਣਗੇ। ਇੱਕ ਤਾਂ ਮਹਿੰਗਾਈ, ਦੂਸਰਾ ਬੇਰੁਜ਼ਗਾਰੀ, ਔਰ ਤੀਸਰਾ ਜਿਵੇਂ ਬਿਜਲੀ ਦੀ ਗੱਲ ਕੀਤੀ ਜਾਵੇ। ਬੇਸ਼ੱਕ ਕੈਪਟਨ ਸਰਕਾਰ ਗਈ, ਉਸ ਤੋਂ ਬਾਅਦ ਚੰਨੀ ਸਰਕਾਰ ਆਈ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਾਣੀ ਦੇ ਬਿੱਲ ਮਾਫ ਕਰ ਦਿੱਤੇ ਨੇ, ਸੁਵਿਧਾਵਾਂ ਪਿੰਡਾਂ ਦੇ ਵਿੱਚ ਪਹੁੰਚ ਗਈਆਂ ਨੇ। ਪਰ ਕੰਢੀ ਖੇਤਰ ਦੇ ਵਿੱਚ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ, ਉਹ ਪਾਣੀ ਦੀ ਵੱਡੀ ਸਮੱਸਿਆ, ਉਹ ਅੱਜ ਵੀ ਕਹਿੰਦੇ ਬਰਕਰਾਰ ਆ। ਇੱਥੇ ਅੱਜ ਵੀ ਲੋਕਾਂ ਨੂੰ ਪਾਣੀ ਦੀ ਦਿੱਕਤ ਪਿੰਡਾਂ ਦੇ ਵਿੱਚ ਆਉਂਦੀ ਹੈ। ਤਾਂ ਕਿਸਾਨੀ ਦੇ ਨਾਲ ਇਹ ਜੁੜੀ ਇੱਕ ਦੁਕਾਨ ਹੈ। ਬਾਪੂ ਜੀ, ਕੀ ਨਾਂ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਡਾਕਟਰ ਸੁਦਰਸ਼ਨ ਕੁਮਾਰ ਚੌਹਾਨ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਾਂਗਰਸ ਸਰਕਾਰ ਨੂੰ ਲਗਭਗ 5 ਸਾਲ ਪੂਰੇ ਹੋ ਜਾਣੇ ਅੱਗੇ ਫਿਰ ਵੋਟ ਪਾਉਣੀ ਹੈ, ਕਿਹੜੇ 3 ਮੁੱਦੇ ਇਸ ਵਾਰ ਜ਼ਿਹਨ 'ਚ ਰਹਿਣਗੇ ਫਿਰ ਵੋਟ ਪਾਓਗੇ? ਦੇਖੋ ਜੀ, ਮੇਰੀ ਗੱਲ ਸੁਣੋ ਜੀ। ਕਾਂਗਰਸ ਪਾਰਟੀ ਨੇ ਜਿੰਨੇ ਦਿਨ ਅਮਰਿੰਦਰ ਰਿਹਾ, 4 ਸਾਲ ਕੁਝ ਨਹੀਂ ਕੀਤਾ। 4 ਸਾਲ ਤੋਂ ਬਾਅਦ ਤਦ ਹੀ ਉਹਦਾ ਹਸ਼ਰ ਇਸ ਤਰੀਕੇ ਨਾਲ ਹੋਇਆ ਜੀ। ਬਾਕੀ ਜਿਹੜੀ ਕਾਂਗਰਸ ਪਾਰਟੀ ਹੈ, ਮੈਂ ਸਾਨੂੰ 1960 ਤੋਂ ਲੈ ਕੇ ਕਾਂਗਰਸੀ ਹਾਂ। ਜਵਾਹਰ ਲਾਲ ਨਹਿਰੂ ਨੂੰ ਜਾ ਕੇ ਮਿਲੇ ਸੀਗੇ, ਉਹਦੀ ਜਿਲੇ ਸ਼ਕਲ ਦੇਖੀ ਹੈ ਮੈਂ ਵੀ ਉਸੇ ਤਰ੍ਹਾਂ ਹੀ ਬਣ ਗਿਆ ਤੇ ਮੈਂ ਵੀ ਕਾਂਗਰਸ ਦੇ ਪੈਨੂੰਗਾ। ਅਸੀਂ ਮਿਲਣ ਵਾਸਤੇ ਉਹਨੂੰ ਦਿੱਲੀ ਗਏ ਸੀਗੇ, ਐਗਜ਼ੀਬਿਸ਼ਨ ਦਾ ਉਦਘਾਟਨ ਕਰਵਾਉਣਾ ਸੀ। ਮੈਂ ਸਰਵਿਸ ਕਰਦਾ ਸੀ ਚੰਡੀਗੜ੍ਹ ਜੀ।
ਉਹਨਾਂ ਨੇ ਮੰਨ ਲਿਆ ਵੀ ਮੈਂ ਉਦਘਾਟਨ ਤੇ ਆਉਂਗਾ ਜੀ ਉਦਘਾਟਨ ਕੀਤਾ ਉਹਨਾਂ ਨੇ ਸਾਰੇ ਸਟਾਲਾਂ ਤੇ ਮੈਂ ਉਹਨਾਂ ਨੂੰ ਘੁਮਾਇਆ ਔਰ ਜਿਹੜਾ ਉਹਨਾਂ ਨੇ ਵਰਦੀ ਪਾਈ ਸੀ ਜੀ ਗਾਂਧੀ ਜੀ ਟੋਪੀ ਚਿੱਟਾ ਕੁੜਤਾ ਚਿੱਟਾ ਪਜਾਮਾ ਜੀ ਚਿੱਟੀ ਜੈਕਟ ਜੀ ਮੈਂ ਵੀ ਉਹੀ ਡਰੈਸ ਪਾਈ ਸੀ ਅੱਛਾ ਜੀ ਹਾਂਜੀ ਤੇ ਅਸੀਂ ਮੁੱਢ ਤੋਂ ਲੈ ਕੇ ਕਾਂਗਰਸੀ ਰਹੇ ਹਾਂ 30 ਸਾਲ ਮੈਂ ਬਲਾਕ ਕਾਂਗਰਸ ਕਮੇਟੀ ਤੋੜੇ ਦਾ ਪ੍ਰੈਜ਼ੀਡੈਂਟ ਰਿਹਾ ਅੱਛਾ ਜੀ ਔਰ ਸਾਰੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਜੀ ਉਸ ਤੋਂ ਬਾਅਦ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੈਨੂੰ ਪ੍ਰੈਜ਼ੀਡੈਂਟ ਬਣਾਤਾ ਉਹਨਾਂ ਨੇ ਜੀ ਸਾਡੇ ਇੱਥੇ ਕੋਆਪਰੇਟਿਵ ਸੁਸਾਇਟੀ ਸੀਗੀ ਜੀ 3 ਸਾਲ ਦਾ ਉਹਦਾ ਹਰ ਸਾਲ ਹੁੰਦਾ 3 ਸਾਲ ਮੈਨੂੰ ਪ੍ਰੈਜ਼ੀਡੈਂਟ ਬਣਾਇਆ 3 ਸਾਲ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਨੇ ਮੈਨੂੰ ਬਣਾਤਾ ਅੱਛਾ ਤੁਹਾਡਾ ਲੰਮਾ ਸਮਾਂ ਕਾਂਗਰਸ ਦੇ ਵਿੱਚ ਰਹੇ ਹੋ ਤਾਂ ਇਹ 5 ਸਾਲ ਦੇ ਸਮੇਂ ਦੀ ਮੈਂ ਗੱਲ ਕਰ ਰਿਹਾ 5 ਸਾਲ 'ਚ ਜੋ ਕਾਂਗਰਸ ਨੇ ਵਾਅਦੇ ਪੂਰੇ ਕੀਤੇ ਸੀਗੇ ਉਹ ਵਾਅਦੇ ਪੂਰੇ ਹੋਏ ਜਾਂ ਕੀ ਸਮੱਸਿਆਵਾਂ ਰਹਿ ਗਈਆਂ ਹਲਕੇ ਦੀਆਂ ਦੇਖੋ ਜੀ ਅਮਰਿੰਦਰ ਨੇ ਤਾਂ ਅਕਾਲੀ ਦੀ ਮਦਦ ਕੀਤੀ ਹੈ ਅਕਾਲੀ ਪਾਰਟੀ ਦੀ ਮਦਦ ਕੀਤੀ ਹੈ ਜੋ ਉਹਨਾਂ ਨੇ ਕੀਤਾ ਹੋਇਆ ਸੀ ਉਹਨਾਂ ਬਾਰੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੇ ਕਰਾਵਾਂਗੇ ਕੁਛ ਨਾ ਕੁਛ ਉਹਨਾਂ ਨੇ ਕੋਈ ਕੇਸ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਹਾਂਜੀ ਇਸ ਕਰਕੇ ਇਹ ਹੁਣ ਜਿਹੜੀ ਪੋਜੀਸ਼ਨ ਹੈਗੀ ਹੈ ਕਾਂਗਰਸ ਦੀ ਮੈਂ ਸਾਨੂੰ 1960 ਤੋਂ ਲੈ ਕੇ ਕਾਂਗਰਸੀ ਹਾਂ ਕਾਂਗਰਸ ਦੇ ਕੰਮ ਕੀਤੇ ਸਾਡਾ ਜਿਹੜਾ MLA ਰਮੇਸ਼ ਚੰਦਰ ਡੋਗਰਾ ਸੀਗਾ ਉਹ ਸਾਡਾ ਕਲਾਸ ਫੈਲੋ ਸੀ ਅਸੀਂ ਉਹਦੇ ਨਾਲ ਚੱਲੇ ਹਾਂ 4 ਇਲੈਕਸ਼ਨ ਜਿਤਾਏ ਹੈ ਗਿਆਨੀ ਜੈਲ ਸਿੰਘ ਨੂੰ ਜਿਤਾਇਆ ਕਰਤਾਰ ਸਿੰਘ ਨੂੰ ਜਿਤਾਇਆ ਗੁਰਬਚਨ ਸਿੰਘ ਚੀਮੇ ਨੂੰ ਜਿਤਾਇਆ ਔਰ ਬਿਲਕੁਲ ਅਸੀਂ ਠੀਕ ਚੱਲੇ ਹਾਂ ਇਹ ਹੁਣ ਦੇ ਜਿਹੜੇ MLA ਅੱਜ ਕੱਲ੍ਹ ਦੇ ਨਵੇਂ ਬਣ ਰਹੇ ਹੈ ਇਹ ਕਿਸੇ ਬਰਕਤ ਦੀ ਪਰਵਾਹ ਨਹੀਂ ਕਰਦੇ ਅੱਛਾ ਜੀ ਕਿਸੇ ਨੂੰ ਨਹੀਂ ਜਾਣਦੇ ਵੀ ਕੌਣ ਹੈ ਅਸੀਂ 60 ਸਾਲ ਤੋਂ ਲੈ ਕੇ ਕੰਮ ਕਰ ਰਹੇ ਹਾਂ ਸਾਨੂੰ ਦਿਖਿਆ ਹੀ ਨਹੀਂ ਵੀ ਬੰਦਾ ਕੌਣ ਹੈ ਕੌਣ ਨਹੀਂ ਹੈ ਅੱਛਾ ਜੀ ਸਾਡੇ MLA ਨੇ ਇਸ ਕਰਕੇ ਅਸੀਂ ਤਾਂ ਕਹਿੰਦੇ ਹਾਂ ਭਈ ਜਿਹੜੀ ਪਾਰਟੀ ਆਈ ਹੈ ਕੇਜਰੀਵਾਲ ਦੀ ਇਸ ਵੇਲੇ ਉਹਨੇ ਦਿੱਲੀ ਦੇ ਵਿੱਚ ਕੰਮ ਚੰਗਾ ਕੀਤਾ ਸਾਡੇ ਵੀ ਪਹਿਲੀ ਵਾਰੀ ਇਲੈਕਸ਼ਨ ਲੜਿਆ ਔਰ ਚੰਗੀਆਂ ਸੀਟਾਂ ਲਈਆਂ ਇਸ ਕਰਕੇ ਵੋਟ ਹੀ ਉਹਨੂੰ ਪਾਣੀ ਚਾਹੀਦੀ ਔਰ ਚੀਫ ਮਿਨਿਸਟਰ ਬਣਾਉਣਾ ਚਾਹੀਦਾ ਅਕਾਲੀ ਦਲ BSP ਨੂੰ ਕਿਵੇਂ ਦੇਖ ਰਹੇ ਹੋ ਨਵਾਂ ਗੱਠਜੋੜ ਬਣਿਆ ਹੈ ਉਹ ਕਿਵੇਂ ਦੇਖ ਰਹੇ ਹੋ ਉਹ ਜਿਹੜਾ ਗੱਠਜੋੜ ਬਣਿਆ ਉਹ ਕੁਝ ਬੰਦੇ ਜਿਹੜੇ ਹੈਗੇ ਆ ਉਹ ਚਾਹੁੰਦੇ ਸੀ ਵੀ ਮੈਂ ਉੱਪਰ ਉੱਠਾਂ ਜੀ ਉਹ ਪਾਰਟੀ ਕਰਕੇ ਨਹੀਂ ਆਏ ਆਪਣੀ ਹੋਤ ਬਣਾਉਣ ਦੀ ਖਾਤਰ ਪਾਰਟੀ ਵਿੱਚ ਆਏ ਆ ਉਹ ਜਿਹੜੇ 4 ਪੈਸੇ ਹੈਗੇ ਬੁਲਾਦੇ ਹੀ ਅਸੀਂ ਹੋਰ ਉਹਦੀ ਗੱਲ ਕੋਈ ਨਹੀਂ ਹੈ ਕੋਈ ਇਸ ਦੋਨੇ ਪਾਰਟੀਆਂ ਦੇ ਮਿਲਣੇ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ BJP ਦਾ ਜ਼ੀਰੋ ਹੈ ਕਿਸਾਨੀ ਮੁੱਦਾ ਇਸ ਵਾਰ ਰਹੂਗਾ ਲੋਕਾਂ ਦੇ ਜ਼ਿਹਨ ਦੇ ਵਿੱਚ ਹਾਂਜੀ ਕਿਸਾਨੀ ਮੁੱਦਾ ਜ਼ਿਹਨ 'ਚ ਰਹੂਗਾ ਇਸ ਵਾਰ ਲੋਕਾਂ ਦੇ ਜਦੋਂ ਵੋਟ ਪਾਉਣ ਕੋਈ ਵੋਟ ਨਹੀਂ ਪੈਣੀ BJP ਨੂੰ BJP ਦੇ ਜਿੰਨੇ ਲੀਡਰ ਹੈਗੇ ਹੈ ਸਾਰੇ ਉੱਪਰ ਜਾ ਕੇ ਮਿਲਦੇ ਪਏ ਹੈ ਵੀ ਜੀ ਅਸੀਂ ਜਿੱਤਾਂਗੇ ਕਿੱਦਾਂ ਪੰਜਾਬ ਦੇ ਵਿੱਚ ਇਸ ਕਰਕੇ ਜਿਹੜੀ ਕਿਸਾਨਾਂ ਦੀਆਂ ਤੁਸੀਂ ਐਜੀਟੇਸ਼ਨ ਕੀਤੀਆਂ ਨਾ 2 ਸਾਲ ਹੋ ਗਏ ਉਹਨੂੰ ਭੁੱਖੇ ਮਰਦੇ ਪਏ ਆ ਕੁਝ ਕਰਦੇ ਪਏ ਕਈ ਬੰਦੇ ਮਰ ਗਏ ਹੈ ਤੁਸੀਂ ਆਪਣਾ ਅੱਜ ਤੱਕ ਦੇਖਿਆ ਕੁਛ ਨਹੀਂ ਤੁਸੀਂ ਆਪਣੀ ਮਿਨਿਸਟਰੀ ਚਲਾ ਰਹੇ ਹੋ ਕਿਸਾਨਾਂ ਨੂੰ ਕੁਛ ਨਹੀਂ ਦੇਖ ਰਹੇ ਹੋ ਅਡਾਨੀ ਅੰਬਾਨੀ ਉਹਨਾਂ ਦਾ ਫਾਇਦਾ ਪਹੁੰਚਾਇਆ ਜੀ ਕਿਸ ਕਰਕੇ ਪਹੁੰਚਾਇਆ ਕਿਉਂਕਿ ਉੱਥੋਂ ਫੰਡ ਮਿਲਦੇ ਸੀਗੇ ਔਰ ਇਲੈਕਸ਼ਨ ਤੇ ਲੱਗਦੇ ਸੀਗੇ ਇਸ ਕਰਕੇ ਜਿਹੜੀ ਪਾਰਟੀ ਹੈ ਇਸ ਲਈ ਅੱਛਾ ਮੁੱਦੇ ਕਿਹੜੇ ਇਸ 'ਚ ਜਦੋਂ ਵੋਟ ਪਾਉਣ ਜਾਣਾ ਕਈ ਸਾਲ ਹੋ ਗਏ ਵੋਟ ਪਾਉਂਦਿਆਂ ਨੂੰ ਤੁਹਾਨੂੰ ਹਨਾ ਫਿਰ ਵੋਟ ਪਾਉਣੀ ਹੈ ਤਾਂ ਮੁੱਦੇ ਕਿਹੜੇ ਇਸ ਵਾਰ ਜ਼ਿਹਨ ਦੇ ਵਿੱਚ ਰਹਿਣਗੇ ਵੀ ਆਹ ਮੁੱਦਿਆਂ ਨੂੰ ਸੋਚ ਕੇ ਵੋਟ ਪਾਉਣੀ ਚਾਹੀਦੀ ਹੈ ਜਾਂ ਤੁਸੀਂ ਕੀ ਸੋਚਦੇ ਹੋ ਮੁੱਦੇ ਇਹ ਹੈਗੇ ਹੈ ਕਿ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜਿਹੜੀ ਹੋਈ ਨਹੀਂ ਸਹੀ ਤਰੀਕੇ ਨਾਲ ਉਹ ਹੋਣੀ ਚਾਹੀਦੀ ਹੈ ਬਾਕੀ ਲੋਕਾਂ ਨੂੰ ਸਬਜ਼ਬਾਦ ਖਾਂਦੇ ਹੈ ਹੁਣ ਜਿੱਦਾਂ ਕਾਂਗਰਸ ਸਾਡਾ ਇਲਾਕਾ ਹੈ ਇਹ ਹੈ 4 ਸਾਲ ਦੇ ਵਿੱਚ ਕੁਝ ਨਹੀਂ ਹੋਇਆ ਹੁਣ ਆ ਕੇ ਲੋਕਾਂ ਨੂੰ ਆ ਕੇ ਪੈਸੇ ਦੇ ਦਿੱਤੇ ਬਣਤੇ ਪੰਚਾਇਤਾਂ ਨੂੰ ਤਾਂ ਉਹਨਾਂ ਨੇ ਪੈਸੇ ਲੈ ਕੇ ਖਾ ਲਿਆ ਜਿਹੜਾ ਪੰਚਾਇਤ ਦਾ ਸਰਪੰਚ ਹੈਗਾ ਉਹ ਜਿਸ ਪਾਰਟੀ ਨਾਲ ਵਧਿਆ ਆ ਉਸੇ ਪਾਰਟੀ ਨਾਲ ਹੀ ਰਹਿਣਾ ਉਹਨੇ ਉਹ ਇੱਧਰ ਉੱਧਰ ਨਹੀਂ ਜਾਏਗਾ ਪੈਸੇ ਸਿਰਫ ਲੈਣ ਦੀ ਖਾਤਰ ਉੱਧਰ ਆਏ ਹੋ ਤੇ ਕਾਂਗਰਸ ਵਾਲੇ ਪਾਸੇ ਜਾਈਏ ਪੈਸੇ ਲਈਏ ਹੋਰ ਕੁਝ ਨਹੀਂ ਹੈ ਤਾਂ ਬਿਲਕੁਲ ਰੋਸੇ ਵੀ ਨੇ ਸਰਕਾਰ ਦੇ ਪ੍ਰਤੀ ਕੁਝ ਵੋਟਰਾਂ ਦੇ ਮੁਤਾਬਕ ਕੰਮ ਕੀਤੇ ਵੀ ਨੇ ਪਰ ਜਿਸ ਲੈਵਲ 'ਤੇ ਕੰਮ ਹੋਣੇ ਚਾਹੀਦੇ ਸੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਜ਼ਰੂਰ ਵੋਟਰ ਦੇ ਮਨ ਦੇ ਵਿੱਚ ਹੈ ਤਾਂ ਮੁੱਦੇ ਫਿਰ ਉਹੀ ਨੇ ਕਿ ਬੇਰੁਜ਼ਗਾਰੀ ਦਾ ਮੁੱਦਾ ਹੈ ਉਸ ਤੋਂ ਇਲਾਵਾ ਮਹਿੰਗਾਈ ਦਾ ਮੁੱਦਾ ਹੈ
ਬੇਅਦਬੀ ਦਾ ਮੁੱਦਾ ਹੈ, ਕਿਸਾਨਾਂ ਦਾ ਮੁੱਦਾ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਿਹਨ ਦੇ ਵਿੱਚ ਰੱਖ ਕੇ ਹੀ ਵੋਟਰ ਇਸ ਵਾਰ ਵੋਟਾਂ ਪਾਉਣਗੇ। ਭੈਣ ਜੀ ਕੀ ਨਾਂ ਜੀ ਤੁਹਾਡਾ? ਨੇਹਾ। ਕੀ ਕਰਦੇ ਹੋ ਤੁਸੀਂ? ਜੌਬ ਕਰਦੇ ਹੋ ਕੋਈ? ਮੈਂ ਟਿਊਸ਼ਨ ਟੀਚਰ। ਅੱਛਾ, ਕੈਪਟਨ ਸਰਕਾਰ ਸੀਗੀ ਪਹਿਲਾਂ, ਫਿਰ ਚੰਨੀ ਸਰਕਾਰ ਆਈ, ਬੇਰੁਜ਼ਗਾਰੀ ਪੰਜਾਬ ਦੇ ਵਿੱਚ ਘਟੀ ਹੈ। ਤੁਸੀਂ ਨੌਜਵਾਨ ਹੋ, ਟਿਊਸ਼ਨ ਟਿਊਟਰ ਹੋ, ਸੁਭਾਵਿਕ ਤੌਰ ਦੇ ਉੱਤੇ MA B.Ed ਹੋਵੋਗੇ ਘੱਟੋ ਘੱਟ, ਹੈ ਨਾ? ਰੋਜ਼ਗਾਰ ਮਿਲਿਆ? बैठे हैं घर पे तभी तो ट्यूशन ट्यूटर है। अगर रोजगार मिला होता तो कहीं जॉब नहीं कर रहे होते। ਚੰਨੀ ਸਰਕਾਰ ਕਹਿੰਦੀ ਅਸੀਂ ਬਹੁਤ ਰੋਜ਼ਗਾਰ ਦਿੱਤਾ, ਨੌਜਵਾਨ ਸਾਰੇ ਨੌਕਰੀਆਂ ਤੇ ਲਾਤੇ। ਕੈਪਟਨ तभी पता चलेगा बेले मुंडे फिरा करते बेचारे जॉब मिलेगी तब बेले पता चल जाएगा कि चन्नी सरकार नौजवान मुंडे साडे 20 ਸਾਲਾਂ ਦੇ ਦੌਰ ਤੇ ਮੁੰਡੇ बेले फिरा ਦੇ ਕੋਈ ਕੰਮ ਨਹੀਂ। ਅੱਛਾ ਭੈਣ ਜੀ, ਕੀ ਸਮੱਸਿਆਵਾਂ ਲੱਗਦੀਆਂ ਇਸ ਵਾਰ ਵੋਟ ਪਾਓਗੇ ਤਾਂ ਮਾਈਂਡ ਦੇ ਵਿੱਚ ਕਿਹੜੀਆਂ ਚੀਜ਼ਾਂ ਰਹਿਣਗੀਆਂ? ਕਿਉਂਕਿ ਵੋਟ ਤਾਂ ਪਾਉਣੀ ਆ ਆਪਾਂ, ਹਨਾ? ਤਾਂ ਫਿਰ ਚੀਜ਼ਾਂ ਕੀ ਮਾਈਂਡ ਦੇ ਵਿੱਚ ਰਹਿਣਗੀਆਂ ਵੀ ਆਹ ਚੀਜ਼ਾਂ ਸੋਚ ਕੇ ਵੋਟ ਪਾਓਗੇ? देखो आप सभी पहले तो जब इलेक्शन आते हैं तो सभी बोलते हैं हम जॉब देंगे, हम घर पे ऐसा देंगे, हमें इतनी करते। अब कितनी महंगाई है, फिर भी उतनी महंगाई है ना, जॉब भी किसी को नहीं मिल रही और महंगाई भी उतनी है, तो क्या फ़ायदा सरकार का फिर? अगर कुछ तो देखना चाहिए ना सरकार को। महंगाई बढ़ती जा रही है, डेली की डेली बढ़ रही है। और जॉब पहले कितना बोला था कैप्टन सरकार ने कि हम घर घर जॉब देंगे, ये करेंगे वो करेंगे। जॉब निकाल रहे हैं लेकिन जर्नल के लिए तो वैसे ही कुछ नहीं है। हम जर्नल तो वैसे ही बैठे हुए हैं। और ਭੈਣਾਂ ਨੂੰ ਕੀ ਸਮੱਸਿਆ ਆਉਂਦੀ ਹੈ ਘਰੇ ਜਦੋਂ ਆਪਾਂ ਘਰੇ ਕੰਮਕਾਰ ਕਰਦੀਆਂ ਜਿਹੜੀਆਂ ਘਰੇਲੂ ਮਹਿਲਾਵਾਂ ਨੇ? ਕਿਹੜੀ ਦਿੱਕਤ ਲੱਗਦੀ ਹੈ ਵੀ ਉਹ ਸਰਕਾਰ ਦੇ ਪੱਧਰ ਦੇ ਉੱਤੇ ਹੱਲ ਹੋ ਸਕਦੀ ਸੀ ਪਰ ਕੀਤੀ ਨਹੀਂ ਗਈ? देखो वैसे तो सरकार ने कि लेडीज़ के लिए कोई बंदिश नहीं है, लेडीज़ को भी उतनी है। 30% सीट रखी हुई है जॉब के लिए सरकार ने, लेकिन फिर भी क्या करे, कर क्या सकती है लेडीज़? लेकिन जनरल के लिए तो वैसे कोई जॉब नहीं है, मिल नहीं रही कुछ भी। देखो अब ਤਾਂ ਇਸ ਮਤਲਬ ਇਸ ਏਰੀਆ ਦੇ ਵਿੱਚ ਕੀ ਸਮੱਸਿਆ ਆਉਂਦੀ ਹੈ ਤੁਹਾਨੂੰ? ਕਿੱਦਾਂ ਦੀਆਂ ਦਿੱਕਤਾਂ ਨੇ? ਇਹ ਹੈ ਨਾ ਇਧਰ ਹਿਮਾਚਲ ਤੇ ਦੇਖੋ ਨਾ, ਸਭ ਨੂੰ ਸਭ ਕੁਝ ਮਿਲਦਾ ਦਾ। ਸਾਡੀਆਂ ਜਗ੍ਹਾ ਨੇ, ਜ਼ਮੀਨਾਂ ਨੂੰ ਸਾਨੂੰ ਕੋਈ ਦਾਣੇ ਨਹੀਂ, ਕੋਈ ਕਹਿੰਦੇ ਨੌਕਰੀਆਂ ਵਾਲੇ। ਨੌਕਰੀਆਂ ਕਿਹੜੀ ਸੌਖੀਆਂ ਹੋਆ ਕਰਦੀਆਂ। ਪਾਣੀ ਪੂਣੀ ਆਉਂਦਾ ਪਿੰਡਾਂ ਦੇ ਵਿੱਚ? ਪਾਣੀ ਪੂਣੀ ਤਾਂ ਆ ਜਾਂਦਾ। ਅਸੀਂ ਸੜਕਾਂ ਗਲੀਆਂ ਨਾਲੀਆਂ ਬਣੀਆਂ ਨੇ? ਨਾ ਜੀ, ਨਾਡੀ ਸੜਕ ਵੀ ਸਾਰੀ ਟੁੱਟ ਗਈ, ਬਣਨੇ ਵਾਲੀ। ਸਤਮਾ ਚ। ਅੱਛਾ ਜੀ। ਅੱਛਾ, ਸਰਕਾਰੀ ਬੱਸ ਦੇ ਵਿੱਚ ਸਫ਼ਰ ਫ੍ਰੀ ਹੈ? ਸਰਕਾਰੀ ਬੱਸ ਆਉਂਦੀ ਹੈ ਇੱਧਰ? ਨਾ ਜੀ, ਕੋਈ ਫ੍ਰੀ ਨਹੀਂ ਸਾਨੂੰ। ਮੈਂ ਫੌਜੀ ਪਰਸਨ ਮਿਲਦੀ, ਕੋਈ ਫ੍ਰੀ ਨਹੀਂ ਸਾਨੂੰ, ਕੋਈ ਦਾਣੇ ਨਹੀਂ ਮਿਲਦੇ ਕੋਈ। ਨਹੀਂ, ਇਹਨਾਂ ਨੇ ਚੰਨੀ ਸਰਕਾਰ ਨੇ ਮਹਿਲਾਵਾਂ ਨੂੰ ਬੱਸ ਸਫ਼ਰ ਫ੍ਰੀ ਕੀਤਾ ਹੈ, ਤਾਂ ਸਰਕਾਰੀ ਬੱਸ ਦੀ ਸਹੂਲਤ ਹੈਗੀ ਨਾ ਪਿੰਡਾਂ ਦੇ ਵਿੱਚ? ਘੱਟ ਹੀ, ਕਿਸੇ ਨੂੰ ਹੈ ਨਹੀਂ। ਹਾਂਜੀ, ਕਿਸੇ ਨੂੰ सरकारी बसेस तो सिर्फ ਤਾਂ ਹਰ ਵਰਗ ਸਮੱਸਿਆ ਦੇ ਨਾਲ ਘਿਰਿਆ ਹੋਇਆ ਹੈ। ਔਰ ਲਗਾਤਾਰ ਅਸੀਂ ਸਰਵੇ ਤੁਹਾਨੂੰ ਪੰਜਾਬ ਦੇ ਹਰ ਹਲਕੇ ਦਾ ਦਿਖਾ ਰਹੇ ਹਾਂ, ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਵਰਗ ਦੇ ਨਾਲ ਤੁਹਾਨੂੰ ਮਿਲਾਈਏ। ਤਾਂ ਵਪਾਰੀ ਵਰਗ ਬਾਜ਼ਾਰ ਦੇ ਵਿੱਚ ਤੁਹਾਨੂੰ ਇੱਥੇ ਕਿਸਾਨ ਵੀ ਮਿਲੂਗਾ, ਘਰੇਲੂ ਮਹਿਲਾਵਾਂ ਭੈਣਾਂ ਵੀ ਮਿਲਣਗੀਆਂ। ਤਾਂ ਬਾਈ ਜੀ ਕੀ ਨਾਂ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈਗਾ ਸੁਭਾਸ਼ ਮਹਾਜਨ। ਕਿਵੇਂ ਦੇਖਦੇ ਹੋ ਜੀ ਇਸ ਵਾਰ ਕਿਹੜੇ ਮੁੱਦੇ ਜ਼ਿਹਨ ਦੇ ਵਿੱਚ ਰਹਿਣਗੇ? 3 ਮੁੱਦੇ, ਇਹਨਾਂ ਨੂੰ ਸੋਚ ਕੇ ਵੋਟ ਪਾਓਗੇ? ਸਰ ਗੱਲ ਇਦਾਂ ਹੈਗੀ ਹੈ ਵੀ ਸਾਡਾ ਕਸਬਾ ਇੱਕ ਬਹੁਤ ਪਿੱਛੇ ਹੈ। ਇਸ ਕਸਬੇ ਨੂੰ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਦੇਖਿਆ। ਮੁੱਦੇ ਤਾਂ ਛੱਡ ਦਿਓ, ਅਸੀਂ ਆਪਣੇ ਕਸਬੇ ਦੀ ਗੱਲ ਕਰਨੇ ਆ। ਇਸ ਕਸਬੇ ਨੂੰ ਕਿਸੇ ਕਿਸਮ ਦੀ ਵੀ ਕੋਈ ਸਹੂਲਤ ਨਹੀਂ ਦਿੱਤੀ। ਸਾਡੇ ਇਸ ਕਸਬੇ ਦੇ ਵਿੱਚ ਨਾ ਕੋਈ ਬੱਸ ਸਟੈਂਡ, ਇੰਨੀਆਂ 47 ਸਾਲ ਤੋਂ ਲੈ ਕੇ ਹੁਣ ਤੱਕ ਸਰਕਾਰਾਂ ਆਈਆਂ ਨੇ, ਨਾ ਕੋਈ ਬੱਸ ਸਟੈਂਡ, ਨਾ ਇੱਥੇ ਕੋਈ ਮੈਡੀਕਲ ਸੁਵਿਧਾ, ਨਾ ਇੱਥੇ ਕੋਈ ਬੱਚਿਆਂ ਦੀ ਪੜ੍ਹਾਈ ਦੀ ਸੁਵਿਧਾ। ਸਾਡੇ ਇਸ ਏਰੀਏ 'ਚ ਤਾਂ ਕੋਈ ਚੀਜ਼ ਨਹੀਂ ਹੈਗੀ। ਬਾਕੀ ਪੂਰੇ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਸਰਕਾਰ ਨੇ ਸਭ ਕੁਝ ਕੀਤਾ ਪਰ ਸਾਡੇ ਏਰੀਏ 'ਚ ਕੁਝ ਨਹੀਂ ਕੀਤਾ। ਅੱਛਾ, ਵਪਾਰੀ ਵਰਗ ਨੂੰ ਕਿਵੇਂ ਕੋਈ ਰਾਹਤ ਮਿਲੀ ਹੈ ਸਰਕਾਰ ਦੇ ਵਿੱਚ? 1 ਰੁਪਏ ਦੀ ਰਾਹਤ ਨਹੀਂ ਸਰ। ਕੋਈ ਰਾਹਤ ਨਹੀਂ। ਦੇਖੋ ਸਰ, ਕੋਈ ਵੀ ਸਰਕਾਰ ਬਣਦੀ ਹੈ ਨਾ, ਉਹਨਾਂ ਕੋਲ ਮੈਨੂੰ ਉਮੀਦ ਹੈ, ਖੈਰ ਮੈਂ ਅਸੀਂ ਤਾਂ ਬੜੇ ਛੋਟੇ ਹਾਂ, ਬੜੇ ਪਿੱਛੇ ਰਹਿੰਦੇ ਹਾਂ। 3-4 ਮੁੱਦੇ ਹੀ ਹੈ, SC BC ਕਿਸਾਨ, ਇਹ ਉਹ ਜੋ ਵੀ ਹੈਗਾ ਹੈ ਨਾ। ਹਰ ਵਰਗ ਚਲੋ ਜ਼ਰੂਰੀ ਹੈ ਕਿ ਅਸੀਂ ਟੈਕਸ ਨਹੀਂ ਦਿੰਦੇ। ਮੇਰੇ ਡੈਡੀ 65-66 ਸਾਲ ਦੀ ਉਮਰ ਇਹਨਾਂ ਦੀ। ਇਹਨਾਂ ਨੂੰ ਕੱਲ੍ਹ ਨੂੰ ਕੋਈ ਸਮੱਸਿਆ ਆਉਂਦੀ, ਫਿਜ਼ੀਕਲ ਕੋਈ ਪ੍ਰੋਬਲਮ ਵੀ ਆ ਸਕਦੀ ਹੈ। 1 ਰੁਪਏ ਦੀ ਸਰ ਫੈਸਿਲਿਟੀ ਨਹੀਂ ਹੈਗੀ ਸਾਨੂੰ ਟੈਕਸ ਦੇਣ ਦਾ ਫਾਇਦਾ ਕੀ ਹੈ? ਕਰੋਨਾ ਕਾਲ 'ਚ ਵੀ ਦੁਕਾਨਾਂ 6-6 ਮਹੀਨੇ ਬੰਦ ਰਹੀਆਂ। ਹਰ ਵਰਗ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੀ ਹੋਣੀ ਹੈ, ਸਾਨੂੰ ਕੀ ਮਿਲਿਆ? ਕੋਈ ਵੀ MLA, ਕੋਈ ਵੀ ਸਰਕਾਰ ਇੱਕ ਵਾਰ ਕਹਿ ਰਹੇ ਸਾਨੂੰ ਆ ਕੇ ਕਿ ਭਾਜੀ ਅਸੀਂ ਤੁਹਾਨੂੰ ਇਹ ਚੀਜ਼ ਦਿੱਤੀ ਹੈ, ਸਾਡੇ ਨਾਲ ਗੱਲ ਤਾਂ ਕਰੇ। ਅੱਛਾ, ਇੱਥੇ MLA ਸਾਹਿਬ ਨੇ ਕੰਮ ਕਰਵਾਏ ਹਲਕੇ ਦੇ? ਕਿੰਨੇ ਕੰਮ? ਬਹੁਤ ਕੰਮ ਕਰਵਾਏ ਉਹਨਾਂ ਨੇ। ਸਾਡੇ ਹਲਕੇ 'ਚ ਸਾਡੇ MLA ਸਾਹਿਬ ਜਿਹੜੇ ਇਸ ਵੇਲੇ ਮੌਜੂਦਾ ਹੈਗੇ ਨੇ, ਉਹਨਾਂ ਨੇ ਕਾਫੀ ਕੰਮ ਕਰਵਾਏ। ਹਰ ਦੇ ਲੋਕਾਂ ਨੂੰ ਆ ਕੇ ਫਿਰ? ਹਾਂ, ਮਿਲਦੇ ਆ। ਉਹ ਬੜੇ ਅੱਛੇ ਆਦਮੀ ਨੇ। ਸਾਡੇ ਜਿਹੜੇ ਮੌਜੂਦਾ MLA ਨੇ ਉਹ ਬਹੁਤ ਅੱਛੇ ਨੇ। ਖੁਸ਼ ਹੋ ਕਾਰਗੁਜ਼ਾਰੀ ਤੋਂ? ਹਾਂ, ਖੁਸ਼ ਹਾਂ ਅਸੀਂ ਪੂਰੀ ਤਰ੍ਹਾਂ। ਸਰ ਮੇਨ ਮੁੱਦੇ ਇਹੀ ਹੈ ਕਿ ਸਾਡੀ ਮੈਡੀਕਲ ਫੈਸਿਲਿਟੀ, ਬੱਸ ਸਟੈਂਡ ਤੁਹਾਡੇ ਸਾਹਮਣੇ ਇੱਥੇ ਬਣਿਆ, ਤੁਸੀਂ ਉਹਦੀ ਚਾਹੇ ਵੀਡੀਓ ਬਣਾਓ, ਪਰ ਕਾਗਜ਼ਾਂ 'ਚ ਹੀ ਬਣਿਆ। ਬੱਸਾਂ ਕਿੱਥੇ ਹੈ? ਇਹ ਤਾਂ ਉੱਪਰ ਲੈਵਲ ਨੂੰ ਪਤਾ ਨਾ, ਬੱਸਾਂ ਕਾਗਜ਼ਾਂ 'ਚ ਚੱਲਦੀਆਂ ਵੀ ਹੋਣਗੀਆਂ, ਆਉਂਦੀਆਂ ਵੀ ਹੋਣਗੀਆਂ, ਚਲਦੀਆਂ ਕਿੱਥੇ, ਆਉਂਦੀਆਂ ਕਿੱਥੇ, ਸਾਡੀ ਸਮਝ ਤੋਂ ਬਾਹਰ ਹੈ।
ਪਹਿਲੇ ਦਿਨ ਜਦੋਂ ਬੱਸ ਇੱਥੇ ਆਈ ਹੈ ਅਸੀਂ ਲੱਡੂ ਵੰਡੇ, ਜਕਾਰੇ ਲਾਏ, ਖੁਸ਼ੀ ਬੜੀ ਮਨਾਈ ਕਿ ਸਾਡੇ ਸ਼ਹਿਰ 'ਚ ਸਾਡੀ ਉਸ 'ਚ ਪਹਿਲੀ ਵਾਰੀ ਬੱਸ ਆਈ ਜੀ। ਜਦੋਂ ਨਿੱਕੇ ਹੁੰਦੇ ਕਹਿੰਦੇ ਮਾਮੇ ਜਾਣਾ ਬੱਸ 'ਚ, ਹੁਣ ਤਾਂ ਖਰੇ ਮਾਮੇ ਕਿੱਥੇ ਬੱਸਾਂ ਕਿੱਥੇ, ਪਰ ਬੱਸਾਂ ਦਾ ਕੋਈ ਨਾਂ ਨਿਸ਼ਾਨ। ਦੂਜੇ ਦਿਨ ਤੋਂ ਬੱਸ ਨਹੀਂ ਸਾਡੇ ਸ਼ਹਿਰ 'ਚ ਆਈ। ਪਾਣੀ ਦੀ ਸਮੱਸਿਆ ਕਿਵੇਂ ਹੈ? ਉਹ ਸਹੀ ਹੈ ਜੀ, ਕੋਈ ਪ੍ਰੋਬਲਮ ਨਹੀਂ ਹੋਈ ਜੀ। ਬਿਜਲੀ ਦੇ ਸਮੱਸਿਆ ਕੱਟ ਤਾਂ ਦੇਖੋ ਸਾਰੇ ਨਾਲ ਹੀ ਹੈ ਨਾ, ਜਦੋਂ ਲੱਗਣਾ ਸਾਰੇ ਨਾਲ ਲੱਗਣਾ, ਮੇਰੇ ਇਕੱਲੇ ਲੱਗਣਾ ਨਹੀਂ, ਉਹ ਵੀ ਸਮੱਸਿਆ ਸਹੀ ਹੈ। ਪਰ ਬਾਕੀ ਹਾਂ ਮੇਨ ਮੈਡੀਕਲ ਇਹ ਆਈਟਮਾਂ ਜਿਹੜੀ ਸਾਨੂੰ ਜ਼ਰੂਰੀ ਹੈ ਇਹ ਨਹੀਂ ਮਿਲਦੀਆਂ ਸਾਨੂੰ। ਕਿ ਨਾ ਮੈਡੀਕਲ ਸੁਵਿਧਾ ਕੋਈ ਨਾ, ਇੱਥੇ ਕੋਈ ਬੱਸ ਸਟੈਂਡ ਹੈ ਨਾ, ਬੱਚਿਆਂ ਦੀ ਪੜ੍ਹਾਈ ਦੀ ਸੁਵਿਧਾ। ਸਾਡੇ ਇੱਥੇ ਤਿੰਨੇ ਸੁਵਿਧਾ ਬਿਲਕੁਲ ਨਹੀਂ ਹੈਗੀਆਂ ਜਿਹੜੀਆਂ ਐਮਐਲਏ ਸਾਹਿਬ ਨੂੰ ਮਿਲੇ ਨਹੀਂ ਤੁਸੀਂ? ਕਿਹਾ ਨਹੀਂ, ਦੱਸਿਆ ਨਹੀਂ, ਕਹਿੰਦੇ ਅਸੀਂ ਉਹਨਾਂ ਨੂੰ ਪਤਾ ਸਾਰਾ, ਉਹਨਾਂ ਨੂੰ ਪਤਾ ਸਾਰਾ। ਬਸ ਬੱਸ ਸਟੈਂਡ ਬਣਿਆ ਉਹਦਾ ਕੋਈ ਫਾਇਦਾ ਨਹੀਂ। ਕਈ ਚੀਜ਼ਾਂ ਉਹਨਾਂ ਦੇ ਹੱਥ ਹੈਗੀਆਂ, ਕਈ ਨਹੀਂ ਹੈਗੀਆਂ, ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ। ਤਾਂ ਬਿਲਕੁਲ ਵੋਟਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਮੁੱਦੇ ਉਹੀ ਨੇ, ਪਰ ਇਸ ਵਾਰ ਤਾਂ ਫਰਕ ਲੱਗਦਾ ਹੈ। ਅੱਛਾ, ਜਿਵੇਂ ਚੰਨੀ ਸਰਕਾਰ ਆਈ ਹੈ, ਚੰਨੀ ਸਾਹਿਬ ਕਦੀ ਹਾਕੀ ਵੀ ਖੇਡਦੇ ਨੇ, ਕਦੇ ਭੰਗੜਾ ਪਾਉਂਦੇ ਨੇ ਸਟੇਜ ਦੇ ਉੱਤੇ, ਸੁਖਬੀਰ ਬਾਦਲ ਹੋਣੀ ਕਦੇ ਸੈਲਫੀਆਂ ਲੈਂਦੇ ਨੇ ਲੋਕਾਂ ਦੇ ਨਾਲ, ਜਲੇਬੀਆਂ ਕੱਢਦੇ ਨੇ, ਕੋਈ ਇਹ ਚੀਜ਼ਾਂ ਪ੍ਰਭਾਵਿਤ ਕਰ ਪਾਉਣਗੀਆਂ ਵੋਟਰ ਨੂੰ? ਹੁਣ ਆਇਓ 5 ਸਾਲ 'ਚ ਹੁਣ ਹੀ ਭੰਗੜਾ ਪਾਇਆ ਉਹਨਾਂ ਨੇ, 5 ਸਾਲਾਂ ਇਲੈਕਸ਼ਨ ਆ ਗਏ, ਹੁਣ ਜਲੇਬੀਆਂ ਖਾਣ ਲੱਗੇ ਲੋਕਾਂ 'ਚ। 5 ਸਾਲ ਪਹਿਲੇ ਕਿੱਥੇ ਹੀ ਭਾਜੀ, ਕਦੀ ਮਿਲੇ ਨਾ ਆ ਕੇ, ਹੁਣ ਵੋਟ ਆ ਗਈਆਂ, ਹੁਣ ਅਸੀਂ ਵੋਟਰ ਨਹੀਂ ਸੁਣੀ ਲੋਕਾਂ ਨੇ, ਲੋਕਾਂ ਦੀ ਕੋਈ ਸਮੱਸਿਆ ਨਹੀਂ ਸੁਣੀ ਇਹਨਾਂ ਨੇ। ਵੋਟਰ ਪ੍ਰਭਾਵਿਤ ਹੋ ਗਏ ਨਾ ਚੀਜ਼ਾਂ, ਵੋਟਰ ਕੋਈ ਪ੍ਰਭਾਵ, ਲੋਕ ਜੋ ਮਰਜ਼ੀ ਭੰਗੜੇ ਪਾਈ ਜਾਣੇ, ਜਿੰਨੇ ਮਰਜ਼ੀ ਭੰਗੜੇ ਪਾਣੇ, ਇਹਨਾਂ ਨਾਲ ਵੋਟਰ ਨੂੰ ਕੀ ਫਰਕ ਪੈਣਾ? ਵੋਟਰ ਨੂੰ ਤਾਂ ਆਪਣੀ ਫੈਸਿਲਿਟੀ ਚਾਹੀਦੀ, ਆਮ ਜਨਤਾ ਨੂੰ ਤਾਂ ਉਹ ਚੀਜ਼ ਚਾਹੀਦੀ ਜਿਹੜੀ ਉਹਨਾਂ ਨੂੰ ਜ਼ਰੂਰੀ ਹੈਗੀ। ਤਾਂ ਬਿਲਕੁਲ ਕਹਿੰਦੇ ਭੰਗੜੇ ਜਿੰਨੇ ਮਰਜ਼ੀ ਪਾ ਲੈਣ, ਪਰ ਇਸ ਵਾਰ ਵੋਟਰ ਜਾਗਰੂਕ ਹੈ, ਵੋਟਰ ਸੁਚੇਤ ਹੈ। ਉਹ ਵੋਟ ਪਾਏਗਾ ਤਾਂ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਪਾਏਗਾ, ਜੇ ਵੋਟ ਪਾਏਗਾ ਤਾਂ ਆਪਣੀਆਂ ਸਮੱਸਿਆਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟ ਪਾਏਗਾ। ਇਸ ਹਲਕੇ ਦੇ ਪਿੰਡਾਂ ਦੇ ਵਿੱਚ ਵੀ ਪਹੁੰਚਾਂਗੇ, ਪਿੰਡਾਂ ਦੇ ਵਿੱਚ ਕਿਸ ਤਰੀਕੇ ਦੀਆਂ ਸਮੱਸਿਆਵਾਂ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਚੱਲਦੇ ਆ ਫਿਰ ਵਿਧਾਨ ਸਭਾ ਹਲਕਾ ਦਸੂਹਾ ਦੇ ਕੁਝ ਪਿੰਡਾਂ ਦੇ ਵਿੱਚ। ਤਾਂ ਪੰਜਾਬ ਬੋਲਦਾ ਸ਼ੋਅ ਦੇ ਵਿੱਚ ਤੁਸੀਂ ਲਗਾਤਾਰ ਹਲਕੇ ਦੇ ਲੋਕਾਂ ਦੀ ਗੱਲਬਾਤ ਸੁਣ ਰਹੇ ਹੋ। ਤਾਂ ਦਸੂਹਾ ਹਲਕਾ ਹੈ, ਤਾਂ ਦਸੂਹਾ ਦੇ ਬਾਜ਼ਾਰ ਦੇ ਵਿੱਚ ਇਸ ਸਮੇਂ ਮੌਜੂਦ ਹੈ, ਕਾਫੀ ਚਹਿਲ ਪਹਿਲ ਇਸ ਬਾਜ਼ਾਰ ਦੇ ਵਿੱਚ ਰਹਿੰਦੀ ਹੈ। ਤਾਂ ਦੁਕਾਨਦਾਰ ਵੀਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ, ਕਿਸ ਤਰੀਕੇ ਦੀ ਕਾਰਗੁਜ਼ਾਰੀ ਸਰਕਾਰ ਦੀ ਰਹੀ ਹੈ। ਬਾਈ ਜੀ ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਜੀ ਹਿੰਮਤਜੀਤ ਸਿੰਘ। ਅੱਛਾ ਹਿੰਮਤ ਜੀ, ਕਿਵੇਂ ਦੇਖਦੇ ਹੋ ਕਾਂਗਰਸ ਸਰਕਾਰ ਦੇ 5 ਸਾਲ ਲਗਭਗ ਪੂਰੇ ਹੋ ਜਾਣੇ, 2022 ਦੀਆਂ ਵਿਧਾਨ ਸਭਾ ਚੋਣਾਂ ਅੱਗੇ ਫਿਰ ਤਿਆਰ ਨੇ, ਕਿਵੇਂ ਦੇਖ ਰਹੇ ਹੋ 5 ਸਾਲਾਂ ਦੇ ਵਿੱਚ ਜੋ ਸਮੱਸਿਆਵਾਂ ਸੀਗੀਆਂ ਉਹ ਹੱਲ ਹੋਈਆਂ ਕਿ ਨਹੀਂ ਹੋਈਆਂ? ਨਹੀਂ, ਕਾਂਗਰਸ ਸਰਕਾਰ ਨੇ ਸਮੱਸਿਆ ਹੱਲ ਕੀਤੀਆਂ ਜੀ। ਸਾਡੇ ਜਿੱਦਾਂ ਕਿ ਇੱਥੇ 10 ਸਾਲ ਤੋਂ ਦਸੂਹੇ ਤੋਂ ਮਿਆਣੀ ਵਾਲਾ ਰੋਡ ਇੰਨਾ ਖਰਾਬ ਸੀ 10 ਸਾਲ ਤੋਂ ਕਿ ਇੱਥੇ ਮਿਆਣੀ ਤੱਕ ਜਾਂਦਾ 1 ਘੰਟਾ ਲੱਗਦਾ ਸੀ ਭਾਜੀ, ਪਰ ਹੁਣ ਉਹ ਕਾਂਗਰਸ ਸਰਕਾਰ ਨੇ ਰੋਡ ਐ ਬਣਾਤਾ ਪਾਣੀ ਵਰਗਾ। ਹਾਂਜੀ, ਹੋਰ ਕੀ ਸਮੱਸਿਆ ਸੀਗੀਆਂ ਭਾਜੀ ਤੁਹਾਡੇ ਹਲਕੇ ਦੀਆਂ? ਔਰ ਸਮੱਸਿਆ ਸੀ ਕਈ ਪਿੰਡਾਂ ਵਿੱਚ ਬੜੀਆਂ ਜਿਹੜੀਆਂ ਗਲੀਆਂ ਸੀ, ਨਾਲੀਆਂ ਸੀ, ਬਹੁਤ ਮਾੜੀ ਹਾਲਤ ਸੀ। ਉਹ ਵੀ ਕਾਂਗਰਸ ਸਰਕਾਰ ਨੇ ਹਰ ਪਿੰਡ ਦੇ ਵਿੱਚ ਵਧੀਆ ਤੋਂ ਵਧੀਆ ਇੰਟਰਲੋਕਿੰਗ ਲਗਵਾ ਕੇ ਤੇ ਨਾਲੀਆਂ ਵੀ ਬਣਵਾਈਆਂ, ਫਿਰ ਹੋਰ ਸੋਲਰ ਸਿਸਟਮ ਦੀਆਂ ਲਾਈਟਾਂ ਵੀ ਲਵਾਈਆਂ, ਉਹ ਵੀ ਲੱਗਣ ਦੀਆਂ ਆਮ ਪਿੰਡਾਂ ਦੇ ਵਿੱਚ, ਹੈ ਨਾ। ਅੱਛਾ, ਕਾਂਗਰਸ ਸਰਕਾਰ ਨੇ 2017 'ਚ ਬਹੁਤ ਦਾਅਵੇ ਵਾਅਦੇ ਕੀਤੇ ਸੀਗੇ ਵੀ ਰੋਜ਼ਗਾਰ ਵੀ ਦੇਵਾਂਗੇ, ਬੇਰੁਜ਼ਗਾਰੀ ਨੂੰ ਖਤਮ ਕਰਾਂਗੇ, ਨਸ਼ੇ ਦਾ ਲੱਕ ਤੋੜਾਂਗੇ, ਪਰ ਬਹੁਤ ਸਾਰੇ ਕਾਂਗਰਸੀ ਲੀਡਰਾਂ ਨੇ ਆਪਣੀ ਸਰਕਾਰ ਦੇ ਉੱਤੇ ਵੀ ਸਵਾਲ ਚੁੱਕੇ ਸੀਗੇ। ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਕਿਹਾ ਵੀ ਬੇਰੁਜ਼ਗਾਰੀ ਬਹੁਤ ਹੈ ਪੰਜਾਬ ਦੇ ਵਿੱਚ, ਜਾਂ ਜੇ ਨਸ਼ੇ ਦੀ ਗੱਲ ਕੀਤੀ ਜਾਵੇ ਜਾਂ ਮਾਫੀਆ ਨਾਮ ਦਿੰਨੇ ਕਈ ਵਾਰ ਆਪਾਂ, ਚਾਹੇ ਉਹ ਟਰਾਂਸਪੋਰਟ ਦੀ ਗੱਲ ਹੋਵੇ, ਹਾਲਾਂਕਿ ਰਾਜਾ ਵੜਿੰਗ ਨੇ ਉਹ ਕਾਫੀ ਹੁਣ ਐਕਸ਼ਨ ਮੋਡ ਦੇ ਵਿੱਚ ਲੱਗ ਰਹੇ ਨੇ। ਤਾਂ ਲੱਗਦਾ ਉਹ ਸਮੱਸਿਆਵਾਂ ਜਿਹੜੀਆਂ ਹੱਲ ਹੋਈਆਂ ਨੇ ਪੰਜਾਬ ਲੈਵਲ ਦੇ ਉੱਤੇ? ਭਾਜੀ ਉਹਦਾ ਇਦਾਂ ਸੀ ਕਿ ਕੈਪਟਨ ਸਾਹਿਬ ਨੇ, ਤੁਹਾਨੂੰ ਪਤਾ ਹੀ ਹੈ ਨਾ, ਕਿ ਇੱਕ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿ ਜਿਹੜੇ ਕੰਮ ਕੀਤੇ ਆ ਕਿ ਉਹਨਾਂ ਨੂੰ ਉਹਨਾਂ ਦਾ ਫਲ ਮਿਲ ਗਿਆ ਜੀ, ਹਨਾ। ਤੇ ਚਲੋ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਚਲੋ ਨਵੇਂ ਮੁੱਖ ਮੰਤਰੀ ਚੰਨੀ ਆਏ ਨੇ, ਮੇਰੇ ਹਿਸਾਬ ਨਾਲ ਜਿੰਨਾ ਕਿ ਉਹਨਾਂ ਕੋਲ ਸਮਾਂ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਆ। ਜਿਹੜੀ ਉਹਨਾਂ ਨੇ ਆਪਣੀ ਜਿਹੜੀ ਹੁਣ ਨਵੀਂ ਲੀਡਰਸ਼ਿਪ ਆਪਣੀ ਚੁਣੀ ਹੈ, ਉਹਦੇ ਵਿੱਚ ਰਾਜਾ ਵੜਿੰਗ ਹੋ ਗਿਆ ਜਿੱਦਾਂ, ਹਨਾ, ਤਾਂ ਉਹ ਵਧੀਆ ਟਰਾਂਸਪੋਰਟ ਦਾ ਕੰਮ ਵੀ ਚੱਲਣ ਦਿਆ। ਤੇ ਪਰ ਇਹਨਾਂ ਕੋਲ ਥੋੜਾ ਸਮਾਂ ਘੱਟ ਹੈ, ਕਿ ਲੱਗਦਾ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਕਿ ਇਹਨਾਂ ਦਾ ਸਮਾਂ ਜੇ ਇਦਾਂ ਹੀ ਵਧੀਆ ਕੰਮ ਕਰਦੇ ਰਹਿਣਗੇ, ਲੋਕਾਂ ਦੇ ਨਾਲ ਵਧੀਆ ਗੱਲਬਾਤ ਕਰਨਗੇ, ਉਹਨਾਂ ਨੂੰ ਨੌਕਰੀਆਂ ਦੇਣਗੇ, ਜਿਹੜੇ ਵਾਅਦੇ ਕੀਤੇ ਆ, ਜਿਹੜਾ ਮੇਨ ਇਹਨਾਂ ਦਾ ਮੁੱਦਾ ਸੀ ਗੁਰੂ ਮਹਾਰਾਜ ਦੀ ਬੇਅਦਬੀ ਵਾਲਾ, ਜੇ ਉਹ ਹੱਲ ਕਰਦੇ ਆ ਤੇ ਗਰੀਬਾਂ ਨੂੰ ਨੌਕਰੀਆਂ ਦਿੰਦੇ ਆ, ਚਲੋ
ਇੱਕ ਦੂਸਰੀ ਪਾਰਟੀ ਇੱਕ ਨਵੀਂ ਉੱਠੀ ਸੀ, ਉਹਨੇ ਕਿਹਾ ਕਿ ਇਹ ਆਪਾਂ ਜਿਹੜੀ ਬਿਜਲੀ ਹੈ ਉਹ 3 ਰੁਪਏ ਯੂਨਿਟ ਕਰ ਦਾਂਗੇ ਜੀ, ਸਾਡੀ ਸਰਕਾਰ ਆਗੂ। ਚਲੋ ਚੰਨੀ ਸਾਹਿਬ ਨੇ ਪਹਿਲਾਂ ਹੀ ਕਰਤੀ, ਇਹ ਗੋਡੇ ਜੀ ਹੈ ਨਾ। ਤੇ ਤੁਹਾਡੇ ਕਿਵੇਂ ਹਲਕਾ ਵਿਧਾਇਕ ਤੁਹਾਡੇ ਅਰੁਣ ਮਿੱਕੀ ਡੋਗਰਾ ਜੀ, ਕਿਵੇਂ ਉਹਨਾਂ ਦਾ ਹੈਗਾ ਲੋਕਾਂ ਦੇ ਵਿੱਚ ਵਿਚਰਦੇ ਨੇ, ਕਿਹੜੀਆਂ ਸਮੱਸਿਆਵਾਂ ਇਸ ਤੋਂ ਇਲਾਵਾ ਹੋਰ ਸੀਗੀਆਂ? ਕੋਈ ਹੈਲਥ ਦੀ ਇਸ਼ੂ ਸੀਗੇ ਪਹਾੜ ਦੇ ਏਰੀਏ ਦੇ ਵਿੱਚ, ਜਾਂ ਬੱਸਾਂ ਪਿੰਡਾਂ ਨੂੰ ਅਜੇ ਤੱਕ ਸਰਕਾਰੀ ਬੱਸਾਂ ਹਾਲਾਂਕਿ ਮਾਫ ਕਰ ਦਿੱਤਾ ਮਹਿਲਾਵਾਂ ਦਾ ਕਿਰਾਇਆ, ਪਰ ਬਹੁਤ ਸਾਰੇ ਪਿੰਡ ਇਦਾਂ ਦੇ ਨੇ ਜਿੱਥੇ ਸਰਕਾਰੀ ਬੱਸਾਂ ਨਹੀਂ ਜਾਂਦੀਆਂ, ਤਾਂ ਇਦਾਂ ਦੀਆਂ ਮੰਗਾਂ ਵੀ ਰੱਖਣੀਆਂ ਚਾਹੋਗੇ ਆਉਣ ਵਾਲੇ ਸਮੇਂ ਦੀ? ਸਾਡੇ ਜਿਹੜੇ ਵਿਧਾਇਕ ਹੈ ਮਿੱਕੀ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਇਹਨਾਂ ਨੇ ਸਾਰੇ ਬੇਟ ਦੇ ਕੰਢੀ ਦੇ ਪਿੰਡਾਂ ਵਿੱਚ ਕਿਸੇ ਵੀ ਸਰਪੰਚ ਨਾਲ ਕੋਈ ਵੇਰਵਾ ਨਹੀਂ ਕੀਤਾ। ਹਰ ਪਿੰਡ ਵਿੱਚ ਬਰਾਬਰ ਹੀ ਗ੍ਰਾਂਟ ਦਿੱਤੀ ਹੈ, ਭਾਵੇਂ ਉਹ ਕਾਂਗਰਸੀ ਹੋਵੇ, ਭਾਵੇਂ ਉਹ ਆਮ ਪਾਰਟੀ ਦਾ ਸਰਪੰਚ ਹੋਵੇ, ਭਾਵੇਂ ਉਹ ਅਕਾਲੀ ਦਲ ਦਾ ਹੋਵੇ, ਭਾਵੇਂ ਉਹ ਬੀਜੇਪੀ ਦਾ ਹੋਵੇ। ਤਾਂ ਪਾਰਟੀਬਾਜੀ ਲੱਗਦਾ ਖਤਮ ਹੋਈ ਹੈ ਹੁਣ? ਹਾਂ, ਪਾਰਟੀਬਾਜੀ ਭਾਜੀ ਖਤਮ ਹੋਈ ਹੈ। ਅੱਛਾ, ਹੋਰ ਪਾਰਟੀਆਂ ਵੀ ਬਹੁਤ ਸਾਰੀਆਂ ਨੇ। ਇੱਥੇ ਪਹਿਲਾਂ ਤੁਹਾਡੀ ਪਾਰਟੀ ਦੇ ਲਊਂਗਾ ਵੀ ਜਿਵੇਂ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ, ਉਹ ਵੀ ਸਟੇਜਾਂ ਤੇ ਜਾ ਕੇ ਭੰਗੜਾ ਪਾਉਂਦੇ ਨੇ, ਰਾਜਾ ਵੜਿੰਗ ਵੀ ਪਾਉਂਦੇ ਨੇ, ਸੁਖਬੀਰ ਬਾਦਲ ਮੁਕੇਰੀਆਂ ਆਏ ਤਾਂ ਜਲੇਬੀਆਂ ਕੱਢੀਆਂ ਉਹਨਾਂ ਨੇ, ਹਾਕੀ ਵੀ ਖੇਡੀ ਸੀਐਮ 'ਚ। ਇਹ ਲੱਗਦਾ ਇਹ ਚੀਜ਼ਾਂ ਦਾ ਪ੍ਰਭਾਵ ਪਊਗਾ ਵੋਟਰਾਂ ਦੇ ਉੱਤੇ, ਕੋਈ ਅਸਰ ਹੁੰਦਾ ਇਹਨਾਂ ਚੀਜ਼ਾਂ ਦਾ ਲੱਗਦਾ? ਭਾਜੀ ਪ੍ਰਭਾਵ ਪੈਂਦਾ ਇਹਨਾਂ ਚੀਜ਼ਾਂ ਦਾ ਕਿ ਇੱਕ ਮੁੱਖ ਮੰਤਰੀ ਆਮ ਲੋਕਾਂ 'ਚ ਬਹਿ ਕੇ ਰੋਟੀ ਖਾਵੇ, ਆਮ ਲੋਕਾਂ 'ਚ ਬਹਿ ਕੇ। ਦੇਖੋ, ਇੱਕ ਰਾਤ ਨੂੰ 12 ਵਜੇ ਉਹਨੂੰ ਕੋਈ ਫੋਨ ਕਰਦਾ ਕਿ ਕੋਈ ਬੰਦਾ ਉਹਨੂੰ ਇਹ ਦੱਸਦਾ ਕਿ ਮੈਨੂੰ ਇਹ ਘਰ ਵਿੱਚ ਇਹ ਪ੍ਰੋਬਲਮ ਪੈ ਗਈ, ਸਾਡੇ ਮਹੱਲੇ 'ਚ ਇਹ ਪ੍ਰੋਬਲਮ ਪੈ ਗਈ। ਉਸ ਮੈंने ਇੱਕ ਨਿਊਜ਼ ਚੈਨਲ ਉੱਤੇ ਦੇਖਿਆ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਕੰਧ ਤੇ ਬਹਿ ਕੇ ਲੋਕਾਂ ਦੀ ਗੱਲ ਸੁਣਦੇ। ਇਹ ਤੋਂ ਵਧੀਆ ਭਾਜੀ ਹੋਰ ਕੀ ਹੋ ਸਕਦਾ? ਇਹ ਤਾਂ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ? ਜਿਹੜੀ ਭਾਜੀ ਆਮ ਪਾਰਟੀ ਹੈ ਇਹ ਬੀਜੇਪੀ ਦੀ ਬੀ ਟੀਮ ਆ। ਇਹਨਾਂ ਦਾ ਇੱਕ ਮੈਂ ਛੋਟੀ ਜੀ ਗੱਲ ਕਰਦਾ ਜਿੰਨੀ ਕਿ ਮੈਨੂੰ ਸਮਝ ਆ, ਕਿ ਤੁਸੀਂ ਜਾਣਦੇ ਹੋ ਕਿ ਦਿੱਲੀ 'ਚ ਸਰਕਾਰ ਜਿਹੜੀ ਹੈ ਇਹ ਆਮ ਪਾਰਟੀ ਦੀ ਹੈ ਨਾ, ਆਮ ਪਾਰਟੀ ਦੀ ਹੈ ਨਾ, ਪੂਰੀ ਮੈਜੋਰਟੀ ਦੇ ਨਾਲ। ਪਰ ਭਾਜੀ ਦੇਖੋ, ਉਹਨਾਂ ਦੇ ਇੱਕ ਵੀ ਐਮਪੀ ਕਿਉਂ ਨਹੀਂ, ਜਿੰਨੇ ਵੀ ਐਮਪੀ ਸਾਰੇ ਇਹਨਾਂ ਦੇ ਆਮ ਪਾਰਟੀ ਦੇ ਹਾਰ ਗਏ, ਸਾਰੇ ਬੀਜੇਪੀ ਦੇ ਬਣੇ ਆ। ਉਹ ਕਿਉਂ? ਕਿਉਂਕਿ ਬੀ ਪਾਰਟੀ ਹੈ। ਗੱਲ ਸਹੀ ਕਿ ਗਲਤ ਹੈ? ਬੀਜੇਪੀ ਦਾ ਕਿਵੇਂ ਦੇਖ ਰਹੇ ਹੋ? ਕਹਿੰਦੇ 117 ਤੇ ਚੋਣ ਲੜਨੀ ਹੈ ਔਰ ਪੰਜਾਬ 'ਚ ਸਰਕਾਰ ਵੀ ਬਣਾਵਾਂਗੇ। ਮੈਂ ਭਾਜੀ ਆਪ ਇੱਕ ਕਿਸਾਨ ਆ, ਇੱਕ ਕਿਸਾਨ ਦਾ ਪੁੱਤਰ ਆ। ਬੀਜੇਪੀ ਨੇ ਜਿੰਨੇ ਮਾੜੇ ਹਾਲਾਤ ਪੰਜਾਬ ਤੇ ਕਰਤੇ, ਇੰਨਾ ਮਾੜਾ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆਇਆ, ਨਾ ਮੈਨੂੰ ਲੱਗਦਾ ਮੇਰੀ ਹੋਸ਼ ਤੋਂ ਪਹਿਲਾਂ ਹੋਣਾ ਹੈ ਤੇ ਨਾ ਮੈਨੂੰ ਲੱਗਦਾ ਦੁਬਾਰਾ ਆਊਗਾ। ਉਹਨੇ ਤੇ ਇਸ ਦੇਸ਼ ਦਾ ਬੇੜਾ ਗਰਕ ਕਰਤਾ ਭਾਜੀ। ਹਾਂ ਬਿਲਕੁਲ, ਹਰ ਬੰਦੇ ਦੀ ਆਪਣੀ ਇੱਕ ਓਪੀਨੀਅਨ ਹੈ। ਅਸੀਂ ਕਿਸੇ ਇੱਕ ਤਰਫਾ ਨਹੀਂ ਸਰਵੇ ਕਰ ਰਹੇ ਹਾਂ। ਸਾਡਾ ਮਕਸਦ ਇਹ ਹੈ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਨੇ ਤਾਂ ਉਹ ਵੀ ਲੋਕਾਂ ਸਾਹਮਣੇ ਆਉਣੇ ਚਾਹੀਦੇ ਨੇ, ਪਰ ਜਿੱਥੇ ਕਮੀਆਂ ਰਹਿੰਦੀਆਂ ਨੇ ਉਹ ਵੀ ਸਰਕਾਰ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਭਾਈ ਨੌਜਵਾਨੋ, ਬੇਰੁਜ਼ਗਾਰੀ ਦਾ ਬੜਾ ਵੱਡਾ ਮੁੱਦਾ ਸੀਗਾ, ਲੱਗਦਾ ਹੱਲ ਹੋਇਆ? ਰੋਜ਼ਗਾਰ ਮਿਲਿਆ ਲੋਕਾਂ ਨੂੰ? ਨਹੀਂ, ਹਾਲ ਤਾਂ ਚਲੋ ਕਿਸੇ ਤਰੀਕੇ ਦਾ ਹੋਊਗਾ ਹੀ ਹੁਣ, ਕਿਉਂਕਿ ਜਿਸ ਹਿਸਾਬ ਨਾਲ ਹੁਣ ਆਏ ਆ ਚੰਨੀ ਸਾਹਿਬ, ਜਿੱਦਾਂ ਦਾਅਵੇ ਕਰ ਰਹੇ, ਜਿੰਨਾ ਟਾਈਮ ਆ ਜਿੱਦਾਂ ਲੋਕਾਂ ਨੂੰ ਮਿਲ ਰਹੇ ਆ, ਲੱਗਦਾ ਵੀ ਲੋਕਾਂ ਨੂੰ ਕੁਝ ਰਾਹਤ ਮਿਲੀ ਆ। ਪੈਟਰੋਲ ਘਟਾਇਆ ਉਹਨਾਂ ਨੇ, ਠੀਕ ਹੈ ਜੀ। ਹੋਰ ਇਹ ਮੈਨੂੰ ਨਹੀਂ ਲੱਗਦਾ ਵੀ ਸਾਰੇ ਕਿਤੇ ਘਟਿਆ ਆ, ਇਹ ਪੰਜਾਬ 'ਚ ਸਪੈਸ਼ਲੀ ਮੈਨੂੰ ਲੱਗਦਾ ਵੀ ਐਕਸ਼ਨ ਪਹਿਲਾਂ ਆਇਆ ਹੈ, ਤੇ ਲੱਗਦਾ ਵੀ ਆਸ ਹੈਗੀ ਆ ਵੀ ਅੱਗੋਂ ਸ਼ਾਇਦ ਨੌਕਰੀਆਂ ਮਿਲਣਗੀਆਂ ਜੇ ਆ ਗਈ ਸਰਕਾਰ ਤਾਂ। ਅੱਛਾ, ਇਸ ਵਾਰ ਫਿਰ ਵੋਟ ਪਾਉਣੀ ਹੈ, ਕਿਹੜੇ 3 ਮੁੱਦੇ ਦਿਮਾਗ ਦੇ ਵਿੱਚ ਰਹਿਣਗੇ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਵੋਟ ਪਾਓਗੇ ਕਿਸੇ ਵੀ ਜਿਹਨੂੰ ਵੀ ਪਾਰਟੀ ਨੂੰ ਪਾਉਣੀ ਹੈ? ਮੇਨ ਤਾਂ ਨੌਕਰੀ ਹੈ ਜੀ, ਕਿਉਂਕਿ ਬੇਰੁਜ਼ਗਾਰੀ ਹੈ। ਜਿੰਨਾ ਚਿਰ ਬੇਰੁਜ਼ਗਾਰੀ ਨਹੀਂ ਖਤਮ ਹੁੰਦੀ ਉਨਾ ਚਿਰ ਡਿਵੈਲਪਮੈਂਟ ਵੀ ਨਹੀਂ ਹੋਣੀ, ਤੇ ਜੇ ਐਜੂਕੇਸ਼ਨ ਹੋਊਗੀ ਤਾਂ ਸਭ ਕੁਝ ਹੋਊਗਾ। ਪੰਜਾਬ ਹਰ ਵਾਰੀ ਇਹੀ ਗੱਲੋਂ ਮਰਿਆ ਕਿ ਐਜੂਕੇਸ਼ਨ ਨਹੀਂ ਹੈਗੀ। ਐਜੂਕੇਸ਼ਨ ਜੇ ਹੈਗੀ ਆ ਤੇ ਫਿਰ ਅੱਗੋਂ ਨੌਕਰੀ ਨਹੀਂ ਹੈਗੀ। ਨੌਕਰੀ ਹੋਊਗੀ ਜਿੱਦਾਂ ਆਪਾਂ ਮੰਨ ਲਓ ਹੁਣ ਜਾਂਦੇ ਆ +2 ਤੋਂ ਬਾਅਦ ਜਾਂ 10th ਤੋਂ ਬਾਅਦ, ਅੱਜ ਕੱਲ੍ਹ ਆਈਲੈਟਸ ਕਰਕੇ ਬਾਹਰ ਜਾਂਦੇ ਆ। ਜੇ ਬੇਰੁਜ਼ਗਾਰੀ ਹੈ ਇੱਥੇ ਤੇ ਤਾਂ ਹੀ ਜਾਂਦੇ ਆ। ਹੁਣ ਮੈਂ ਆਪ ਵੀ ਪਹਿਲਾਂ ਲਾ ਕੇ ਆਇਆ ਬਾਹਰ, ਹੁਣ ਮੈਂ ਫੇਰ ਚੱਲਿਆ ਕਿਉਂਕਿ ਇੱਥੇ ਰੁਜ਼ਗਾਰ ਕੋਈ ਨਹੀਂ ਜੀ। ਉਹ ਕੰਮ ਖੋਲਦੇ ਆ, ਉਹਦੇ 'ਚ ਬੈਨੀਫਿਟ ਨਹੀਂ, ਟੈਕਸ ਇੰਨੇ ਆ। ਹੁਣ ਇਹ ਗਾਹ ਘਟਣਗੇ ਤੇ ਤਾਂ ਹੀ ਰਾਹਤ ਮਿਲੂਗੀ। ਅੱਛਾ ਬਾਈ ਜੀ, ਵੋਟ ਪਾਉਣੀ ਹੈ, ਕਿਹੜੇ ਮੁੱਦੇ ਹੋਣਗੇ ਦਿਮਾਗ ਦੇ ਵਿੱਚ ਇਸ ਵਾਰ ਵੀ ਵੋਟ ਪਾਉਣੀ ਹੈ? ਬੇਅਦਬੀ ਦਾ ਮੁੱਦਾ ਵੀ ਵੱਡਾ ਹੈ, ਕਿਸਾਨੀ ਦਾ ਮੁੱਦਾ ਵੀ ਵੱਡਾ ਹੈ, ਔਰ ਬੇਰੁਜ਼ਗਾਰੀ ਦਾ ਮੁੱਦਾ ਵੀ ਵੱਡਾ ਹੈ। ਤਾਂ ਕੀ ਜ਼ਿਹਨ 'ਚ ਹੋਊਗਾ ਵੋਟ ਪਾਓਗੇ? ਇਹ ਵੀ ਕਿਸਾਨੀ ਦਾ ਮਸਲਾ ਹੱਲ ਹੋਵੇ, ਠੀਕ ਹੈ ਨਾ। ਸਭ ਤੋਂ ਵੱਡਾ ਮਸਲਾ ਜਿਹੜਾ ਸਾਡੇ ਵਿੱਚ ਕਿਸਾਨੀ ਦਾ ਹੀ ਹੈ ਵੀ ਸਾਡੇ ਬਜ਼ੁਰਗ ਉੱਥੇ ਬੈਠੇ ਨੇ, ਸਾਡੇ ਭਰਾ ਬੈਠੇ ਨੇ ਉੱਥੇ, ਸਾਡੀਆਂ ਭੈਣਾਂ ਬੈਠੀਆਂ ਨੇ ਉੱਥੇ। ਸਭ ਤੋਂ ਵੱਡੀ ਗੱਲ ਤੇ ਇਹ ਹੈ ਉੱਥੇ। ਸੀਐਮ ਕਿਹਨੂੰ ਦੇਖਣਾ ਚਾਹੁੰਦੇ ਹੋ? ਜੇ ਮੰਨ ਲਓ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਫੇਵਰੇਟ ਲੀਡਰ ਕਿਹੜਾ ਹੋਊਗਾ ਫਿਰ? ਨਵਜੋਤ ਸਿੰਘ ਸਿੱਧੂ ਨੂੰ ਦੇਖਣਾ ਚਾਹੁੰਦੇ ਹੋ ਜਾਂ ਫਿਰ ਰਿਪੀਟ ਕਰਨਾ ਚਾਹੁੰਦੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ? ਅਸੀਂ ਫਿਰ ਚੰਨੀ ਹੋਰਾਂ ਨੂੰ ਰਿਪੀਟ ਕਰਨਾ ਚਾਹੁੰਦੇ ਹਾਂ ਜੀ। ਬਹੁਤ ਵਧੀਆ ਕੰਮ ਕਰ ਰਹੇ ਆ ਜੀ ਇਹ। ਅੱਛਾ, ਬੀਜੇਪੀ ਦੀ ਗੱਲ ਕੀਤੀ ਜਾਵੇ, ਦੂਜੇ ਪਾਸੇ ਅਕਾਲੀ ਦਲ ਬੀਐਸਪੀ ਦੀ ਗੱਲ ਕੀਤੀ ਜਾਵੇ, ਕੋਈ ਫਰਕ ਪਊਗਾ ਇਸ ਵਾਰ ਉਹਨਾਂ ਨੂੰ? ਨਵਾਂ ਗੱਠਜੋੜ ਬਣਿਆ ਅਕਾਲੀ ਦਲ ਬੀਐਸਪੀ ਦਾ।
ਨਹੀਂ ਉਹਨਾਂ ਦਾ ਕੋਈ ਫਰਕ ਨਹੀਂ ਪੈਣਾ ਇਸ ਚੀਜ਼ ਦਾ। ਇਹ ਤੇ ਉਦਾਂ ਹੀ ਚੱਲ ਰਹਿਣਾ ਉਹਨਾਂ ਦਾ, ਬੰਦੇ ਉਹੀ ਉਹਨਾਂ ਦੇ ਉਹੀ ਗੰਢੇ ਜੋੜੇ ਜਾਣੇ ਨੇ, ਉਹੀ ਸਭ ਕੁਝ ਹੋਣਾ ਉਹਨਾਂ ਦਾ। ਇਹ ਸਿਰਫ ਸਾਨੂੰ ਘੱਲੂ ਗਿਰੇ 'ਚ ਪਾਇਆ ਹੋਇਆ, ਹੋਰ ਕੁਝ ਨਹੀਂ ਹੈਗਾ। ਤਾਂ ਬਿਲਕੁਲ ਕਹਿੰਦੇ ਨੇ ਵੀ ਬਹੁਤ ਸਾਰੇ ਜਿਵੇਂ ਆਪਾਂ ਤਸਵੀਰਾਂ ਦੇਖੀਆਂ, ਕਿਤੇ ਚਰਨਜੀਤ ਸਿੰਘ ਚੰਨੀ ਹੁਣੀ ਹਾਕੀ ਖੇਡਦੇ ਨੇ, ਕਿਤੇ ਲੀਡਰ ਭੰਗੜੇ ਪਾ ਰਹੇ ਨੇ, ਤਾਂ ਅਸਰ ਕਹਿੰਦੇ ਹੋਊਗਾ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਵੀ ਇਹਨਾਂ ਚੀਜ਼ਾਂ ਨੂੰ ਲੋਕਾਂ ਨੂੰ ਭਰਮਾਉਣ ਦੇ ਲਈ ਵਰਤਿਆ ਜਾ ਰਿਹਾ। ਸਾਰੇ ਲੀਡਰਾਂ ਦੇ ਟੈਕਟ ਨੇ, ਪਰ ਦੂਜੇ ਪਾਸੇ ਕੁਝ ਲੋਕ ਇਹ ਵੀ ਕਹਿੰਦੇ ਨੇ ਵੀ ਇੱਕ ਸਾਦਗੀ ਦਾ ਮੈਸੇਜ ਆਉਂਦਾ ਹੈ, ਤਾਂ ਇਹ ਸਾਦਗੀ ਵੋਟਰਾਂ ਨੂੰ ਕਿੰਨੀ ਕੁ ਰਾਸ ਆਵੇਗੀ, ਮਾਫ ਕਰਨਾ ਲੀਡਰਾਂ ਨੂੰ ਕਿੰਨੀ ਕੁ ਰਾਸ ਆਵੇਗੀ, ਕਿੰਨੇ ਕੁ ਲੋਕ ਜਿਹੜੇ ਨੇ ਉਹਨਾਂ ਦੀ ਇਸ ਐਕਟੀਵਿਟੀਜ਼ ਤੋਂ ਪ੍ਰਭਾਵਿਤ ਹੁੰਦੇ ਨੇ, ਇਹ 2022 ਦੀਆਂ ਚੋਣਾਂ 'ਚ ਪਤਾ ਲੱਗੇਗਾ। ਤਾਂ ਲਗਾਤਾਰ ਤੁਹਾਡੀ ਗੱਲਬਾਤ ਅਸੀਂ ਕਰਵਾ ਰਹੇ ਹਾਂ ਵਿਧਾਨ ਸਭਾ ਹਲਕਾ ਦਸੂਹਾ ਦੇ ਲੋਕਾਂ ਦੇ ਨਾਲ। ਫਿਰ ਚੱਲਦੇ ਹਾਂ ਅੱਗੇ ਤੇ ਗੱਲ ਕਰਾਂਗੇ, ਕੋਸ਼ਿਸ਼ ਕਰਾਂਗੇ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ, ਤਾਂ ਜੋ ਉਹਨਾਂ ਦਾ ਪੱਖ ਵੀ ਤੁਹਾਡੇ ਤੱਕ ਪਹੁੰਚਾਇਆ ਜਾਵੇ। ਤਾਂ ਲਗਾਤਾਰ ਤੁਹਾਨੂੰ ਲੋਕਾਂ ਦੇ ਨਾਲ ਮਿਲਵਾ ਰਹੇ ਹਾਂ, ਲੋਕ ਕਿਸ ਤਰੀਕੇ ਦੇ ਨਾਲ ਕਾਂਗਰਸ ਸਰਕਾਰ ਦੇ ਬਾਰੇ ਸੋਚ ਰਹੇ ਨੇ, ਦੂਸਰੀਆਂ ਪਾਰਟੀਆਂ ਦੇ ਬਾਰੇ ਲੋਕ ਕੀ ਸੋਚਦੇ ਨੇ। ਤਾਂ ਮੰਡੀ ਦੇ ਵਿੱਚ ਪਹੁੰਚੇ ਹਾਂ, ਤਾਂ ਆੜਤੀ ਇੱਕ ਨੁਮਾਇੰਦਾ ਵੀ ਲਗਾਤਾਰ ਜਿਹੜਾ ਹੈ ਆੜਤੀ ਵਰਗ ਸੀਗਾ ਜਿਹੜਾ, ਉਹ ਵੀ ਲਗਾਤਾਰ ਸਮੱਸਿਆਵਾਂ ਦੇ ਵਿੱਚ ਸੀਗਾ। ਬਹੁਤ ਸਾਰੀਆਂ ਮੀਟਿੰਗਾਂ ਵੀ ਉਹਨਾਂ ਦੀਆਂ ਸਰਕਾਰ ਦੇ ਨਾਲ ਹੋਈਆਂ। ਸਮੱਸਿਆਵਾਂ ਦੇਖਦੇ ਹਾਂ ਵੀ ਹੱਲ ਹੋਈਆਂ ਕਿ ਨਹੀਂ ਹੋਈਆਂ। ਭਾਜੀ ਕੀ ਨਾਂ ਤੁਹਾਡਾ? ਮੇਰਾ ਜੀ ਤੇਜਿੰਦਰਪਾਲ ਸਿੰਘ। ਚੰਨੀ ਸਰਕਾਰ ਆਈ, ਇਸ ਤੋਂ ਪਹਿਲਾਂ ਕੈਪਟਨ ਸਰਕਾਰ ਸੀਗੀ, ਲਗਭਗ 5 ਸਾਲ ਹੋ ਜਾਣੇ ਪੂਰੇ, ਔਰ ਵਾਅਦੇ ਬੜੇ ਕੀਤੇ ਸੀਗੇ ਸਰਕਾਰ ਦੇ ਵੱਲੋਂ ਵੀ। ਕਿਵੇਂ ਦੇਖਦੇ ਹੋ, ਵਾਅਦੇ ਵਫਾ ਹੋਏ ਕਿ ਨਹੀਂ ਹੋਏ ਲੱਗਦੇ? ਸਾਨੂੰ ਤਾਂ ਇਹਨਾਂ ਦਾ ਜੀ ਕੋਈ ਵਾਅਦਾ ਵਫਾ ਹੋਇਆ ਨਹੀਂ ਲੱਗਦਾ ਜੀ। ਇਹਨਾਂ ਨੇ ਸਭ ਤੋਂ ਪਹਿਲਾਂ ਘਰ ਘਰ ਨੌਕਰੀ ਵਾਲੀ ਗੱਲ ਕੀਤੀ ਜੀ, ਉਹ 'ਚ ਵੀ ਇਹਨਾਂ ਨੇ ਆਪਣੇ ਘਰਾਂ 'ਚ ਹੀ ਨੌਕਰੀ ਦਿੱਤੀ, ਹੋਰ ਤੇ ਘਰ 'ਚ ਕੋਈ ਨੌਕਰੀ ਸਾਨੂੰ ਆਈ ਦਿਸੀ ਨਹੀਂ ਜੀ 5 ਸਾਲ ਦੇ ਵਿੱਚ। ਸਭ ਤੋਂ ਵੱਡੀ ਗੱਲ ਸਾਡਾ ਮੰਡੀ ਨਾਲ ਸੰਬੰਧਿਤ ਸਾਡਾ ਕਾਰੋਬਾਰ ਹੈ, ਜ਼ਿਮੀਂਦਾਰਾਂ ਨਾਲ ਸੰਬੰਧਿਤ ਸਾਡਾ ਕਾਰੋਬਾਰ ਹੈ। ਸਭ ਤੋਂ ਵੱਡੀ ਗੱਲ ਇਹਨਾਂ ਨੇ ਇਸ ਵਾਰ ਜ਼ਿਮੀਂਦਾਰ ਇਸ ਤਰੀਕੇ ਨਾਲ ਮੰਡੀਆਂ ਦੇ ਵਿੱਚ ਰੁਲਿਆ, ਜਿਹੜਾ ਪਹਿਲਾਂ ਕਦੀ ਵੀ ਅਕਾਲੀ ਸਰਕਾਰ ਦੇ ਦੌਰਾਨ ਕਦੀ ਵੀ ਕਿਸੇ ਜ਼ਿਮੀਂਦਾਰ ਨੂੰ ਨਾ ਆਪਣੀ ਫਸਲ ਵੇਚਣ 'ਚ ਨਾ ਅਦਾਇਗੀ 'ਚ ਕਦੀ ਕੋਈ ਸਮੱਸਿਆ ਆਈ। ਇਸ ਵਾਰ ਜ਼ਿਮੀਂਦਾਰ ਬਹੁਤ ਹੀ ਬੁਰੇ ਤਰੀਕੇ ਨਾਲ ਮੰਡੀਆਂ ਦੇ ਵਿੱਚ ਮਾੜੇ ਪ੍ਰਬੰਧਾਂ ਨੇ ਹੋਣ ਕਾਰਨ ਰੁਲਿਆ ਜੀ। ਅੱਛਾ, ਤੁਸੀਂ ਗੱਲ ਕੀਤੀ ਹੈ ਵੀ ਅਕਾਲੀ ਦਲ ਸਰਕਾਰ ਦੇ ਸਮੇਂ ਇਹ ਸਮੱਸਿਆਵਾਂ ਨਹੀਂ ਆਈਆਂ, ਹੈ ਨਾ, ਪਰ ਖੁਦਕੁਸ਼ੀਆਂ ਉਦੋਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋਈਆਂ। ਤੁਹਾਨੂੰ ਇਹ ਲੱਗਦਾ ਹੈ ਵੀ ਜਿਸ ਤਰੀਕੇ ਦੇ ਨਾਲ ਹੁਣ ਕਰਜ਼ੇ ਮਾਫ ਕਰਨ ਦੀ ਗੱਲ ਕਰਦੀ ਸੀ ਸਰਕਾਰ, ਕਰਜ਼ੇ ਮਾਫ ਹੋਏ ਕਿਸਾਨਾਂ ਦੇ? ਲੱਗਦੇ ਕਰਜ਼ੇ ਮਾਫੀ ਦੀ ਇੱਕ ਅਲਾਇਦਾ ਹੈ, ਹਰ ਸਰਕਾਰ ਹੀ ਕੋਈ ਵੀ ਪਾਰਟੀ ਹੋਵੇ, ਹਰ ਸਰਕਾਰ ਇਹ ਕਹਿੰਦੀ ਕਿ ਅਸੀਂ ਕਰਜ਼ੇ ਮਾਫ ਕਰਾਂਗੇ। ਕਰਜ਼ੇ ਮਾਫੀ ਨਾਲੋਂ ਮੈਂ ਚਾਹੁੰਦਾ ਕਿ ਕਿਸਾਨਾਂ ਦੀ ਜਿਹੜੀ ਕਮਾਈ ਹੈ ਉਸ ਵੱਲ ਵੇਖਣਾ ਚਾਹੀਦਾ ਕਿ ਇਹਨਾਂ ਦਾ ਪੱਧਰ ਕਿਸ ਤਰੀਕੇ ਨਾਲ ਉੱਪਰ ਚੁੱਕਿਆ ਜਾਵੇ, ਕਿਸ ਤਰੀਕੇ ਨਾਲ ਹੋਰ ਝੋਨੇ ਕਣਕ ਤੋਂ ਇਹਨਾਂ ਨੂੰ ਬਾਹਰ ਕੱਢ ਕੇ ਹੋਰ ਫਸਲਾਂ ਬਿਜਾਈਆਂ ਜਾਣ, ਉਹਨਾਂ ਦਾ ਮੰਡੀਕਰਨ ਕੀਤਾ ਜਾਏ, ਕਿ ਕਿਸੇ ਤਰ੍ਹਾਂ ਜਿਹੜੇ ਕਿਸਾਨ ਇਸ ਇੱਕ ਫਸਲੀ ਚੱਕਰ 'ਚ ਫਸ ਚੁੱਕੇ ਨੇ ਬੁਰੀ ਤਰ੍ਹਾਂ, ਉਹਨਾਂ ਨੂੰ ਉਸ ਤੋਂ ਉਭਾਰਿਆ ਜਾਏ, ਬਾਕੀ ਫਸਲਾਂ ਦਾ ਮੰਡੀਕਰਨ ਕੀਤਾ ਜਾਏ ਤੇ ਉਹਨਾਂ ਦਾ ਉਭਾਰ ਕੀਤਾ ਜਾਏ। ਜੋ ਕਿਸਾਨ ਖੁਸ਼ਹਾਲ ਹੋਏਗਾ, ਉਹਦੀ ਫਸਲ ਅੱਛੇ ਤਰੀਕੇ ਨਾਲ ਮਹਿੰਗੇ ਭਾਅ ਨਾਲ ਕੁਆਲਿਟੀ, ਅਸੀਂ ਤੇ ਕਿਸਾਨਾਂ ਨੂੰ ਵੀ ਆਪਣੇ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਸਰਕਾਰ ਨੂੰ ਪਹਿਲੀ ਅਪੀਲ ਕਰਦੇ ਕਿ ਇਹਨਾਂ ਨੂੰ ਕੁਆਲਿਟੀ ਦੇ ਸੀਡ ਦੇਣ, ਤੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਕਿ ਕੁਆਲਿਟੀ ਮੰਡੀ ਵਿੱਚ ਲੈ ਕੇ ਆਉਣ, ਜਿਸ ਨਾਲ ਸਾਡਾ ਦੂਸਰੇ ਦੇਸ਼ਾਂ ਨੂੰ ਜਦੋਂ ਅਸੀਂ ਵਪਾਰ ਕਰਦੇ ਹਾਂ ਉਹ ਸੈਂਪਲ ਕਦੀ ਸਾਡੇ ਫੇਲ ਨਾ ਹੋਣ, ਸਾਡੀ ਵੀ ਖੁਸ਼ਹਾਲੀ ਹੋ। ਤੇ ਸਰਕਾਰ ਕੋਈ ਵੀ ਚੀਜ਼ ਖਰੀਦੇ, ਚਾਹੇ ਉਹ ਸੂਰਜਮੁਖੀ ਖਰੀਦੇ, ਚਾਹੇ ਹੋਰ ਫਸਲਾਂ ਖਰੀਦਣ, ਜਿਸ ਤਰੀਕੇ ਦੇ ਨਾਲ ਉਹ ਕਣਕ ਤੇ ਝੋਨੇ ਦੀ MSP ਨੂੰ ਰੱਖ ਕੇ ਖਰੀਦਦੇ ਨੇ, ਸਰਕਾਰ ਦਾ ਉੱਤੇ ਚੈੱਕ ਹੈ। ਬਾਕੀ ਫਸਲਾਂ ਦੀ ਵੀ ਜਿਹੜੀ ਖਰੀਦਦਾਰੀ ਉਹ ਇਸੇ ਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ, ਉਹਨਾਂ ਦੀ MSP ਉੱਪਰ ਹੋਵੇ, ਕੁਆਲਿਟੀ ਨੂੰ ਵੇਖਿਆ ਜਾਵੇ ਤੇ ਕਿਸਾਨ ਖੁਸ਼ਹਾਲ ਹੋਏਗਾ। ਉਸ ਦਾ ਕਰਜ਼ਾ ਸਰਕਾਰ ਨੂੰ ਮਾਫ ਕਰਨ ਦੀ ਲੋੜ ਨਹੀਂ। ਤੁਹਾਡੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਕੀ ਸਮੱਸਿਆਵਾਂ ਸੀਗੀਆਂ, ਕੁਝ ਹੱਲ ਹੋਈਆਂ ਲੱਗਦੀਆਂ ਨੇ? ਸਾਡੇ ਹਲਕੇ ਦੀ ਮੈਨੂੰ ਤੇ ਕੋਈ ਉਹ ਜੋ ਪਹਿਲਾਂ ਅੱਜ ਤੋਂ 20-25 ਸਾਲ ਪਹਿਲਾਂ ਸੀ ਉਹੀ ਹੈ, ਕੋਈ ਨਵੀਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਸਾਡੇ ਹਲਕੇ 'ਚ ਮੈਨੂੰ ਕੋਈ ਨਜ਼ਰ ਨਹੀਂ ਆਈ। 20-25 ਸਾਲ ਪਹਿਲਾਂ ਦੀ ਗੱਲ ਕੀਤੀ, ਪਿਛਲੇ 10 ਸਾਲ ਤੁਹਾਡੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ, ਉਦੋਂ ਹੱਲ ਹੋਇਆ ਮਸਲੇ ਕਿ ਨਹੀਂ ਹੋਏ? ਉਸ ਦੌਰਾਨ ਕਾਫੀ ਮਸਲੇ ਆਲੇ। ਸਭ ਤੋਂ ਵੱਡੀ ਗੱਲ ਦੇਖੋ ਤੁਸੀਂ, ਆਮ ਲੋਕਾਂ ਦੀ ਜਿਹੜੀ ਗੱਲ ਹੈ, ਜਿਹੜੇ ਕਿ ਸੁਵਿਧਾ ਕੇਂਦਰ ਸਾਰੇ ਪਿੰਡਾਂ ਵਿੱਚ ਸੀ, ਉਹ ਸੁਵਿਧਾ ਕੇਂਦਰ ਜਿਹੜੇ ਉਹਨਾਂ ਨੂੰ ਬੰਦ ਕਰਨ ਨਾਲ ਕਿਸੇ ਦਾ ਫਾਇਦਾ ਪਤਾ ਨਹੀਂ ਹੋਇਆ ਕਿ ਨੁਕਸਾਨ ਬਹੁਤ ਹੀ ਲੋਕਾਂ ਦਾ ਹੋਇਆ ਜੀ। ਉਹ ਜਿਹੜੇ ਹੁਣ
10 ਪਿੰਡਾਂ ਦਾ 20 ਪਿੰਡਾਂ ਦਾ ਇੱਕ ਸੁਵਿਧਾ ਕੇਂਦਰ ਨੂੰ ਦੁਬਿਧਾ ਕੇਂਦਰ ਬਣ ਗਿਆ ਜੀ। ਇੱਕ ਬੰਦੇ ਨੇ ਆਮ ਆਪਣਾ ਕੋਈ ਸਰਟੀਫਿਕੇਟ ਜਾਂ ਕੁਝ ਲੈਣਾ ਹੋਵੇ ਸਾਰਾ ਦਿਨ ਲਾਈਨਾਂ 'ਚ ਖੜਨਾ। ਇਹ ਵੀ ਇੱਕ ਦੇਖੋ ਜੀ ਕਿੱਡੀ ਸਰਕਾਰ ਨੇ ਜੀ, ਅਕਾਲੀ ਸਰਕਾਰ ਨੇ ਸੁਵਿਧਾ ਕੇਂਦਰ ਬਣਾਏ ਸੀ, ਅਸੀਂ ਬੰਦ ਕਰ ਦੇਣੇ ਜੀ। ਇਹ ਇੱਕ ਵੇਖੋ ਕਿੱਡੀ ਵੱਡੀ। ਅਕਾਲੀ ਦਲ ਬੇਅਦਬੀ ਦੇ ਮੁੱਦੇ 'ਚੋਂ ਨਿਕਲ ਪਾਏਗਾ ਇਸ ਵਾਰ? ਸਮੱਸਿਆਵਾਂ ਅਜੇ ਤੱਕ ਵੀ ਖੜੀਆਂ ਨੇ, ਲੋਕ ਸਵਾਲ ਵੀ ਕਰਦੇ ਨੇ ਘੇਰ ਕੇ ਲੀਡਰਾਂ ਨੂੰ। ਬੇਅਦਬੀ ਦੇ ਮੁੱਦੇ ਤੇ ਸਭ ਤੋਂ ਪਹਿਲੀ ਜਿਹੜੀ ਇਹ ਹੈ ਕਿ ਬਾਦਲ ਪਰਿਵਾਰ ਉਹ ਇੱਕ ਬਹੁਤ ਹੀ ਗੁਰੂ ਸਾਹਿਬ ਨਾਲ ਜੁੜਿਆ ਤੇ ਇੱਕ ਗੁਰਸਿੱਖ ਪਰਿਵਾਰ ਹੈ। ਉਹਨਾਂ ਦੇ ਮਨ 'ਚ ਕਦੀ ਵੀ ਨਾ ਬੇਅਦਬੀ ਕਰਾਉਣ ਦਾ ਨਾ ਕਰਨ ਦਾ ਕਦੀ ਵੀ ਖਿਆਲ ਵੀ ਨਹੀਂ ਆ ਸਕਦਾ। ਇਹ ਜਿਹੜਾ ਹੈ ਸਿਰਫ ਇੱਕ ਮੀਡੀਆ ਦਾ ਜਾਂ ਸੋਸ਼ਲ ਮੀਡੀਆ ਦਾ ਪ੍ਰੋਪੋਗੰਡਾ ਆਪਾਂ ਕਹਿ ਸਕਦੇ। ਜਦੋਂ ਸੁਖਬੀਰ ਸਿੰਘ ਬਾਦਲ ਜੀ ਨੇ ਪਾਰਟੀ ਪ੍ਰਧਾਨ ਨੇ ਇਹ ਗੱਲ ਕਹਿ ਦਿੱਤੀ ਕਿ ਜਿਹਨੇ ਬੇਅਦਬੀ ਕਰਵਾਈ ਹੈ ਜਾਂ ਜਿਸ ਦਾ ਬੇਅਦਬੀ ਕਰਵਾਉਣ 'ਚ ਹੱਕ ਹੈ ਉਸ ਦੇ ਪਰਿਵਾਰ ਦਾ ਕੁਝ ਨਾ ਰਵੇ। ਇਸ ਕਰਕੇ ਮੈਂ ਤੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਨਾ ਕਿ ਸਾਨੂੰ ਇਸ ਗੱਲ ਦਾ ਸਾਡਾ ਬਹੁਤ ਹੀ ਇੱਕ ਨੀਵਾਂ ਪੱਧਰ ਹੈ, ਪਰਮਾਤਮਾ ਬਹੁਤ ਹੀ ਇੱਕ ਉੱਚ ਬੇਅੰਤ ਤਾਕਤ ਹੈ, ਉਸ ਦੇ ਉੱਤੇ ਛੱਡ ਦੇਣਾ ਚਾਹੀਦਾ। ਜਿਸ ਵੀ ਆਦਮੀ ਦਾ ਇਸ ਵਿੱਚ ਹੱਥ ਹੈ ਹੁਣ ਤੇ ਮੇਰੇ ਹਿਸਾਬ ਨਾਲ ਫੈਸਲਾ ਅਦਾਲਤਾਂ ਵੀ ਨਹੀਂ ਕਰ ਸਕੀਆਂ, ਸਰਕਾਰਾਂ ਵੀ ਨਹੀਂ ਕਰ ਸਕੀਆਂ, ਪਰਮਾਤਮਾ ਹੀ ਆਪ ਹੀ ਇਸ ਗੱਲ ਦਾ ਨਿਬੇੜਾ ਕਰਨਗੇ ਜਿਸ ਨੇ ਬੇਅਦਬੀ ਕਰਵਾਈ। ਅੱਛਾ, ਵੋਟ ਪਾਉਣ ਜਾਣਾ ਇਸ ਵਾਰ ਫਿਰ ਤਾਂ ਕਿਹੜੇ 3 ਮੁੱਦੇ ਦਿਮਾਗ ਦੇ ਵਿੱਚ ਰਹਿਣਗੇ? ਵੋਟ ਪਾਉਣ ਲਈ ਸਭ ਤੋਂ ਪਹਿਲਾ ਜਿਹੜਾ ਮੁੱਦਾ ਪਹਿਲਾਂ ਸਾਡਾ ਇਹੀ ਕਿਸਾਨਾਂ ਨਾਲ ਸੰਬੰਧਿਤ ਆ, ਸਾਡਾ ਕਾਰੋਬਾਰ ਵੀ ਕਿਸਾਨਾਂ ਨਾਲ ਸੰਬੰਧਿਤ ਹੈ ਤੇ ਇਹੀ ਹਰ ਕਿਸੇ ਵੀ ਮੰਚ ਤੇ ਇਹੀ ਅਪੀਲ ਕਰੀਦੀ ਕਿ ਕਿਸਾਨਾਂ ਦਾ ਪੱਧਰ ਕਿਸੇ ਤਰੀਕੇ ਨਾਲ ਜਿਹੜੀ ਸਰਕਾਰ ਉੱਪਰ ਚੁੱਕੇ, ਜਿਹੜੇ ਨੌਜਵਾਨ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤੇ ਸਮਾਜ ਜਿਹੜਾ ਆਪਸੀ ਭਾਈਚਾਰਾ ਉਹਦੀ ਸਾਂਝ ਜਿਹੜੀ ਉਹ ਬਰਕਰਾਰ ਰਹੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਅੱਛਾ, ਆਖਰੀ ਸਵਾਲ ਲਊਂਗਾ। ਸੁਖਬੀਰ ਬਾਦਲ ਹੁਣੀ ਜਲੇਬੀਆਂ ਕੱਢਦੇ ਨੇ, ਉਧਰ ਸੀਐਮ ਚਰਨਜੀਤ ਸਿੰਘ ਚੰਨੀ ਭੰਗੜਾ ਪਾਉਂਦੇ ਨੇ, ਹਾਕੀ ਖੇਡਦੇ ਨੇ, ਕੋਈ ਅਸਰ ਹੋਊਗਾ ਵੋਟਰਾਂ ਦੇ ਉੱਤੇ? ਇਹਨਾਂ ਚੀਜ਼ਾਂ ਦਾ ਪ੍ਰਭਾਵ ਪਊਗਾ? ਇਹ ਕੁਝ % ਮਨਾਂ ਤੇ ਇਸ ਚੀਜ਼ ਦਾ ਵੀ ਅਸਰ ਹੋ ਜਾਂਦਾ ਕਿ ਉਹ ਹਰ ਬੰਦਾ ਇਹ ਚਾਹੁੰਦਾ ਕਿ ਸਾਡਾ ਸੀਐਮ ਉਹ ਹੋਵੇ ਜਿਹੜਾ ਸਾਡੇ ਵਰਗਾ ਹੋਏ, ਸਾਡੇ ਵਿੱਚ ਖੜੇ, ਨਾ ਕਿ ਸੀਐਮ ਐਸਾ ਹੋਏ ਜਿਹਦੀ ਗੱਡੀ ਨੂੰ ਵੀ ਕੋਈ ਹੱਥ ਨਾ ਲਾ ਸਕੇ। ਹਰ ਬੰਦਾ ਚਾਹੁੰਦਾ ਕਿ ਸੀਐਮ ਜਿਹੜਾ ਆਮ ਇਨਸਾਨਾਂ ਦੇ ਵਿੱਚ, ਆਮ ਜਲਸਿਆਂ ਦੇ ਵਿੱਚ ਘੁੰਮੇ, ਆਮ ਹਰ ਥਾਂ ਸ਼ਿਰਕਤ ਕਰੇ ਜੀ। ਵਿਧਾਨ ਸਭਾ ਹਲਕਾ ਦਸੂਹਾ ਦੀਆਂ ਲਗਾਤਾਰ ਤਸਵੀਰਾਂ ਵੀ ਤੁਸੀਂ ਸੁਣ ਰਹੇ ਹੋ, ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣ ਰਹੇ ਹੋ। ਸਮੱਸਿਆ ਸਿਰਫ ਸੜਕਾਂ ਗਲੀਆਂ ਨਾਲੀਆਂ ਤੱਕ ਹੀ ਸੀਮਿਤ ਨਹੀਂ ਹੈ, ਸਮੱਸਿਆਵਾਂ ਬੇਹੱਦ ਗੰਭੀਰ ਨੇ। ਡਿਜੀਟਲ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ, ਪਰ ਇਸ ਟਾਈਮ ਅਸੀਂ ਇੱਕ ਪਿੰਡ ਦੇ ਵਿੱਚ, ਇੱਕ ਘਰ ਦੇ ਵਿੱਚ, ਜਗਰਾਲ ਪਿੰਡ ਹੈ ਵਿਧਾਨ ਸਭਾ ਹਲਕਾ ਦਾ, ਬਿਲਕੁਲ ਪਹਾੜੀਆਂ ਦੇ ਵਿੱਚ ਇਹ ਪਿੰਡ ਵਸਿਆ ਹੈ। ਸਭ ਤੋਂ ਪਹਿਲਾਂ ਮੈਂ ਦ੍ਰਿਸ਼ ਦਿਖਾਉਣਾ ਚਾਹੂੰਗਾ ਕਿ ਜਿੱਥੇ ਤੁਸੀਂ ਅੱਜ ਵੱਡੀਆਂ ਬਿਲਡਿੰਗਾਂ ਦੇ ਵਿੱਚ ਰਹਿ ਰਹੇ ਹੋ, ਫਲੈਟਾਂ ਦੇ ਵਿੱਚ ਰਹਿ ਰਹੇ ਹੋ, ਅਮਰੀਕਾ ਕੈਨੇਡਾ ਤੱਕ ਪਹੁੰਚ ਗਏ ਹੋ, ਤਾਂ ਅੱਜ ਹਾਲਾਤ ਇਹਨਾਂ ਪਿੰਡਾਂ ਦੇ ਵਿੱਚ ਸਲੇਟਾਂ ਦੇ ਉੱਤੇ ਨਿਰਭਰ ਇਹ ਘਰ ਤੁਸੀਂ ਦੇਖ ਰਹੇ ਹੋ। ਡਬਲ ਸਟੋਰੀ ਇੱਕ ਤਰੀਕੇ ਦੇ ਨਾਲ ਤੁਹਾਨੂੰ ਦੇਖਣ ਤੋਂ ਲੱਗ ਰਿਹਾ ਹੋਊਗਾ, ਬੇਹੱਦ ਦੇਖਣ ਦੇ ਵਿੱਚ ਖੂਬਸੂਰਤ ਹੈ। ਔਰ ਸ਼ਾਇਦ ਇੱਕ ਪਹਿਲਾਂ ਘਰ ਤੁਸੀਂ ਅਜਿਹੇ ਹਿਮਾਚਲ ਦੇ ਵਿੱਚ ਦੇਖੇ ਹੋਣਗੇ, ਪਰ ਇਹ ਇਲਾਕਾ ਐਨ ਹਿਮਾਚਲ ਦੇ ਬਿਲਕੁਲ ਬਾਰਡਰ ਦੇ ਉੱਤੇ ਵਸਦਾ ਪਿੰਡ ਹੈ। ਦਿੱਕਤਾਂ ਇੱਥੇ ਮੈਂ ਤੁਹਾਨੂੰ ਸਭ ਤੋਂ ਮੁੱਢਲੀ ਦਿੱਕਤ ਤੁਹਾਨੂੰ ਦੱਸਦਾ। ਅੱਜ ਡਿਜੀਟਲ ਇੰਡੀਆ ਦਾ ਦੌਰ ਹੈ ਔਰ ਡਿਜੀਟਲ ਇੰਡੀਆ ਦੇ ਵਿੱਚ ਮੋਬਾਈਲ ਫੋਨ ਤੋਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੈ। ਜੇਕਰ ਗੱਲ ਕਰਨੀ ਹੈ ਕਿਤੇ, ਜੇ ਕਿਸੇ ਦੇ ਨਾਲ ਅਸੀਂ ਰਾਬਤਾ ਕਰਨਾ ਹੈ, ਕਿਸੇ ਨੂੰ ਸੁਣਿਆ ਪਹੁੰਚਾਉਣਾ, ਤਾਂ ਸਭ ਤੋਂ ਤੇਜ਼ ਸਾਧਨ ਮੋਬਾਈਲ ਫੋਨ ਹੈ। ਇੱਥੋਂ ਤੱਕ ਕਿ ਜੇ ਕਰੋਨਾ ਆਇਆ ਤਾਂ ਕਰੋਨਾ ਦੇ ਦੌਰਾਨ ਫੋਨਾਂ ਦੇ ਉੱਤੇ ਬੱਚਿਆਂ ਨੇ ਪੜ੍ਹਾਈ ਵੀ ਕੀਤੀ। ਪਰ ਇਸ ਪਿੰਡ ਦੀ ਤਰਾਸਦੀ ਇਹ ਹੈ ਕਿ ਇਸ ਪਿੰਡ ਦੇ ਵਿੱਚ ਮੋਬਾਈਲ ਫੋਨ ਦਾ ਨੈਟਵਰਕ ਤੱਕ ਹੀ ਨਹੀਂ ਆਉਂਦਾ। ਤਸਵੀਰ ਤੁਸੀਂ ਦੇਖ ਰਹੇ ਹੋ, ਇੱਕ ਵੀ ਜਿਹੜਾ ਨੈਟਵਰਕ ਫੋਨ ਦੇ ਉੱਤੇ ਨਹੀਂ ਆ ਰਿਹਾ। ਸਿੱਧੇ ਤੌਰ ਦੇ ਉੱਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਪਿੰਡਾਂ ਦੇ ਵਿੱਚ ਵਸਦੇ ਲੋਕਾਂ ਦਾ ਸ਼ਹਿਰਾਂ 'ਚ ਵਸਦੇ ਲੋਕਾਂ ਨਾਲੋਂ ਜਾਂ ਵੱਡੇ ਏਸੀ ਵਾਲੇ ਕਮਰਿਆਂ 'ਚ, ਹੀਟਰਾਂ ਵਾਲੇ ਕਮਰਿਆਂ 'ਚ ਬੈਠੇ ਲੀਡਰਾਂ ਤੱਕ ਇਹ ਕਿਵੇਂ ਰਾਬਤਾ ਹੁੰਦਾ ਹੋਊਗਾ, ਜਾਂ ਕਿਸੇ ਔਖੀ ਘੜੀ ਦੇ ਵਿੱਚ ਰਿਸ਼ਤੇਦਾਰਾਂ ਤੱਕ ਕਿਵੇਂ ਸੁਣਿਆ ਪਹੁੰਚਾਉਂਦੇ ਹੋਣਗੇ। ਤਾਂ ਪਰਿਵਾਰ ਦੇ ਮੁਖੀ ਬਾਈ ਜੀ ਸਾਡੇ ਨਾਲ ਨੇ। ਵੀਰ ਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਮੰਗਲ ਸਿੰਘ ਜੀ। ਮੰਗਲ ਜੀ, ਅੱਜ ਵੀ ਸਲੇਟਾਂ ਵਾਲੇ ਘਰਾਂ ਦੇ ਵਿੱਚ ਰਹਿ ਰਹੇ ਹੋ। ਇੱਕ ਪਾਸੇ ਡਿਜੀਟਲ ਇੰਡੀਆ ਦੀ ਗੱਲ ਹੁੰਦੀ ਹੈ, ਮੋਬਾਈਲ ਫੋਨਾਂ ਤੋਂ ਲੈ ਕੇ ਲੋਕੀ ਅੱਜ ਸਾਰਾ ਕੁਝ, ਘੜੀਆਂ ਤੱਕ ਵੀ ਡਿਜੀਟਲ ਆ ਗਈਆਂ। ਕਿੱਥੇ ਕੁ ਖੜਾ ਦੇਖਦੇ ਹੋ ਅੱਜ ਤੁਸੀਂ? ਬਹੁਤ ਅਜੇ ਬਹੁਤ ਪਿੱਛੇ ਆ, 100 ਸਾਲ ਪਿੱਛੇ ਆ ਦੂਜੀਆਂ ਕੰਟਰੀਆਂ ਨਾਲੋਂ। ਯੂਰਪ ਦੀ ਕੰਟਰੀ ਨਾਲ 100 ਸਾਲ ਪਿੱਛੇ ਹੈਗਾ ਸਾਡਾ ਇੰਡੀਆ। ਹਾਂਜੀ,
ਸਮੱਸਿਆਵਾਂ ਕੀ ਨੇ ਬਾਈ ਜੀ ਤੁਹਾਨੂੰ ਇਸ ਏਰੀਆ ਦੇ ਵਿੱਚ ਲੱਗਦੀਆਂ ਨੇ? ਸਮੱਸਿਆਵਾਂ ਇਸ ਹਿਸਾਬ ਨਾਲ ਜਿੱਦਾਂ ਇਹ ਰੋਡ ਦੇਖ ਲਓ ਤੁਸੀਂ, ਜਦੋਂ ਬਣਾਉਂਦੇ ਆ ਬਸ ਸਾਲ ਕੁ ਵਧੀਆ ਰਹਿੰਦੇ ਆ, ਉਸ ਤੋਂ ਬਾਅਦ ਟੁੱਟ ਜਾਂਦੇ ਆ। ਤੇ ਹੋਰ ਵਹੀਕਲ ਦੀ ਬਹੁਤ ਪ੍ਰੋਬਲਮ ਹੈਗੀ ਆ, ਜਿੱਦਾਂ ਟਾਈਮ ਤੇ ਵਹੀਕਲ ਨਹੀਂ ਮਿਲਦੇ ਹੈਗੇ ਆ। ਕਿਤੇ ਜਾਣਾ ਹੋਵੇ, ਹਸਪੀਟਲ ਜਾਣਾ ਹੋਵੇ, ਐਂਬੂਲੈਂਸ ਆਉਣ ਵਾਸਤੇ ਵੀ ਕਾਫੀ ਟਾਈਮ ਲੱਗ ਜਾਂਦਾ। ਠੀਕ ਹੈ ਜੀ। ਤੇ ਬਾਕੀ ਨੈਟਵਰਕ ਦੀ ਬਹੁਤ ਵੱਡੀ ਪ੍ਰੋਬਲਮ ਹੈ, ਜਿੱਦਾਂ ਆਪਾਂ ਕਿਸੇ ਨੂੰ ਫੋਨ ਕਰਦੇ ਆ ਫੋਨ ਤੱਕ ਹੁੰਦਾ ਹੀ ਨਹੀਂ। ਹੁਣ ਪਿੱਛੇ ਸੀਗਾ ਜਿਹੜੇ ਆਪਣੇ ਬੱਚਿਆਂ ਦੀਆਂ ਜਿਹੜੀਆਂ ਪੜ੍ਹਾਈਆਂ ਚੱਲੀਆਂ ਸੀਗੀਆਂ, ਉਹਨਾਂ ਵਿੱਚ ਆਨਲਾਈਨ ਪੜ੍ਹਾਈ ਸੀ, ਕਿਉਂਕਿ ਕਰੋਨਾ ਦੌਰ ਚੱਲਿਆ ਸੀਗਾ। ਕਹਿੰਦੇ ਸੀ ਕਿ ਬੱਚੇ ਘਰ ਬੈਠ ਕੇ ਪੜ੍ਹਨ, ਤੇ ਮੋਬਾਈਲ ਦੀ ਨੈਟਵਰਕਿੰਗ ਨਾਮ ਦੇ ਕਰਕੇ ਸਾਡੇ ਬੱਚਿਆਂ ਨੂੰ ਜਿਹੜੀ ਬੜੀ ਪ੍ਰੋਬਲਮ ਆਈ ਆ, ਕਿਉਂਕਿ ਬੀਬੀਆਂ ਦਾ ਘਰ ਦੇ ਕੰਮ ਨਹੀਂ ਮੁੱਕਦੇ, ਤੇ ਉਹ ਵਿਚਾਰੇ ਕਿੰਨੀ ਦੇਰ ਤੱਕ ਆਪਣੇ ਬੱਚਿਆਂ ਨੂੰ ਲੈ ਕੇ ਪੜ੍ਹਾਉਣਾ। ਕਦੇ ਨੈਟਵਰਕ ਆਂਦਾ, ਕਦੇ ਵਿਊ ਆ ਜਾਣਾ ਉਹਦਾ, ਕਦੇ ਫਿਰ ਹੋ ਜਾਣਾ, ਦੁਬਾਰੇ ਫਿਰ ਡਾਊਨਲੋਡ ਕਰਨਾ। ਬਹੁਤ ਵੱਡੀ ਜਿਹੜੀ ਆ ਮਤਲਬ ਪ੍ਰੋਬਲਮ ਹੋਈ ਹੈ। ਤੇ ਭਾਈ ਪਾਣੀ ਦੀ ਕਿੰਨੀ ਕੁ ਸਮੱਸਿਆ ਹੈਗੀ ਹੈ ਇੱਧਰ? ਪਾਣੀ ਦਾ ਕਹਿੰਦੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਪਾਣੀ ਦਾ ਭਾਜੀ। ਬਸ ਗਰਮੀ ਦਾ ਹੀ ਹੈ, ਸਰਦੀਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਸਰਦੀਆਂ ਨੂੰ ਵਧੀਆ ਪਾਣੀ ਆਉਂਦਾ ਹੈ। ਪਾਣੀ ਸਰਦੀਆਂ ਨੂੰ ਲਾਗਤ ਵੀ ਘਟ ਜਾਂਦੀ ਹੈ ਥੋੜੀ? ਹਾਂਜੀ, ਲਾਗਤ ਘਟੀ ਜਾਂਦੀ ਹੈ, ਇਸ ਕਰਕੇ ਪੂਰਾ ਹੋ ਜਾਂਦਾ ਹੈ। ਹਾਂਜੀ। ਗਰਮੀਆਂ ਨੂੰ ਕੀ ਹਾਲਾਤ ਹੁੰਦੇ ਨੇ? ਗਰਮੀਆਂ ਨੂੰ ਪਾਣੀ ਆਂਦਾ ਨਹੀਂ ਭਾਜੀ, ਜਿੱਦਾਂ ਆਇਆ ਕਿਤੇ 15-20 ਮਿੰਟ ਆ ਗਿਆ, ਤੀਜੇ ਦਿਨ ਆ ਗਿਆ, ਤੇ ਇਦਾਂ ਪ੍ਰੋਬਲਮ ਹੁੰਦੀ ਆ। ਫਿਰ ਕਿਵੇਂ ਪੂਰਾ ਕਰਦੇ ਹੋ? ਕਿਉਂਕਿ ਨਹਾਉਣਾ ਵੀ ਹੈ, ਭਾਂਡੇ ਠੀਕਰ ਵੀ ਧੋਣੇ ਆ, ਪੀਣਾ ਵੀ ਹੈ, ਪਸ਼ੂਆਂ ਨੂੰ ਵੀ ਪਿਆਉਣਾ। ਕਈ ਵਾਰ ਤਾਂ ਇੱਥੇ ਜਿੱਦਾਂ ਇੱਕ ਸਾਡਾ ਮੰਦਿਰ ਹੈਗਾ, ਇੱਥੇ ਕਾਫੀ ਵੱਡੀ ਟੈਂਕੀ ਆ, ਉਹਦੇ ਵਿੱਚ ਪਾਣੀ ਜਿਹੜਾ ਹੋਲਡ ਹੁੰਦਾ ਆ, ਪਾਣੀ ਹੁੰਦਾ ਆ, ਉੱਥੋਂ ਲਿਆਂਦੇ ਆ ਲੋਕੀ। ਜਾਂ ਫਿਰ ਕਈ ਵਾਰੀ ਜਿੱਦਾਂ ਸਾਡੇ MLA ਵਗੈਰਾ ਹੈਗੇ ਆ, ਉਹ ਟੈਂਕ ਭੇਜ ਦਿੰਦੇ ਆ ਪਾਣੀ। ਜਿੱਦਾਂ ਇਸ ਵਾਰ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਕਾਫੀ ਕੀਤੀ ਆ, ਤੇ ਕਾਂਗਰਸ ਵਾਲਿਆਂ ਨੇ ਵੀ ਆਪਣੇ ਪਾਣੀ ਦੇ ਜਿਹੜੇ ਟੈਂਕ ਭੇਜੇ ਆ, ਤੇ ਉਹਨਾਂ ਨੇ ਪ੍ਰੋਬਲਮ ਜਿਹੜੀ ਸੋਲਵ ਕੀਤੀ ਆ। ਪਰ ਇਹ ਜਿਹੜਾ ਜਿੱਦਾਂ ਇਹ ਆਪਣੇ ਡੰਗਰ ਪਸ਼ੂ ਰੱਖੇ ਹੁੰਦੇ ਆ, ਇਹਨਾਂ ਵਾਸਤੇ ਥੋੜਾ ਔਖਾ ਹੋ ਜਾਂਦਾ ਹੈ। ਇਹਨਾਂ ਨੂੰ ਹੁਣ ਤਾਂ ਛੱਪੜ ਵੀ ਇਦਾਂ ਦੇ ਨੇ ਜਿਹਨਾਂ ਵਿੱਚ ਪਾਣੀ ਟਿਕਦਾ ਹੈ। ਛੱਪੜ ਜਿਹੜੇ ਆ ਮਤਲਬ ਖਰਾਬ ਹੋ ਚੁੱਕੇ ਆ ਸਾਰੇ ਹੀ। ਉਹਨਾਂ ਦੀ ਉਨੀ ਰਿਪੇਅਰ ਮੁਰੰਮਤ ਵਗੈਰਾ ਨਹੀਂ ਆ। ਜੇ ਉਹਨਾਂ ਦੀ ਮੁਰੰਮਤ ਕਰਦੇ ਤਾਂ ਉਹ ਮੁਰੰਮਤ ਕਰਨ ਦੇ ਨਾਲ ਹੀ ਨੀਚੋਂ ਜਿਹੜਾ ਪੜਾ ਹੁੰਦਾ ਹੈ ਜਿਹਦੇ ਸਾਰੇ ਪਾਣੀ ਟਿਕਦਾ ਹੈ, ਉਹ ਚੱਕਿਆ ਜਾਂਦਾ ਤੇ ਪਾਣੀ ਜਿਹੜਾ ਉਹ ਛੱਪੜਾਂ ਦੇ ਥੱਲੇ ਚੱਲ ਜਾਂਦਾ। ਇਸ ਕਰਕੇ ਛੱਪੜਾਂ ਦੇ ਵੀ ਪਾਣੀ ਵੀ ਨਹੀਂ ਆ। ਅੱਛਾ, ਮਹਿਲਾਵਾਂ ਦਾ ਕਿਰਾਇਆ ਫ੍ਰੀ ਕੀਤਾ ਸਰਕਾਰੀ ਬੱਸਾਂ ਦੇ ਵਿੱਚ। ਕੋਈ ਬੱਸ ਬੁੱਸ ਆਉਂਦੀ ਹੈ ਤੁਹਾਡੇ ਪਿੰਡ? ਇੱਥੇ ਮੇਰੇ ਹਿਸਾਬ ਨਾਲ ਮੈਨੂੰ ਪਤਾ ਆ ਕਿ ਇੱਥੇ ਸਰਕਾਰੀ ਬੱਸ ਦਾ ਜਿਹੜਾ ਰੂਟ ਹੈਗਾ, ਪਰ ਸਰਕਾਰੀ ਜਿਹੜੀ ਬੱਸ ਆ ਅੱਜ ਤੋਂ ਮੇਰੇ ਆਈਡੀਆ ਨਾਲ 20 ਸਾਲ ਤੋਂ ਬੰਦ ਹੈ। ਇੱਥੇ ਪੰਜਾਬ ਰੋਡ ਦੀ ਬੱਸ ਹੈਗੀ ਆ, ਰੂਟ ਚੱਲਦਾ। ਪਰ ਹੁਣ ਇੱਥੇ ਇੱਕ ਪ੍ਰਾਈਵੇਟ ਬੱਸ ਚੱਲਦੀ ਆ, ਲਵਲੀ ਵਾਲਿਆਂ ਦੀ ਬੱਸ ਚੱਲਦੀ ਆ। ਉਹ 4 ਵਾਰ ਆਉਂਦੀ ਆ, ਸਵੇਰੇ 8 ਵਜੇ, 11 ਵਜੇ, ਤੇ 2 ਵਜੇ ਤੇ 5 ਵਜੇ। ਠੀਕ ਹੈ ਜੀ। ਤੇ ਬਸ ਇਸ ਟਾਈਮ ਫਿਰ ਸ਼ਹਿਰ ਨਹੀਂ ਬੰਦਾ ਜੇ ਚੱਲ ਗਿਆ ਤੇ ਵਾਪਸ ਨਹੀਂ ਆ ਸਕਦਾ, ਨਹੀਂ ਜਾ ਹੀ ਨਹੀਂ ਸਕਦਾ। ਹਾਂਜੀ, ਸਹੀ ਗੱਲ ਹੈ ਜੀ, ਬਿਲਕੁਲ ਸਹੀ ਆ। ਫਿਰ ਲੋਕਾਂ ਨੇ ਆਪਣੇ ਵਹੀਕਲ ਆ, ਤੁਹਾਨੂੰ ਪਤਾ ਅੱਜ ਕੱਲ੍ਹ ਤੇਲ ਵੀ ਨਹੀਂ ਪੂਰਾ ਹੁੰਦਾ ਵਿਚਾਰੇ, ਕਿੱਦਾਂ ਕਰਨਾ। ਹੁਣ ਜਿੱਦਾਂ ਆਪਾਂ ਕੋਈ ਬਿਮਾਰ ਸ਼ਮਾਰ ਬੰਦਾ ਹੁੰਦਾ ਹੈ, ਸਵੇਰੇ ਡਾਕਟਰ ਦਾ ਟਾਈਮ 9 ਵਜੇ ਹੁੰਦਾ ਹੈ, ਤੇ ਆਪਾਂ ਨੇ ਸਵੇਰੇ ਜਲਦੀ ਜਾਣਾ ਹੁੰਦਾ ਹੈ, ਸਾਨੂੰ ਥੋੜੀ ਪ੍ਰੋਬਲਮ ਹੋ ਜਾਂਦੀ ਹੈ ਉਹਦੇ ਵਾਸਤੇ। ਜੇ ਆਪਣਾ ਕੋਈ ਗੱਡੀ ਕਰੀਏ, ਸਾਧਨ ਕਰੀਏ, 500-600 ਰੁਪਇਆ ਜਿਹੜਾ ਹੈ ਉਹ ਕਿਰਾਇਆ ਲੱਗ ਜਾਂਦਾ ਹੈ। ਜੇ ਗੱਡੀ ਵਾਲਾ ਕਰੀਏ ਤਲਵਾੜੇ ਤੱਕ 500-600 ਰੁਪਇਆ ਲੈ ਲੈਂਦਾ ਹੈ, ਤੇ ਬਹੁਤ ਵੱਡੀ ਪ੍ਰੋਬਲਮ ਹੈ। ਬੱਚੇ ਸਕੂਲ ਵਗੈਰਾ ਕਿਵੇਂ ਜਾਂਦੇ ਨੇ? ਸਕੂਲ ਦੀ ਸਹੂਲਤ ਹੈਗੀ ਹੈ ਇੱਥੇ? ਬੱਚੇ ਦੇਖੋ ਜੀ, ਜਿਨ੍ਹਾਂ ਬੰਦਿਆਂ ਕੋਲ ਤਾਂ ਮਾੜੇ ਮੋਟੇ ਪੈਸੇ ਹੈਗੇ ਆ, ਜਿਹੜੇ ਕੰਮਕਾਰ ਕਰਦੇ ਆ, ਜਿਨ੍ਹਾਂ ਦੀਆਂ ਨੌਕਰੀਆਂ ਠੀਕ ਹੈਗੀਆਂ, ਉਹਨਾਂ ਬੱਚੇ ਤਾਂ ਆਪਣੇ ਜਿਹੜੇ ਪ੍ਰਾਈਵੇਟ ਸਕੂਲ ਪਾਏ ਹੋਏ ਆ, ਉਹਨਾਂ ਨੇ ਗੱਡੀਆਂ ਵੀ ਲਵਾਈਆਂ ਹੋਈਆਂ। ਬਾਕੀ ਜਿਹੜੇ ਬੇਰੁਜ਼ਗਾਰ ਬੰਦੇ ਹੈਗੇ, ਉਹ ਤੁਹਾਨੂੰ ਪਤਾ ਸਰਕਾਰੀ ਸਕੂਲ ਹੈਗੇ ਆ ਇੱਥੇ। ਥੋੜੀ ਬਹੁਤੀ ਕੰਡੀਸ਼ਨ ਉਹਨੇ ਸਰਕਾਰੀ ਸਕੂਲ ਦੀ ਵਧੀਆ ਹੈਗੀ ਆ, ਤੇ ਵਧੀਆ ਹੋ ਗਈ ਅੱਗੇ ਨਾਲੋਂ। ਥੋੜੀ ਬਹੁਤੀ, ਜ਼ਿਆਦਾ ਨਹੀਂ, ਥੋੜੀ ਬਹੁਤੀ ਹੋ ਗਈ। ਕਾਂਗਰਸ ਸਰਕਾਰ ਸੀਗੀ, ਤੁਹਾਡੇ ਵਿਧਾਇਕ ਨੇ ਮਿੱਕੀ ਡੋਗਰਾ ਜੀ, ਕੰਮ ਕਿੰਨੇ ਕੁ ਲੱਗਦੇ ਨੇ? ਸਮੱਸਿਆਵਾਂ ਕਿੰਨੀਆਂ ਕੁ ਹੱਲ ਹੋਈਆਂ ਔਰ ਕਿੰਨੀਆਂ ਕੁ ਰਹਿੰਦੀਆਂ ਲੱਗਦੀਆਂ ਨੇ? ਕੰਮ ਦੇਖੋ ਜੀ, ਬਾਕੀ ਤਾਂ ਜਿੱਦਾਂ ਰੋਡ ਦਾ ਕੰਮ ਹੀ ਆ, ਥੋੜਾ ਬਹੁਤਾ ਠੀਕ ਆ। ਜਿੱਦਾਂ ਹੁਣ ਇਹ ਥੋੜਾ ਟੁੱਟ ਗਿਆ ਸੀਗਾ, ਤੇ ਪਾ ਗਿਆ, ਪਿੱਚ ਜੇ ਲਾ ਗਿਆ, ਹਨਾ, ਥੋੜਾ ਬਹੁਤਾ ਹੋ ਗਿਆ ਵਧੀਆ, ਪਰ ਉਹਨਾਂ ਵਧੀਆ ਨਹੀਂ ਹੁੰਦਾ ਜਿੰਨਾ ਆਪਾਂ ਨੂੰ ਚਾਹੀਦਾ ਹੁੰਦਾ। ਕਿਉਂਕਿ ਜਦੋਂ ਇੱਕ ਸਾਲ ਲੁੱਕ ਪੈ ਜਾਂਦੀ ਹੈ, ਦੂਜੇ ਸਾਲ ਬਾਰਿਸ਼ ਹੁੰਦੀ ਆ, ਉਹ ਖਰਾਬ ਹੋ ਜਾਂਦਾ। ਉਦੋਂ ਫਿਰ 3 ਸਾਲ ਬਾਅਦ ਜਿਹੜਾ ਰੋਡ ਜਿਹੜਾ ਨਹੀਂ ਰਿਪੇਅਰ ਹੁੰਦਾ, 3 ਸਾਲ ਬਾਅਦ ਸਿੱਧਾ ਹੀ ਡਕ ਕਰਦੇ ਜਾਓ ਗੱਡੀਆਂ ਤੇ। ਜਿੰਨੇ ਵਾਅਦੇ ਕੀਤੇ ਸੀ ਕਾਂਗਰਸ ਸਰਕਾਰ ਨੇ, ਲੱਗਦਾ ਪੂਰੇ ਕੀਤੇ? ਉਹ ਬੇਰੁਜ਼ਗਾਰੀ ਦਾ ਮੁੱਦਾ ਸੀਗਾ, ਮਹਿੰਗਾਈ ਦਾ ਮੁੱਦਾ ਸੀਗਾ, ਪੂਰੇ ਦੇਖੋ ਅੱਜ ਕੱਲ੍ਹ ਕਾਂਗਰਸ ਵੀ ਆਈ, ਬੀਜੇਪੀ, ਪੂਰੇ ਤਾਂ ਅੱਜ ਤੱਕ ਕੋਈ ਨਹੀਂ ਹੋਏ, ਕਿਸੇ ਦੇ ਨਹੀਂ ਹੋਏ। ਸਭ ਤੋਂ ਮੇਨ ਮੁੱਦਾ ਬੇਰੁਜ਼ਗਾਰੀ ਦਾ, ਉਹ ਨਹੀਂ ਹੋਇਆ ਜੀ ਕਿਸੇ ਨੂੰ। ਹੈਗੀ ਦੇਖ ਲਓ, ਸਾਡੇ ਆਪਣੇ ਪਿੰਡ ਦੇ ਮੇਰੇ ਖਿਆਲ 60-70 ਘਰ ਹੋਣੇ ਆ ਨੀਅਰ ਅਬਾਊਟ। ਇਹਦੇ ਵਿੱਚ ਮੇਰੇ ਹਿਸਾਬ ਨਾਲ ਕਿਸੇ ਸਾਡੇ ਪਿੰਡ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਹੋਣੀ ਕਿਸੇ ਬੱਚੇ ਨੂੰ। ਸਭ ਬੱਚੇ 80% ਤੋਂ ਉੱਪਰ ਨੰਬਰ ਲੈ ਰਹੇ ਆ ਸਾਡੇ ਇੱਧਰ ਦੇ ਪਿੰਡੂ ਬੰਦੇ ਜਿਹੜੇ। ਹਾਂ, ਮੇਰੇ ਖੁਦ ਭਤੀਜੀ ਆ, ਮੇਰੇ ਖਿਆਲ 85 ਨੀਅਰ ਅਬਾਊਟ ਦੇ ਨੰਬਰ ਹੋਣੇ ਆ। ਨੌਕਰੀ ਫਿਰ ਵੀ ਨਹੀਂ ਹੈ ਕਿੱਥੇ ਨੌਕਰੀਆਂ ਬਾਈ, ਨੌਕਰੀਆਂ ਕਿੱਥੇ? ਪਹਿਲੇ ਤਾਂ ਫਾਰਮ ਹੀ ਲਾ ਦਿੰਦੇ ਆ ਜਨਰਲ ਕੈਟਾਗਰੀ ਵਾਲੇ ਇੰਨੇ, ਤੇ ਹੁੰਦਾ ਕਰਜ਼ਾ ਲੈ ਕੇ ਪੜ੍ਹਾਈਆਂ ਕਰਨੀਆਂ ਹੁੰਦੀਆਂ, ਸਾਰਾ ਕੁਝ ਇਦਾਂ ਹੁੰਦਾ ਹੈ ਨਾ। ਫਿਰ ਉਹ ਕਹਿੰਦੇ ਕਰਜ਼ੇ ਮਾਫ ਕਰ, ਹੁਣ ਕਹਿੰਦੇ ਕਰਜ਼ੇ ਮਾਫ ਹੋਏ, ਸਾਡਾ ਤਾਂ ਹੋਇਆ ਨਹੀਂ, ਅੱਜ ਦਿਨ ਤੱਕ ਨਹੀਂ ਹੋਇਆ। ਮੈਨੂੰ 20 ਸਾਲ ਹੋ ਗਏ ਕਰਜ਼ਾ ਲੈਂਦੇ ਮੇਰੀ ਸੁਸਾਇਟੀ 'ਚੋਂ ਦੇਖੋ। ਅੱਛਾ ਜੀ। ਮੇਰਾ ਅੱਜ ਦਿਨ ਦਾ ਕਰਜ਼ਾ ਮਾਫ ਨਹੀਂ ਹੋਇਆ। ਸਰਕਾਰ ਕਹਿੰਦੀ ਕਰਜ਼ੇ ਮਾਫ ਕਰਦੇ, ਬਸ ਅਖਬਾਰਾਂ ਦੇ ਵਿੱਚ ਆਉਂਦਾ ਭਾਜੀ, ਅਖਬਾਰਾਂ ਵਿੱਚ ਆਉਂਦਾ ਹੈ, ਬਸ ਆਹੀ ਵਿਸ਼ਵਾਸ ਕਰ ਲੈਣੇ ਹੋ ਜਾਣਾ, ਅੱਜ ਦਿਨ ਤੱਕ ਨਹੀਂ ਹੋਇਆ। ਅੱਛਾ, ਲੀਡਰ ਅੱਜ ਕੱਲ੍ਹ ਭੰਗੜੇ ਬਹੁਤ ਪਾ ਰਹੇ ਨੇ, ਕੋਈ ਜਲੇਬੀਆਂ ਕੱਢ ਰਿਹਾ, ਕੋਈ ਨੱਚ ਰਿਹਾ ਹੈ ਨਾ, ਕੋਈ ਹਾਕੀ ਖੇਡ ਰਿਹਾ ਹੈ। ਲੱਗਦਾ ਵੋਟਰ ਦੇ ਉੱਤੇ ਅਸਰ ਹੋਊਗਾ ਇਸ ਵਾਰ? ਪ੍ਰਭਾਵਿਤ ਹੋਣਗੇ ਵੋਟਰ ਇਹਨਾਂ ਤੋਂ? ਜਲੇਬੀਆਂ ਕਿਤੇ ਗਰੀਬ ਬੰਦਿਆਂ ਦਾ ਆਪਣੇ ਘਰ ਹੀ ਬਣਾ ਕੇ ਖਾਣੀਆਂ, ਇਹਨਾਂ ਦੀਆਂ ਬਣੀਆਂ ਥੋੜੀਆਂ ਖਾਣੀਆਂ, ਜਾਂ ਕਿਤੇ ਖਿਲਾਉਣਗੇ, ਹੈ ਨਾ।
ਇਹ ਥੋੜੇ ਦਿਨ ਹੀ ਹੁੰਦਾ ਇਲੈਕਸ਼ਨਾਂ ਦੇ ਕਰਕੇ। ਚਲੋ ਵਧੀਆ, ਸਾਡੀ ਤਾਂ ਇਹ ਸਲਾਹ ਹੁੰਦੀ ਆ ਕੋਈ ਵੀ ਬਣਿਆ ਉਹਨੂੰ ਸਮਾਜ ਦਾ ਸੁਧਾਰ ਕਰਨਾ ਚਾਹੀਦਾ ਹੈ। ਸਾਨੂੰ ਆਪਾਂ ਕਿਸੇ ਦੀ ਬੁਰਾਈ ਤੋਂ ਕੀ ਲੈਣਾ ਹੈ, ਕੋਈ ਚੰਗਾ ਹੋਵੇ ਜਾਂ ਮਾੜਾ ਹੋਵੇ। ਕਿਸੇ ਦਾ ਚੰਗਾ ਕਰੋਗੇ ਤਾਂ ਸਾਰੇ ਕਹਿਣਗੇ ਚੰਗਾ ਹੋਊਗਾ, ਕੀਤਾ ਹੈਗਾ ਬੰਦੇ ਨਾਲ, ਤੇ ਜੇ ਨਹੀਂ ਕਰੋਗੇ। ਵੋਟ ਪਾਉਣ ਜਾਣਾ ਭਾਜੀ ਇਸ ਵਾਰ ਤਾਂ ਕਿਹੜੇ 3 ਮੁੱਦੇ ਹੋਣਗੇ ਦਿਮਾਗ ਦੇ ਵਿੱਚ ਵੀ ਆਹ ਚੀਜ਼ਾਂ ਧਿਆਨ 'ਚ ਰੱਖ ਕੇ ਵੋਟ ਪਾਉਣੀ ਹੈ? ਵੋਟ ਦੇ ਵਿੱਚ ਬਸ ਆਪਾਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਹੈ ਵੀ ਪ੍ਰਮਾਤਮਾ ਉਸ ਬੰਦੇ ਨੂੰ ਪਵਾਈ ਜਿਹੜਾ ਬੰਦਾ ਕੰਮ ਕਰੂਗਾ। ਬਸ ਇਹ ਆਈਡੀਆ ਉਦੋਂ ਆਊਗਾ ਦਿਮਾਗ 'ਚ 1-2 ਦਿਨ ਪਹਿਲੇ। ਬਾਕੀ ਦੇਖਦੇ ਹੀ ਹੋ ਭਾਜੀ ਤੁਸੀਂ ਵੀ ਕਿੱਦਾਂ ਸਰਕਾਰਾਂ ਕਿਹੜੇ ਹਿਸਾਬ ਨਾਲ ਚੱਲੀਆਂ ਅੱਜ ਕੱਲ੍ਹ, ਦੇਖ ਰਹੇ ਹੋ ਤਾਂ ਬਿਲਕੁਲ ਇੱਕ ਬਜ਼ੁਰਗ ਮਾਤਾ ਜੀ ਵੀ ਪਰਿਵਾਰ ਦੇ ਵਿੱਚ ਬੈਠੇ ਨੇ। ਅੱਜ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਹੋ ਗਿਆ ਵੋਟ ਵੀ ਪਾਉਂਦਿਆਂ ਨੇ। ਮਾਤਾ ਜੀ ਕੀ ਨਾਂ ਜੀ ਤੁਹਾਡਾ? ਪੈਰੀ ਪੈਣੇ ਆ। ਠੀਕ ਠਾਕ ਹੋ ਜੀ? ਹਾਂਜੀ। ਸਿਹਤ ਠੀਕ ਰਹਿੰਦੀ ਹੈ? ਹਾਂਜੀ। ਕਿੰਨੀ ਉਮਰ ਹੈ ਮਾਤਾ ਜੀ? ਉਮਰ ਹੈ 70-75। ਅੱਛਾ, ਵੋਟ ਪਾਉਂਦਿਆਂ ਨੂੰ ਫਿਰ ਮੈਨੂੰ ਲੱਗਦਾ 50 ਸਾਲ ਤੋਂ ਉੱਪਰ ਵੋਟ ਪਾਉਂਦਿਆਂ ਵੀ ਹੋ ਗਏ ਹੋਣਗੇ। ਹਾਂਜੀ। ਅੱਛਾ, 50 ਸਾਲਾਂ ਦੇ ਵਿੱਚ ਇਸ ਪਿੰਡ 'ਚ ਰਹੇ ਹੋ, ਕੋਈ ਬਦਲਾਅ ਦੇਖਿਆ, ਕੋਈ ਤਰੱਕੀ ਦਿਖੀ ਪਿੰਡ ਦੀ? ਕੋਈ ਤਰੱਕੀਆਂ ਬੜੀਆਂ ਦਾ ਪਿੰਡਾਂ ਦਾ। ਨਹੀਂ ਕੋਈ ਤਰੱਕੀ ਨਹੀਂ। ਸਹੂਲਤਾਂ ਮਿਲੀਆਂ? ਪੈਨਸ਼ਨ ਲੱਗੀ ਹੈ ਤੁਹਾਨੂੰ? ਸਹੂਲਤਾਂ ਪੈਨਸ਼ਨ ਲੱਗੀ ਤਾਂ ਉਹ ਕੀ ਬਣਾਉਂਦੀ ਹੈ, ਕੀ ਕਰਨਾ ਬੱਚਾ। ਅੱਛਾ, ਕਾਂਗਰਸ ਸਰਕਾਰ ਕਹਿੰਦੀ ਸੀ ਪੈਨਸ਼ਨ ਵੀ ਤੁਹਾਡੀ 2500-3000 ਰੁਪਏ ਤੱਕ ਲੈ ਜਾਣੀ ਹੈ, ਉਹ ਵਧੀ ਹੈ ਕੋਈ? ਅੱਛਾ, ਤੁਹਾਨੂੰ ਆਰਮੀ ਦੀ ਚਲੋ ਆਉਂਦੀ ਜਿਹੜੀ ਸਰਕਾਰ ਦਿੰਦੀ ਹੈ, ਕੋਈ ਦੂਸਰੀ ਪੈਨਸ਼ਨ ਜਿਹੜੀ ਬੁਢੇਪਾ ਪੈਨਸ਼ਨ ਉਹ ਮਿਲਦੀ ਸਹੂਲਤ? ਬੁਢੇਪਾ ਇੱਕੋ ਮਿਲਣੀ, ਮੈਨੂੰ ਤਾਂ ਪੈਨਸ਼ਨ ਨਹੀਂ ਮਿਲਣੀ ਹੈ ਸਰਕਾਰ। ਅੱਛਾ, ਉਹੀ ਮਿਲਦੀ ਹੈ। ਹਾਂਜੀ। ਅੱਛਾ, ਪਾਣੀ ਦੀ ਮਾਤਾ ਜਦੋਂ ਤੁਸੀਂ ਜਵਾਨੀ ਵੇਲੇ ਇੱਥੇ ਵਿਆਹ ਕੇ ਆਏ ਸੀ ਉਦੋਂ ਵੀ ਇਹੀ ਸਮੱਸਿਆ ਸੀਗੀ? ਤਾਂ ਟੋਬੇ ਨੇ ਪੀਂਦੇ ਹੈ ਪਾਣੀ ਅਸੀਂ। ਅੱਛਾ ਜੀ। ਕਿਆ ਛੱਪੜ ਉਗਲਦੇ ਨੇ। ਹਾਂ, ਬੜੀ ਦੂਰ 6-6 ਕਿਲੋਮੀਟਰ ਜਾਣਾ ਸੀ ਪਾਣੀ ਲਿਆਉਣਾ। ਅੱਛਾ ਜੀ। ਆਉਂਦਾ ਜਾਂਦਾ ਥੱਕੀ ਜਾਣਾ, ਬੱਚੇ ਵੀ ਘਰ ਦੇਖਣੇ, ਕੋਈ ਸਿਆਣੇ ਵੀ ਦੇਖਣੇ, ਟਾਈਮ ਔਖੇ ਕੱਢੇ ਨੇ। ਅੱਛਾ, ਲੀਡਰ ਲੂਡਰ ਵੋਟਾਂ ਵੇਲੇ ਆਉਂਦੇ ਨੇ ਜਾਂ ਆਉਂਦੇ ਰਹਿੰਦੇ ਨੇ ਤੁਹਾਡੇ ਕੋਲ? ਆਈ ਜਾਂਦੇ ਨੇ ਵੋਟਾਂ ਪਾਣੇ ਵਾਲੇ ਵੀ ਤਾਂ ਪਾਈ ਦੇ ਦੀਆਂ ਮਾੜੀ ਮੋਟੀਆਂ ਚਾਹੀਦਾ। ਐਤਕੀ ਵੋਟ ਪਾਉਣੀ ਹੈ, ਐਤਕੀ ਫਿਰ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕਿਹੜੀਆਂ ਚੀਜ਼ਾਂ ਜੇ ਮਹੀਨਾ ਡੇਢ ਮਹੀਨਾ ਰਹਿ ਸਾਡਾ ਕੀ ਚੱਲੀ ਜਾਣਾ, ਵੋਟੇ ਪਾਣੀ ਪਾਈ ਦੇਣੀ। ਤਾਂ ਬਿਲਕੁਲ ਕਹਿੰਦੇ ਉਮਰ 70-80-90 ਸਾਲ ਤੱਕ ਦੀ ਉਮਰ ਵੀ ਹੋ ਚੁੱਕੀ ਹੈ ਬਜ਼ੁਰਗਾਂ ਦੀ, ਔਰ ਕਹਿੰਦੇ ਨੇ ਉਹ ਵੀ ਸਮਾਂ ਸੀ ਜਦੋਂ 6-6 ਕਿਲੋਮੀਟਰ ਤੋਂ ਪਾਣੀ ਲੈਣ ਜਾਂਦੇ ਸੀ। ਅੱਜ ਸਮਾਂ ਬਦਲਿਆ ਜ਼ਰੂਰ ਹੈ, ਤਰੱਕੀ ਜ਼ਰੂਰ ਲੀਡਰਾਂ ਦੇ ਮੁਤਾਬਕ ਮੁਲਕ ਦੀ ਹੋਈ ਹੈ, ਸੂਬੇ ਦੀ ਹੋਈ ਹੈ, ਪਰ ਹਾਲਾਤ ਅੱਜ ਇਹ ਨੇ ਜਿਹੜਾ ਟੋਭਿਆਂ ਤੋਂ ਪਾਣੀ ਲੈਣ ਜਾਂਦੇ ਸੀ ਉਹ ਲੀਡਰ ਕਈ ਵਾਰ ਕੁਝ ਜੇਕਰ ਕਿਸੇ ਦੇ ਮਨ ਮਿਹਰ ਪੈਂਦੀ ਹੈ, ਕਾਂਗਰਸ ਵੱਲੋਂ ਵੀ ਇੱਥੇ ਪਾਣੀ ਪਹੁੰਚਾਇਆ ਗਿਆ, ਕਹਿੰਦੇ ਆਮ ਆਦਮੀ ਪਾਰਟੀ ਵਾਲੇ ਵੀ ਆਏ ਪਾਣੀ ਦੇ ਟੈਂਕਰ ਲੈ ਕੇ। ਪਰ ਤਰਾਸਦੀ ਹੈ ਕਿ ਅੱਜ ਵੀ ਟੈਂਕਰ ਦੇ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ 5 ਦਰਿਆਵਾਂ ਦੀ ਧਰਤੀ ਸੀ ਉਸ ਦੇ ਪਿੰਡਾਂ ਦੇ ਵਿੱਚ ਟੈਂਕਰਾਂ ਦੇ ਨਾਲ ਲਿਆ ਕੇ ਲੋਕਾਂ ਨੂੰ ਪਾਣੀ ਪੀਣ ਦੇ ਲਈ ਮੁਹੱਈਆ ਕਰਵਾਇਆ ਜਾ ਰਿਹਾ। ਔਰ ਦੁਖਾਂਤ ਹੈ ਜੇ ਟੈਂਕਰ ਨਹੀਂ ਆਉਂਦੇ ਤਾਂ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਤੋਂ ਬਿਨਾਂ ਇਹ ਲੋਕ ਜ਼ਿੰਦਗੀ ਕਿਵੇਂ ਕੱਟਦੇ ਹੋਣਗੇ। 2022 ਦੀਆਂ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ 'ਤੇ ਨੇ ਔਰ ਹਰ ਲੀਡਰ ਗਰਾਊਂਡ ਲੈਵਲ ਤੇ ਉਤਰਿਆ ਹੋਇਆ ਹੈ ਵੋਟਰਾਂ ਨੂੰ ਇੱਕ ਵਾਰ ਫਿਰ ਆਪਣੇ ਨਾਲ ਜੋੜਨ ਦੇ ਲਈ, ਭਰਮਾਉਣ ਦੇ ਲਈ, ਆਪਣਾ ਪ੍ਰਭਾਵ ਵੋਟਰਾਂ ਦੇ ਉੱਤੇ ਪਾਉਣ ਦੇ ਲਈ ਜਦੋਂ ਜਹਿਦ ਇਹਨਾਂ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਵੱਡੇ ਵੱਡੇ ਦਾਅਵੇ ਤੇ ਵਾਅਦੇ ਇਹਨਾਂ ਲੀਡਰਾਂ ਦੇ ਵੱਲੋਂ ਮੁੜ ਕੀਤੇ ਜਾ ਰਹੇ ਆ ਕਿ ਅੱਜ ਹਰ ਵਾਅਦਾ ਜੋ 2017 ਦੇ ਵਿੱਚ ਕੀਤਾ ਗਿਆ ਸੀ ਉਹ ਪੂਰਾ ਕੀਤਾ ਗਿਆ, ਪਰ ਗਰਾਊਂਡ ਲੈਵਲ ਦੇ ਉੱਤੇ ਇਹ ਵਾਅਦੇ ਕਿੰਨੇ ਕੁ ਪੂਰੇ ਹੋਏ ਨੇ ਇਸ ਦਾ ਅੰਦਾਜ਼ਾ ਤੁਸੀਂ ਅੱਜ ਇਹਨਾਂ ਲੋਕਾਂ ਦੀ ਜ਼ੁਬਾਨੀ ਸੁਣਿਆ ਹੈ। ਤਾਂ ਅਪੀਲ ਸਾਡੀ ਵੀ ਹੈ ਕਿ ਜੇਕਰ ਕੋਈ ਵਾਅਦਾ ਲੋਕਾਂ ਨਾਲ ਕੀਤਾ ਜਾਂਦਾ ਲੀਡਰਾਂ ਵੱਲੋਂ ਤਾਂ ਉਹ ਵਾਅਦਾ ਹਕੀਕਤ ਦੇ ਵਿੱਚ ਵੀ ਪੂਰਾ ਹੋਣਾ ਚਾਹੀਦਾ, ਨਾ ਕਿ ਅਜਿਹੇ ਪਿੰਡਾਂ ਦੇ ਲੋਕਾਂ ਨੂੰ ਤਰਾਸਦੀਆਂ ਦੇ ਨਾਲ ਜੂਝਣਾ, ਮੁਸ਼ਕਲਾਵਾਂ ਦੇ ਨਾਲ ਜੂਝਣਾ ਪੈਂਦਾ ਜਿਹੜੇ ਲੋਕਾਂ ਨੂੰ ਫੋਨ ਦਾ ਨੈਟਵਰਕ ਤੱਕ ਵੀ ਨਹੀਂ ਮਿਲਦਾ। ਤੁਹਾਨੂੰ ਸਾਡੀ ਅੱਜ ਦੀ ਰਿਪੋਰਟ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਆਪਣੀ ਰਾਏ ਤੇ ਸੁਝਾਅ ਸਾਂਝਾ ਕਰ ਸਕਦੇ ਹੋ। ਸਾਡੇ ਨਾਲ ਜੇਕਰ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ, ਆਪਣੇ ਹਲਕੇ ਦੇ ਸੰਬੰਧੀ ਕੋਈ ਸਮੱਸਿਆ ਉਜਾਗਰ ਕਰਨੀ ਚਾਹੁੰਦੇ ਹੋ ਤਾਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ 98782 83334 ਦੇ ਉੱਤੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚੀਏ, ਤੁਹਾਡੀ ਸਮੱਸਿਆ ਨੂੰ ਉਜਾਗਰ ਕਰਕੇ ਤੁਹਾਡੇ ਲੀਡਰਾਂ ਤੱਕ ਲੈ ਕੇ ਜਾਈਏ ਤਾਂ ਜੋ ਤੁਹਾਡੀਆਂ ਉਹਨਾਂ ਸਮੱਸਿਆਵਾਂ ਦਾ ਹੱਲ ਹੋ ਸਕੇ। ਫਿਲਹਾਲ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਵਿਧਾਨ ਸਭਾ ਹਲਕਾ ਦਸੂਹਾ।